सतनाम श्री वाहेगुरु जी गुरु गरीब बनवाज जियो। सूरा सो पहचानिए जो लरे दीन के हेत पुरजा पुरजा कट मरे कबहू ना छाट खेत। जो तो प्रेम खेलन का जाओ सिर धर तली गली मेरी आओ इत मार्ग पैर तरी जय सिर दीजय कानना की जय। आनंद गुणी निधान गुरु गरीब निवाज सारी संगत गज के बोलना सतनाम श्री वाहेगुरु जी। शिवा पर मोए ऐश करमण ते कबहू ना डरो सो जब जाए लरो ने चह करे अपनी जीत करो। दान बने हिरण में तब जूझ मरो बेनती मेरी है बेनती संगते गुला दिए कह दो वाहेगुरु वाहेगुरु।
ਜਦ ਤੱਕ ਰਹਿਣਗੀਆਂ ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਣਗੀਆਂ ਜੀ ਦਾਤਾ ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਣਗੀਆਂ ਮਾੜੇ ਦੀ ਮਦਦ ਵਾਸਤੇ ਖੜਦਾ ਰਹੂ ਹੱਕਾਂ ਬਦਲੇ ਪੰਥ ਖਾਲਸਾ ਲੜਦਾ ਰਹੂ ਹੱਕਾਂ ਬਦਲੇ ਪੰਥ ਖਾਲਸਾ ਲੜਦਾ ਰਹੂ ਹੁਣ ਤਾਕਤਾਂ ਨਸ਼ਟ ਜੋ ਇਸ ਨਾਲ ਖੈਣਗੀਆਂ ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਣਗੀਆਂ ਜੀ ਦਾਤਾ ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਣਗੀਆਂ ਸਮਾਨੇ ਪੰਥ ਦੇ ਝੰਡੇ ਝੂਲਣਗੇ ਤਖਤ ਦਿੱਲੀ ਦੇ ਪੈਰਾਂ ਦੇ ਵਿੱਚ ਰੁੱਲਣਗੇ ਤਖਤ ਦਿੱਲੀ ਦੇ ਪੈਰਾਂ ਦੇ ਵਿੱਚ ਰੁੱਲਣਗੇ ਕਲਗੀ ਧਰਤੀਆਂ ਫੌਜਾਂ ਉੱਪਰ ਬਹਿਣਗੀਆਂ ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਣਗੀਆਂ ਜੀ ਦਾਤਾ ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਣਗੀਆਂ ਆਕੜਿਆਂ ਦੇ ਮਾਣ ਮਨਾਰੇ ਟਹਿ ਜਾਣਗੇ ਪੰਥ ਤੇਰੇ ਦੇ ਚਰਨੀ ਆ ਕੇ ਪੈ ਜਾਣਗੇ ਪੰਥ ਤੇਰੇ ਦੇ ਚਰਨੀ ਆ ਕੇ ਪੈ ਜਾਣਗੇ ਸ਼ਾਨਾਂ ਉੱਚੀਆਂ ਸਦਾ ਜਗਤ ਵਿੱਚ ਰਹਿਣਗੀਆਂ ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਣਗੀਆਂ ਜੀ ਦਾਤਾ ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਣਗੀਆਂ
ਪਰਸਤੀ ਹੋਵਣਗੇ, ਜਿਹੜੇ ਪੰਥਕਦਾਰ ਉਹ ਆਖਰ ਰੋਵਣਗੇ। ਜਥੇਦਾਰ ਵੀ ਪੰਥ ਪਰਸਤੀ ਹੋਵਣਗੇ, ਜਿਹੜੇ ਪੰਥਕਦਾਰ ਆਖਰ ਰੋਵਣਗੇ, ਜਿਹੜੇ ਪੰਥਕਦਾਰ ਆਖਰ ਰੋਵਣਗੇ। ਮੌਜੀ ਦੀਆਂ ਲਿਖਤਾਂ ਵੀ ਸੱਚੀਆਂ ਕਹਿਣਗੀਆਂ, ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਣਗੀਆਂ। ਜੀ ਦਾਤਾ ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਣਗੀਆਂ। ਜੀ ਦਾਤਾ ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਣਗੀਆਂ। ਹੋ ਹੋ ਵਾਹਿਗੁਰੂ ਵਾਹਿਗੁਰੂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਸਵਾਰੇ ਸਤਿਕਾਰਯੋਗ ਵੱਡੇ ਭਾਗਾਂ ਵਾਲੇ ਹਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ। 84 ਲੱਖ ਜੂਨ ਦੇ ਵਿੱਚੋਂ ਸਰਬੋਤਮ ਜੂਨ ਮਨੁੱਖ ਦੀ ਮੰਨੀ ਗਈ ਹੈ। ਮਨੁੱਖ ਨੂੰ ਹਰ ਇੱਕ ਚੰਗੇ ਮਾੜੇ ਦੀ ਪਹਿਚਾਣ ਹੈ, ਚੰਗੇ ਮਾੜੇ ਦੀ ਸੋਝੀ ਹੈ। ਪਰਮਾਤਮਾ ਨੇ ਮਨੁੱਖ ਨੂੰ ਪਰਮਾਤਮਾ ਨਾਲ ਮਿਲਣ ਦਾ ਇੱਕ ਰਾਹ ਦੱਸਿਆ। ਸਤਿਗੁਰੂ ਦੀ ਗੁਰਬਾਣੀ ਦਾ ਫੈਸਲਾ ਹੈ, ਭਈ ਪ੍ਰਾਪਤ ਮਾਨੁਖ ਤੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ। ਸਤਿਗੁਰੂ ਦੀ ਗੁਰਬਾਣੀ ਦਾ ਫੈਸਲਾ ਹੈ, ਭਾਈ ਬੜੇ ਚੰਗੇ ਕਰਮ ਨੇ ਤੇਰੇ ਕਿ ਤੈਨੂੰ ਮਨੁੱਖਾ ਦੀ ਪ੍ਰਾਪਤ ਹੋ ਗਈ। ਇਹ ਪ੍ਰਾਪਤ ਕਿਉਂ ਹੋਈ? ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਉਸ ਪਰਮਾਤਮਾ ਨੂੰ ਮਿਲਣ ਦੀ ਵਾਰੀ ਹੈ ਤੇਰੀ ਇਸ ਉਮਰ ਦੇ ਵਿੱਚ। ਸਤਿਗੁਰੂ ਕਹਿੰਦੇ ਅਵਰ ਕਾਜ ਤੇਰਾ ਕਿਤੇ ਨਾ ਕਾਮ। ਬਾਕੀ ਜਿਹੜੇ ਕੰਮ ਕਰਦਾ ਫਿਰਦਾ ਹੈ, ਛਲ ਫਰੇਬ ਕਰਦਾ ਫਿਰਦਾ, ਧੋਖੇ ਕਰਦਾ ਫਿਰਦਾ, ਠੱਗੀਆਂ ਮਾਰਦਾ ਫਿਰਦਾ ਹੈ, ਇਹ ਤੇਰੇ ਕਿਸੇ ਕੰਮ ਨਹੀਂ ਆਉਣੇ। ਫਿਰ ਸਤਿਗੁਰੂ ਨੂੰ ਪੁੱਛੀਏ ਵੀ ਮਹਾਰਾਜ ਸਾਡਾ ਕੰਮ ਕੀ ਹੈ? ਤੇ ਸਤਿਗੁਰੂ ਜੀ ਜਵਾਬ ਦਿੰਦੇ ਨੇ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਆ ਗੁਰੂ ਕੀ ਸੰਗਤ ਵਿੱਚ ਬੈਠ, ਪਰਮਾਤਮਾ ਦਾ ਨਾਮ ਜਪ, ਜਿਨੇ ਤੇਰਾ ਲੋਕ ਸੁਖੀਏ ਪਰ ਲੋਕ ਸੁਹੇਲੇ ਬਣਾ ਦੇਣਾ ਹੈ। ਸਤਿਕਾਰਯੋਗ ਮਹਾਂਪੁਰਸ਼ ਬਾਬਾ ਮਾਣਾ ਜੀ ਦੇ ਪਾਵਨ ਸਥਾਨਾਂ ਤੇ ਜੁੜ ਬੈਠੇ ਹੋ। ਮਹਾਂਪੁਰਸ਼ ਹੁੰਦੇ ਕਿਹੋ ਜਿਹੇ ਨੇ? ਕਹਿੰਦੇ ਕੋਈ ਵੇਸਵਾ ਆਪਣੇ ਕੁੱਤੇ ਨੂੰ ਸੈਰ ਕਰਾਉਣ ਲਈ ਜਾਇਆ ਕਰਦੀ ਸੀ, ਜਿਸ ਪਾਸੇ ਉਹ ਜਾਂਦੀ ਸੀ ਉਸ ਪਾਸੇ ਇੱਕ ਮਹਾਤਮਾ ਪੁਰਸ਼ ਵੀ ਜਾਇਆ ਕਰਦਾ ਸੀ। ਇੱਕ ਦਿਨ ਉਹ ਮਹਾਂਪੁਰਸ਼ਾਂ ਨੂੰ ਘੇਰ ਕੇ ਖਲੋ ਗਈ ਤੇ ਸਵਾਲ ਕੀਤਾ, ਕਹਿਣ ਲੱਗੀ, ਸਾਧਾ ਇਹ ਦੱਸ ਕਿ ਮੇਰੇ ਕੁੱਤੇ ਦੀ ਪੂਛ ਚਿੱਟੀ ਕਿ ਤੇਰੀ ਦਾੜੀ ਚਿੱਟੀ? ਕਿਉਂਕਿ ਤੇਰੀ ਦਾੜੀ ਦਾ ਰੰਗ ਵੀ ਚਿੱਟਾ ਹੈ ਤੇ ਮੇਰੇ ਕੁੱਤੇ ਦੀ ਪੂਛ ਦਾ ਰੰਗ ਵੀ ਚਿੱਟਾ ਹੈ। ਉਸ ਰੱਬੀ ਆਤਮਾ ਨੇ ਜਵਾਬ ਕੋਈ ਨਾ ਦਿੱਤਾ, ਆਪਣੇ ਆਸ਼ਰਮ ਵਿੱਚ ਆ ਗਏ। ਅਗਲੇ ਦਿਨ ਫੇਰ ਉਹ ਸਾਧੂ ਸੈਰ ਕਰਨ ਵਾਸਤੇ ਕਹੇ, ਵੇਸਵਾ ਨੇ ਫੇਰ ਘੇਰ ਕੇ ਸਵਾਲ ਕੀਤਾ, ਉਹੀ ਸਵਾਲ ਕੀਤਾ। ਉਹਦਾ ਨਿਤ ਦਾ ਸੁਭਾਅ ਬਣ ਗਿਆ, ਉਹਨੇ ਉਹ ਸਵਾਲ ਕਰਨਾ ਪਰ ਉਹ ਸੰਤ ਨੇ ਜਵਾਬ ਨਾ ਦੇਣਾ। ਆਖਿਰ ਇੱਕ ਦਿਨ ਜਿਸ ਸਾਧੂ ਨੂੰ ਹਰ ਰੋਜ਼ ਉਹ ਵੇਸਵਾ ਸਵਾਲ ਕਰਦੀ ਸੀ, ਉਹਦਾ ਅੰਤਮ ਸਮਾਂ ਨੇੜੇ ਆਇਆ। ਉਹਨੇ ਆਪਣੇ ਚੇਲਿਆਂ ਨੂੰ ਕੋਲ ਬੁਲਾ ਕੇ ਆਖਿਆ, ਕਹਿਣ ਲੱਗਾ, ਜਾਓ ਜਾ ਕੇ ਉਸ ਵੇਸਵਾ ਨੂੰ ਬੁਲਾ ਕੇ ਲਿਆਓ ਜਿਹੜੀ ਮੈਨੂੰ ਰੋਜ਼ ਸਵਾਲ ਕਰਦੀ ਸੀ। ਚੇਲੇ ਬੜੇ ਹੈਰਾਨ ਹੋਏ ਵੀ ਮਹਾਂਪੁਰਸ਼ੋ ਤੁਸੀਂ ਕਹਿੰਦੇ ਜੇ ਅੰਤ ਕਾਲ ਨਾਰਾਇਣ ਸਿਮਰੈ, ਜਿਹੜਾ ਅੰਤ ਕਾਲ ਦੇ ਵਿੱਚ ਰੱਬ ਨੂੰ ਯਾਦ ਕਰਦਾ ਹੈ ਉਹ ਮੁਕਤ ਹੋ ਜਾਂਦਾ ਹੈ, ਤੇ ਤੁਸੀਂ ਕਹਿੰਦੇ ਹੋ ਵੀ ਅੰਤ ਕਾਲ ਵਿੱਚ ਰੱਬ ਨੂੰ ਯਾਦ ਕਰਨਾ ਚਾਹੀਦਾ। ਤੁਹਾਡਾ ਅੰਤਲਾ ਸਮਾਂ ਤੇ ਤੁਸੀਂ ਵੇਸਵਾ ਨੂੰ ਯਾਦ ਕਰ ਰਹੇ ਹੋ, ਕਾਰਨ ਕੀ ਹੈ?
ਉਹ ਸਾਧੂ ਨੇ ਆਖਿਆ ਤੁਸੀਂ ਵੇਸਵਾ ਨੂੰ ਬੁਲਾਓ, ਜਵਾਬ ਮੈਂ ਉਸ ਨੂੰ ਦਵਾਂਗਾ, ਤੁਹਾਨੂੰ ਨਹੀਂ। ਚੇਲੇ ਚਲੇ ਗਏ, ਜਾ ਕੇ ਆਵਾਜ਼ ਦਿੱਤੀ ਕਿ ਤੁਹਾਨੂੰ ਮਹਾਤਮਾ ਜੀ ਬੁਲਾ ਰਹੇ ਨੇ। ਮਹਾਤਮਾ ਦੇ ਕੋਲ ਉਹ ਆਈ ਵੇਸਵਾ, ਤੇ ਸੰਤਾਂ ਨੇ ਕੋਲ ਸੱਦ ਕੇ ਆਖਿਆ, ਧੀਏ ਜਿਹੜਾ ਸਵਾਲ ਰੋਜ਼ ਕਰਦੀ ਸਾਂ ਅੱਜ ਕਰ। ਜਦੋਂ ਉਸ ਵੇਸਵਾ ਨੇ ਵੇਖਿਆ ਸਾਧੂ ਦਾ ਆਖਰੀ ਸਮਾਂ ਹੈ, ਅੰਤਲੇ ਸਵਾਸਾਂ ਦੇ ਉੱਤੇ ਕੋਈ ਸ਼ਰਾਬ ਦੇ ਦੇਵੇਗਾ, ਪੁੱਜੀ ਹੋਈ ਆਤਮਾ ਮੈਂ ਸਮਝ ਨਹੀਂ ਸਕੀ, ਨਿਦਾਨ ਸਾਂ। ਹੁੰਦਾ ਇਸੇ ਤਰ੍ਹਾਂ ਹੀ ਹੈ, ਜਿਹੜਾ ਮਹਾਂਪੁਰਸ਼ ਜਿਸ ਵਕਤ ਹੋਵੇ ਨਾ, ਉਸ ਵਕਤ ਕਈ ਲੋਕ ਜਾਣਿਆ ਨਹੀਂ ਕਰਦੇ। ਬਾਬਾ ਨਾਨਕ ਜੀ ਨੂੰ ਕਈ ਲੋਕਾਂ ਨੇ ਭੂਤਨਾ ਆਖਿਆ, ਕਈਆਂ ਨੇ ਰੋੜੇ ਮਾਰੇ, ਕਈਆਂ ਆਖਿਆ ਤੇ ਬੇਤਾਲਾ, ਇਹ ਤਾਲ ਵਿੱਚ ਹੀ ਨਹੀਂ ਗਾਉਂਦਾ, ਬੜਾ ਕੁਝ ਆਖਿਆ। ਪਰ ਜਦੋਂ ਗੁਰੂ ਨਾਨਕ ਪਾਤਸ਼ਾਹ ਸਰੀਰ ਕਰਕੇ ਚਲੇ ਗਏ, ਅੱਜ ਉਹ ਦੁਨੀਆ ਮਹਾਰਾਜ ਦੇ ਚਰਨ ਫੜਦੀ। ਕਿਸੇ ਮਹਾਂਪੁਰਸ਼, ਕਿਸੇ ਧਰਮਾਤਮਾ ਰੱਬੀ ਰੂਹ ਦੇ ਜਾਣ ਤੋਂ ਬਾਅਦ ਕੋਈ ਸਮੇਂ ਬਾਅਦ ਪਤਾ ਲੱਗਦਾ ਹੈ ਕਿ ਉਹਦੀ ਹੈਸੀਅਤ ਕੀ ਸੀ, ਉਹ ਕਿਹੜੀ ਸਮਰੱਥਾ ਦਾ ਮਾਲਕ ਸੀ। ਵੇਸਵਾ ਨੇ ਆਖਿਆ, ਮਹਾਂਪੁਰਸ਼ੋ ਮੇਰੇ ਕੋਲੋਂ ਗਲਤੀ ਹੋ ਗਈ, ਮੈਂ ਨਹੀਂ ਸਮਝ ਸਕੀ ਤੁਹਾਨੂੰ, ਮੈਨੂੰ ਨਹੀਂ ਸੀ ਪਤਾ ਤੁਸੀਂ ਐਡੀ ਪੁੱਜੀ ਹੋਈ ਆਤਮਾ ਹੋ। ਸਾਧੂ ਨੇ ਆਖਿਆ, ਧੀਏ ਸਵਾਲ ਕਰ। ਵੇਸਵਾ ਨੇ ਡਰਦੀ ਹੋਈ ਕੰਬਦੀ ਜ਼ੁਬਾਨ ਨਾਲ ਆਖਿਆ, ਮਹਾਂਪੁਰਸ਼ੋ ਮੈਂ ਇਹੋ ਹੀ ਸਵਾਲ ਕਰਦੀ ਸਾਂ ਕਿ ਦੱਸੋ ਮੇਰੇ ਕੁੱਤੇ ਦੀ ਪੂਛ ਚਿੱਟੀ ਕਿ ਤੁਹਾਡੀ ਦਾੜੀ ਚਿੱਟੀ। ਉਸ ਰੱਬੀ ਆਤਮਾ ਨੇ ਆਪਣਾ ਸੁੰਦਰ ਦਾੜਾ ਸਫੈਦ ਦੋਵਾਂ ਹੱਥਾਂ ਵਿੱਚ ਲੈ ਕੇ ਆਖਿਆ, ਧੀਏ ਤੇਰੇ ਕੁੱਤੇ ਦੀ ਪੂਛ ਨਾਲੋਂ ਸਾਡੀ ਦਾੜੀ ਕਿਤੇ ਚਿੱਟੀ। ਠੀਕ ਹੈ, ਤੇਰੇ ਕੁੱਤੇ ਦੀ ਪੂਛ ਨਾਲੋਂ ਸਾਡੀ ਦਾੜੀ ਕਿਤੇ ਚਿੱਟੀ। ਵੇਸਵਾ ਨੇ ਆਖਿਆ, ਮਹਾਤਮਾ ਜੀ ਮੈਂ ਸਮਝੀ ਨਹੀਂ, ਇਸ ਗੱਲ ਦਾ ਜਵਾਬ ਤੇ ਤੁਸੀਂ ਪਹਿਲੇ ਦਿਨ ਵੀ ਦੇ ਸਕਦੇ ਸੀ। ਮਹਾਂਪੁਰਸ਼ ਨੇ ਆਖਿਆ, ਨਾ ਧੀਏ ਉਦੋਂ ਅਜੇ ਸਾਡੀ ਬੇੜੀ ਸਮੁੰਦਰ ਦੇ ਵਿੱਚ ਡੱਕੇ ਡੋਲੇ ਖਾਂਦੀ ਸੀ, ਪਤਾ ਨਹੀਂ ਸੀ ਕਿਹੜੇ ਵੇਲੇ ਚੱਪੂ ਹੱਥ ਵਿੱਚੋਂ ਤਿਲਕ ਜਾਂਦਾ ਤੇ ਬੇੜੀ ਡੁੱਬ ਜਾਂਦੀ। ਹੁਣ ਅਪਾਰ ਬਖਸ਼ਿਸ਼ ਪਰਮਾਤਮਾ ਦੀ ਹੋ ਚੁੱਕੀ ਹੈ, ਸਾਡੀ ਬੇੜੀ ਕਿਨਾਰੇ ਲੱਗ ਚੁੱਕੀ ਹੈ, ਹੁਣ ਡੁੱਬਣ ਤੇ ਡੋਲਣ ਦਾ ਕੋਈ ਸਵਾਲ ਪੈਦਾ ਨਹੀਂ ਹੁੰਦਾ। ਇਸ ਕਰਕੇ ਸਾਡੀ ਦਾੜੀ ਤੇਰੇ ਕੁੱਤੇ ਦੀ ਪੂਛ ਨਾਲੋਂ ਕਿਤੇ ਚਿੱਟੀ। ਜਿਹੜੇ ਐਸੇ ਮਹਾਂਪੁਰਸ਼ ਬਾਬਾ ਮਾਣਾ ਜੀ ਵਰਗੇ ਧਰਮਾਤਮਾ ਲੋਕ ਸੁੰਦਰ ਦਾੜਾ ਜਿਹੋ ਜੇ ਪ੍ਰਮਾਤਮਾ ਨੇ ਭੇਜੇ ਉਹੋ ਜੇ ਬਣ ਕੇ ਸਤਿਗੁਰੂ ਦੀ ਦਰਗਾਹ ਵਿੱਚ ਜਾਂਦੇ ਨੇ। ਫਿਰ ਗੁਰਬਾਣੀ ਦਾ ਫੈਸਲਾ, ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ। ਅੱਜ ਐਸੇ ਸਾਧੂ ਦੇ ਪਵਿੱਤਰ ਸਥਾਨਾਂ ਤੇ ਜੁੜ ਬੈਠੇ ਹੋ। ਆਓ ਤੁਹਾਡੇ ਦਰਸ਼ਨ ਦਿਦਾਰਿਆਂ ਦੀ ਖੁਸ਼ੀ ਅੰਦਰ ਫਤਿਹ ਅਰਜ਼ ਕਰਦਾ ਹਾਂ। ਉਮੀਦ ਕਰਦਾ ਹਾਂ ਯੋਗ ਜਵਾਬ ਦੇ ਕੇ ਧੰਨਵਾਦੀ ਬਣਾਓਗੇ। ਯਾਦ ਰੱਖਣਾ, ਜਦੋਂ ਅਸੀਂ ਫਤਿਹ ਦੀ ਸਾਂਝ ਪਾਵਾਂਗੇ ਇਸ ਦੇ ਵਿੱਚ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਆਵੇਗਾ। ਵਾਹਿਗੁਰੂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 13 ਵਾਰ ਆਇਆ। ਜਿਵੇਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 522 ਵਾਰ ਆਇਆ। ਅੱਲਾ ਸ਼ਬਦ 46 ਵਾਰ, ਅੰਤਰਜਾਮੀ ਸ਼ਬਦ 60 ਵਾਰ, ਸਤਨਾਮ ਸ਼ਬਦ 59 ਵਾਰ, ਹਰ ਸ਼ਬਦ 8344 ਵਾਰ, ਕਰਤਾ ਸ਼ਬਦ 228 ਵਾਰ, ਕ੍ਰਿਸ਼ਨ ਸ਼ਬਦ 22 ਵਾਰ, ਗੋਪਾਲ ਸ਼ਬਦ 491 ਵਾਰ, ਗੋਬਿੰਦ ਸ਼ਬਦ 475 ਵਾਰ, ਜਗਦੀਸ਼ ਸ਼ਬਦ 60 ਵਾਰ, ਠਾਕੁਰ ਸ਼ਬਦ 216 ਵਾਰ, ਦਾਤਾ ਸ਼ਬਦ 151 ਵਾਰ, ਨਾਰਾਇਣ ਸ਼ਬਦ 99 ਵਾਰ, ਨਿਰੰਕਾਰ ਸ਼ਬਦ 29 ਵਾਰ, ਕਰਤਾਰ ਸ਼ਬਦ 220 ਵਾਰ, ਮੂਲ ਮੰਤਰ 33 ਵਾਰ, ਪ੍ਰਭੂ ਸ਼ਬਦ 1371 ਵਾਰ, ਪਰਮੇਸ਼ਵਰ ਸ਼ਬਦ 139 ਵਾਰ, ਰਾਮ ਸ਼ਬਦ 2533 ਵਾਰ, ਭਗਵਾਨ ਸ਼ਬਦ 30 ਵਾਰ। ਇਸੇ ਤਰ੍ਹਾਂ ਵਾਹਿਗੁਰੂ ਸ਼ਬਦ 13 ਵਾਰ ਤੇ ਵਾਹਿਗੁਰੂ ਸ਼ਬਦ 3 ਵਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ। ਕੋਈ ਰਸਨਾ ਵਾਂਝੀ ਨਾ ਰਹਿ ਜਾਵੇ। ਇਹ ਯਾਦ ਰੱਖਣਾ, ਜਦੋਂ ਅਸੀਂ ਫਤਿਹ ਦੀ ਸਾਂਝ ਪਾਉਣੇ ਆ ਤੇ ਮਹਿਸੂਸ ਕਰਨਾ ਵੀ ਇਹ ਫਤਿਹ ਸਾਡੀ ਨਹੀਂ। ਇੱਕ ਅੰਗਰੇਜ਼ ਰਾਈਟਰ ਕਹਿੰਦਾ, ਦਾ ਵਿਕਟਰੀ ਦੈਟ ਆਫ ਦੀ ਗੋਡ ਇਜ਼ ਇਮੋਰਟਲ। ਫਤਿਹ ਅਕਾਲ ਪੁਰਖ ਪਰਮਾਤਮਾ ਦੀ ਹੈ। ਭੰਗਾਣੀ ਦਾ ਯੁੱਧ ਜਿੱਤਿਆ ਸੀ ਨਾ ਦਸਮ ਪਾਤਸ਼ਾਹ ਨੇ, ਤੇ ਸਿੱਖਾਂ ਨੇ ਆਖਿਆ ਮਹਾਰਾਜ ਵਧਾਈਆਂ। ਸਤਿਗੁਰੂ ਕਹਿੰਦੇ ਭਾਈ ਕਾਹਦੀਆਂ? ਤੇ ਸਿੱਖ ਕਹਿਣ ਲੱਗੇ ਮਹਾਰਾਜ ਤੁਹਾਡੀ ਫਤਿਹ ਹੋ ਗਈ। ਤੇ ਸਤਿਗੁਰੂ ਕਹਿੰਦੇ ਨਾ ਭਾਈ ਮੇਰੀ ਫਤਿਹ ਨਹੀਂ ਹੋਈ। ਸਿੱਖਾਂ ਆਖਿਆ ਪਾਤਸ਼ਾਹ ਫਿਰ ਕਿਸ ਦੀ ਫਤਿਹ ਹੋਈ ਹੈ? ਤੇ ਸਤਿਗੁਰੂ ਜੀ ਕਹਿਣ ਲੱਗੇ ਖਾਲਸੇ ਦੀ। ਤੇ ਸਿੱਖ ਹੈਰਾਨ ਹੋ ਕੇ ਕਹਿੰਦੇ ਪਾਤਸ਼ਾਹ ਫਿਰ ਖਾਲਸਾ ਵੀ ਤੇ ਤੁਹਾਡਾ ਹੀ ਹੈ। ਸਤਿਗੁਰੂ ਕਹਿੰਦੇ ਨਾ ਭਾਈ, ਨਾ ਖਾਲਸਾ ਮੇਰਾ ਨਾ ਫਤਿਹ ਮੇਰੀ। ਸਿੱਖ ਬੜੇ ਹੈਰਾਨ ਹੋਏ। ਮਹਾਰਾਜ ਫਿਰ ਜਿੱਥੇ ਤੁਹਾਡੀ ਸੋਚ ਸ਼ੁਰੂ ਹੁੰਦੀ ਹੈ ਨਾ ਸਾਡੀ ਉੱਥੋਂ ਖਤਮ ਹੋ ਜਾਂਦੀ ਹੈ। ਕਿਰਪਾ ਕਰਕੇ ਤੁਸੀਂ ਦੱਸ ਦਿਓ ਵੀ ਖਾਲਸਾ ਕਿਹਦਾ ਤੇ ਫਤਿਹ ਕਿਹਦੀ ਹੈ? ਭੰਗਾਣੀ ਪਿੰਡ ਵਿੱਚ ਜੰਗ ਜਿੱਤਣ ਤੋਂ ਬਾਅਦ ਫਿਰ ਦਸਮ ਪਾਤਸ਼ਾਹ ਨੇ, ਦਸਮ ਪਾਤਸ਼ਾਹ ਦੀ ਪਹਿਲੀ ਜੰਗ ਹੈ ਭੰਗਾਣੀ ਦੀ। ਉਹ ਜੰਗ ਜਿੱਤਣ ਤੋਂ ਬਾਅਦ ਸਤਿਗੁਰਾਂ ਨੇ ਸਿੱਖਾਂ ਨੂੰ ਇਕੱਠੇ ਕਰਕੇ ਆਖਿਆ ਭਾਈ ਤੁਸੀਂ ਜਾਣਨਾ ਚਾਹੁੰਦੇ ਹੋ ਖਾਲਸਾ ਕਿਹਦਾ ਤੇ ਫਤਿਹ ਕਿਹਦੀ? ਫਿਰ ਸੁਣੋ ਆਓ, ਨਾਲੇ ਹੁਣ ਸਾਨੂੰ ਪਤਾ ਲੱਗ ਜਾਵੇਗਾ, ਨਾਲੇ ਜੋ ਸਤਿਗੁਰਾਂ ਨੇ ਸਾਨੂੰ ਹੁਕਮ ਕੀਤਾ
आगे आवत सिंह जो पावे, वाहेगुरु जी की फतेह बुलावे। सतगुरां ने दोनों हाथ जोड़ के आख्या सिखो वाहेगुरु जी का खालसा, वाहेगुरु जी की फतेह। महाराज कहने लगे सिखो खालसा भी वाहेगुरु दा है ते फतेह भी वाहेगुरु दी है। मैं पहली दफा बतौर ढाडी जथा आप सिख संगत दर्शनदारे कर रहा। गुरु किरपा करे, मैं धन्नवाद करदा सतगुरु गुरु ग्रंथ साहिब जी का, जिन्हां ने 84 ਲੱਖ जून के विचों सर्वोत्तम जून मनुख की बख्शिश करके अज के दिन नूं सफला कर ली, अपनी गोदी विच बिठा के निग माणिया, निग मानण का मौका दिता। सतगुरु किरपा करे। वेखो संगत जी, मैं अक्सर बेनती करया करदा, पता नहीं जेड़े शरीर पिछले साल तुहाडे विच बैठे सी, इस वार वो शरीर करके किन्ने चले गए, किन्ने पिंड विचों तुहाडे शरीर उठ गए। झाती मार के वेख लैनी। रब ना करे आने वाले समय में पता नहीं अपने विचों मैं अपनी गल करा भी पता नहीं मैं भी शरीर करके अगले साल तुहाडे विच होना कि नहीं होना। मरण लिखाए मंडल में आए, पहला मौत लिखा के फिर आपां आए हां, पर असीं भागां वाले तां कि अज सानू सतगुरु की संगत मानण दा मौका मिलिया है। 100 दिन सफल गणिया, हर प्रभु मिलाया राम। जे दिन परमात्मा की प्राप्ति हो जाए दिन सफल हो जाता है। सतगुरु जी का धन्नवाद है। धन्नवाद करदा सत्कारयोग भाई कृपाल सिंह साहब जी का, जिन्हों ने सत्कारयोग भाई अवतार सिंह जी सोनू, भाई परमजीत सिंह जी यूके और समुचे कविशरी जथे द्वारा तुहाडे दर्शन दिदारे कराए ने। उन्हां वल्लों बेअंत प्यार। भाई मलकीत सिंह जी शाम नगर बहुत विद्वान हाँ, उन्हां वल्लों बेअंत प्यार। भाई सरवण सिंह जी उन्हां वल्लों, भाई पलविंदर सिंह जी उन्हां वल्लों बेअंत प्यार और भाई सरवण सिंह जी कविशर सिंह उन्हां वल्लों बेअंत असीसां आईयां ने। आओ एक समुचा अरदासा कह के ते मैं तुहाडे नाल अज दी एक अलौकिक और लसानी घटना साझी कर लगा। एक बार आखो जी, नानक नाम चढ़दी कला, तेरे पाने सरबत दा पला। जितने कि तुसी टिके हो ना, बड़े आनंद विच टिके हो, ते आपां भी उन्ना कुछ चिर हाज़री भरनी जिन्ना कुछ चिर तुसी टिके रहे। सिख धर्म दे बानी गुरु नानक पातशाह ने, भाई गुरदास जी कहंदे, मारिया सिक्का जगत विच, नानक निर्मल पंथ चलाया। उस गुरु नानक पातशाह ने निर्मल पंथ आरंभ किया सुल्तानपुर लोधी की धरती तो, उदासियां दे सफर विच। याद रखो, जिहड़ी पहली उदासी गुरु नानक पातशाह ने की, ਉਹਦੇ ਵਿੱਚ ਨੀਅਰ ਅਬਾਊਟ 56 ਲਗਭਗ 56 ਸ਼ਹਿਰਾਂ ਵਿੱਚ ਗੁਰੂ ਨਾਨਕ ਪਾਤਸ਼ਾਹ ਆਪਣੇ ਚਰਨਾਂ ਨਾਲ ਤੁਰ ਕੇ ਗਏ। 1507 ਈਸਵੀ ਹੈ, ਇੱਕ ਅਸੂ ਹੈ, ਗੁਰੂ ਨਾਨਕ ਪਾਤਸ਼ਾਹ ਸੁਲਤਾਨਪੁਰ ਤੋਂ ਤੁਰ ਪਏ। ਸਭ ਤੋਂ ਪਹਿਲਾਂ ਪਹੁੰਚੇ ਲਾਹੌਰ, ਲਾਹੌਰ ਤੋਂ ਰਾਏਪੁਰ ਦੀ ਤਲਵੰਡੀ, ਰਾਏਪੁਰ ਦੀ ਤਲਵੰਡੀ ਤੋਂ ਸੈਦਪੁਰ, ਸੈਦਪੁਰ ਤੋਂ ਹਰਿਦੁਆਰ, ਹਰਿਦੁਆਰ ਤੋਂ ਅਲਮੋੜਾ, ਅਲਮੋੜੇ ਤੋਂ ਗੋਰਖਮਤਾ, ਗੋਰਖਮਤੇ ਤੋਂ ਅਯੁੱਧਿਆ, ਅਯੁੱਧਿਆ ਤੋਂ ਪ੍ਰਯਾਗ, ਪ੍ਰਯਾਗ ਤੋਂ ਬਨਾਰਸ, ਬਨਾਰਸ ਤੋਂ ਗਿਆ, ਗਿਆ ਤੋਂ ਗੁਹਾਟੀ, गुवाहाटी तो मणिपुर के रत्ते सिलट, सिलट तो ढाका, ढाका तो नदिया, नदिया तो मेदनीपुर बंगाल विच, मेदनीपुर तो पुरी, पुरी तो बेजवाड़ा, बेजवाड़ा तो गुंतूर, गुंतूर तो कुड़ापा, कुड़ापा तो रमेश्वर, रमेश्वर तो सिंगलादीप, सिंगलादीप तो कोचीन, कोचीन तो पालकाड़, पालकाड़ तो नीलगिरी, नीलगिरी तो श्री रंगापटम, श्री रंगापटम तो मलक राजन मंदिर, मलक राजन मंदिर तो पांदरपुर, पांदरपुर तो बारसी, बारसी तो पूना, पूना तो नासिक, नासिक तो औरंगाबाद, औरंगाबाद तो ओंकार मंदिर, ओंकार मंदिर तो उज्जैन, उज्जैन तो बड़ौदा, बड़ौदा तो भावनगर, भावनगर तो पालीटाना, पालीटाना तो सोमनाथ, सोमनाथ तो द्वारका, द्वारका तो ओखा बंदर, ओखा बंदर तो माड़वी बंदर, माड़वी बंदर तो भुज, भुज तो अंजार, अंजार तो बीसनगर, बीसनगर तो आबू, आबू तो नाथद्वारा, नाथद्वारा तो चित्तौड़, चित्तौड़ तो जमेर, जमेर तो पुष्कर, पुष्कर तो मथुरा, मथुरे तो दिल्ली, दिल्ली तो पानीपत, पानीपत तो पिहोवा, पिहोवे तो सरसा, ਅਤੇ ਸਰਸੇ ਤੋਂ ਸੁਲਤਾਨਪੁਰ ਲੋਧੀ ਗੁਰੂ ਨਾਨਕ ਪਾਤਸ਼ਾਹ ਆਏ। ਹੁਣ ਤੁਹਾਡੇ ਮਨ ਵਿੱਚ ਸਵਾਲ ਪੈਦਾ ਹੋਇਆ ਨਾ ਵੀ ਗੁਰੂ ਨਾਨਕ ਪਾਤਸ਼ਾਹ ਨੇ ਸਫ਼ਰ ਵਿੱਚ ਕੀਤਾ ਕੀ ਤੇ ਭਾਈ ਜੀ ਨੇ ਗਿਣਾਇਆ ਕਿਉਂ? ਭਾਈ ਗੁਰਦਾਸ ਦੀ ਇੱਕ ਪੰਕਤੀ ਦੀ ਮੋਹਰ ਲਾ ਕੇ ਅਗਾਂਹ ਚੱਲਣ ਦਾ ਯਤਨ ਕਰਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਚੜਿਆ ਸੋਧਣ ਧਰਤ ਲੁਕਾਈ। ਗੁਰੂ ਨਾਨਕ ਪਾਤਸ਼ਾਹ ਨੇ ਡੁੱਬੀ ਹੋਈ ਮਨੁੱਖਤਾ ਨੂੰ ਤਾਰਨ ਵਾਸਤੇ ਸਫ਼ਰ ਜਾਰੀ ਕਰ ਦਿੱਤੇ। ਇਹੋ ਗੁਰਤਾ ਗਦੀ ਜੋ ਦਸਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਰੂਪ ਵਿੱਚ ਆਈ ਤੇ ਉਹਨਾਂ ਨੇ ਖਾਲਸਾ ਪੰਥ ਹੋਂਦ ਵਿੱਚ ਲੈ ਆਂਦਾ। ਵਾਹਿਦ ਦੁਨੀਆ ਦਾ ਸਿੱਖ ਧਰਮ ਐਸਾ ਧਰਮ ਹੈ ਜਿਹੜਾ ਕੀਰਤਨ ਦੀਆਂ ਧੁਨਾਂ ਤੋਂ ਆਰੰਭ ਹੋਇਆ ਤੇ ਦੋ ਧਾਰੇ ਖੰਡੇ ਦੀ ਧਾਰ ਤੇ ਜਾ ਕੇ ਸੰਪੂਰਨ ਹੋਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਸਾਜਿਆ ਜਿਹੜਾ ਸਰਕਾਰਾਂ ਨੂੰ ਚੁਭਿਆ। ਉਦੋਂ ਹੀ ਨਹੀਂ, ਅੱਜ ਵੀ ਬੜਾ ਚੁਭਦਾ ਹੈ, ਅੱਜ ਵੀ ਉਹਨਾਂ ਨੂੰ ਕੰਡੇ ਵਾਂਗ ਰੜਕਦਾ ਹੈ। ਸਾਡੇ ਗਾਤਰੇ ਪਈ ਹੋਈ ਸ਼੍ਰੀ ਸਾਹਿਬ ਉਹਨਾਂ ਨੂੰ ਸਿਖਾਉਂਦੀ ਨਹੀਂ। ਏਜੰਡਾ ਉਹਨਾਂ ਨੇ ਮਚਿਆ ਹੋਇਆ ਹੈ ਕਿ ਖਾਲਸਾ ਪੰਥ ਪੰਜਾਬ ਦੇ ਅਤੇ ਦੁਨੀਆ ਭਰ ਦੇ ਨਕਸ਼ੇ ਤੋਂ ਖਤਮ ਕਰ ਦੇਣਾ।
ਨੀਅਰ ਅਬਾਊਟ 195 ਦੇਸ਼ਾਂ ਦੇ ਵਿੱਚੋਂ ਲਗਭਗ 160 ਦੇਸ਼ਾਂ ਦੇ ਵਿੱਚ ਕੇਸਰੀ ਨਿਸ਼ਾਨ ਸਾਹਿਬ ਝੂਲਦਾ ਹੈ। ਇਹ ਖਾਲਸੇ ਦੀ ਪ੍ਰਾਪਤੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਨਾ ਕੋਈ ਦੁਨੀਆ ਤੋਂ ਮਿਟਾ ਸਕਿਆ ਅਤੇ ਨਾ ਮਿਟਾ ਸਕੇਗਾ। ਇਹ ਖਾਲਸਾ ਪੰਥ 22 ਧਾਰ ਦੇ ਅਕਿਰਤ ਕਣ ਰਾਜਾਂ ਨੂੰ ਕੰਡੇ ਵਾਂਗ ਚੁੱਭਿਆ, ਔਰੰਗਜ਼ੇਬ ਦੇ ਸਾਹਮਣੇ ਜਾ ਕੇ ਪਿੱਟੇ। ਉਹਨਾਂ ਆਖਿਆ ਬਾਦਸ਼ਾਹ ਸਲਾਮਤ, ਆਪ ਜੀ ਦਾ ਇਕਬਾਲ ਬੁਲੰਦ ਹੋਵੇ, ਪਰ ਸਾਨੂੰ ਹੁਣ ਜਾਪਦਾ ਬਹੁਤਾ ਚਿਰ ਰਹਿਣ ਵਾਲਾ ਨਹੀਂ। 7 ਕੱਪੜੀ ਅੱਗ ਲੱਗ ਉੱਠੀ ਬਾਦਸ਼ਾਹ ਔਰੰਗਜ਼ੇਬ ਨੂੰ। ਇੱਕ ਪਾਸੇ ਕਹਿੰਦੇ ਹੋ ਤੇਰਾ ਇਕਬਾਲ ਬੁਲੰਦ ਹੋਵੇ, ਦੂਜੇ ਪਾਸੇ ਕਹਿੰਦੇ ਹੋ ਬਹੁਤਾ ਚਿਰ ਰਹਿਣ ਵਾਲਾ ਨਹੀਂ। ਕਾਰਨ ਕੀ ਹੈ? ਮੈਂ ਇੱਕ ਸ਼ਬਦ ਵਰਤਿਆ, ਜੇ ਤੁਸੀਂ ਗੌਰ ਕੀਤਾ ਹੋਵੇ, ਕਿ ਬਾਦਸ਼ਾਹ ਔਰੰਗਜ਼ੇਬ ਨੂੰ 7 ਕੱਪੜੀ ਅੱਗ ਲੱਗ ਉੱਠੀ। ਹੁਣ ਸਵਾਲ ਪੈਦਾ ਹੁੰਦਾ ਵੀ 7 ਕੱਪੜੇ ਹੁੰਦੇ ਕਿਹੜੇ ਨੇ, ਇਹਨਾਂ ਨੂੰ ਅੱਗ ਲੱਗਦੀ ਕਿਵੇਂ ਹੈ? ਮੈਨੂੰ ਮਾਫ ਕਰਿਓ, ਅਸੀਂ ਆਪਣੀ ਪੰਜਾਬੀ ਭਾਸ਼ਾ, ਪੰਜਾਬੀ ਮੁਹਾਵਰੇ, ਪੰਜਾਬੀ ਕਹਾਵਤਾਂ ਨਾਲੋਂ ਟੁੱਟ ਗਏ। ਸਾਡੇ ਵਿੱਚ ਨਾ ਇੱਕ ਬਿਮਾਰੀ ਚੱਲ ਪਈ ਹੈ, ਉਹ ਬਿਮਾਰੀ ਹੈ ਆਈਲੈਟਸ ਦੀ। ਆਈਲੈਟਸ ਦਾ ਮਤਲਬ ਹੈ ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ, ਕਿ ਇੱਕ ਅੰਤਰਰਾਸ਼ਟਰੀ ਅੰਗਰੇਜ਼ੀ ਭਾਸ਼ਾ ਸਿੱਖਣ ਦਾ ਤਰੀਕਾ। ਭਾਸ਼ਾ ਕੋਈ ਵੀ ਮਾੜੀ ਨਹੀਂ, ਸਿੱਖਣੀ ਚਾਹੀਦੀ। ਮੈਂ ਵੀ ਉਰਦੂ ਸਿੱਖਦਾ, ਮੇਰਾ ਸ਼ੌਂਕ ਹੈ। ਨਾਲ ਅਸੀਂ ਐਮਏ ਹਿਸਟਰੀ ਦੇ ਵਿਦਿਆਰਥੀ ਵੀ ਹਾਂ। ਹਰ ਇੱਕ ਨੂੰ ਹਰ ਇੱਕ ਭਾਸ਼ਾ ਸਿੱਖਣੀ ਚਾਹੀਦੀ ਹੈ, ਇਸ ਵਿੱਚ ਕੋਈ ਸ਼ੱਕ ਨਹੀਂ। ਪਰ ਦੁੱਖ ਉਦੋਂ ਹੁੰਦਾ ਜਦੋਂ ਅਸੀਂ ਆਪਣੀ ਮਾਤ ਭਾਸ਼ਾ ਨੂੰ ਭੁੱਲ ਜਾਂਦੇ ਹਾਂ। ਅਸੀਂ ਆਪਣੀ ਮਾਂ ਵੱਲੋਂ ਸਿਖਾਈ ਗਈ ਬੋਲੀ, ਜਿਸ ਨੂੰ ਅਸੀਂ ਮਾਂ ਬੋਲੀ ਕਹਿੰਦੇ ਆ, ਉਹਨੂੰ ਭੁੱਲਦੇ ਜਾ ਰਹੇ ਆ ਅਤੇ ਅਸੀਂ ਬਗਾਨਿਆਂ ਨੂੰ ਆਪਣੇ ਘਰ ਵਾੜਨ ਦਾ ਯਤਨ ਕੀਤਾ। ਮਾਰ ਵੀ ਤਾਂ ਅਸੀਂ ਤਾਈਓ ਖਾਧੀ ਨਾ। ਸਾਡਾ ਗੰਢ ਜੋੜ ਕੀਤਾ ਗਿਆ ਬੀਜੇਪੀ ਦੇ ਨਾਲ, ਉਹ ਸਾਨੂੰ ਲੈ ਡੁੱਬਣਾ ਸੀ ਜੇ ਤੁਹਾਡਾ ਇਕੱਠ ਨਾ ਹੁੰਦਾ ਦੇ। ਆ ਤੁਹਾਡੇ ਇਕੱਠ ਨੇ ਯੂਨਿਟੀ ਦਾ ਸਟਰੈਂਥ, ਏਕਤਾ ਵਿੱਚ ਬਲ ਦੇ ਕਾਰਨ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਬੋਲ ਕੇ ਗਏ ਨੇ, ਤੁਹਾਡੀ ਏਕਤਾ ਨੇ ਉਹਨਾਂ ਦੇ ਅਸਤੀਫੇ ਦੇਣ ਤੇ ਉਹਨਾਂ ਨੂੰ ਮਜਬੂਰ ਕਰ ਦਿੱਤਾ। ਜੇ ਤੁਹਾਡੀ ਏਕਤਾ ਨਾ ਹੁੰਦੀ ਸੱਜਣੋ, ਤੇ ਜਿਹੜੇ ਉਹਨਾਂ ਨੇ ਆਰਡੀਨੈਂਸ ਬਿੱਲ ਬਣਾਏ ਸੀ ਕੰਟੈਂਟ ਫਾਰਮਿੰਗ, ਉਹਦੇ ਵਿੱਚ ਕੀ ਕੀ ਸੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਅਸੀਂ ਇੱਥੇ ਮੁਜ਼ਾਰੇ ਬਣ ਕੇ ਰਹਿ ਜਾਣਾ ਸੀ। ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਦੇ ਜਾਇਦਾਦਾਂ ਦੇ ਮਾਲਕ ਬਣਾਇਆ, ਅਸੀਂ ਫੇਰ ਦਿਹਾੜੀਦਾਰ ਦੇ ਦਿਹਾੜੀਦਾਰ ਰਹਿ ਜਾਣਾ ਸੀ। ਬਦਕਿਸਮਤੀ ਅਸੀਂ ਬਗਾਨਿਆਂ ਨੂੰ ਨੇੜੇ ਲਾਉਣੇ ਆ ਤੇ ਆਪਣਿਆਂ ਨੂੰ ਦੂਰ ਕਰਦੇ ਆ। ਇਹ ਵਿਸ਼ਾ ਬਹੁਤ ਲੰਬਾ ਹੈ, ਜੇ ਮੈਂ ਬੋਲਦਾ ਜਾਵਾਂ ਤੇ ਸ਼ਾਇਦ ਹੀ ਸ਼ਾਮ ਪੈ ਜਾਵੇ, ਪਰ ਇਹ ਵਿਸ਼ੇ ਖਤਮ ਨਾ ਹੋਣ। ਮੈਂ ਜਿਹੜਾ ਪ੍ਰਸੰਗ ਤੁਹਾਡੇ ਨਾਲ ਕਹਿਣਾ ਚਾਹੁੰਦਾ, ਸਾਂਝਾ ਕਰਨਾ ਚਾਹੁੰਦਾ ਹਾਂ, ਮੈਂ ਚਾਹੁੰਦਾ ਰਹਿੰਦੇ ਹੋਏ ਸਮੇਂ ਵਿੱਚ ਉਸ ਦਾ ਰਿਜ਼ਲਟ ਵੀ ਕੱਢ ਦੇਵਾਂ। 7 ਕੱਪੜੀ ਅੱਗ ਲੱਗ ਜਾਣਾ, ਹਰ ਇੱਕ ਕਹਾਵਤ ਪਿੱਛੇ ਕੋਈ ਨਾ ਕੋਈ ਲੌਜਿਕ ਜ਼ਰੂਰ ਹੋਇਆ ਕਰਦਾ ਹੈ, ਕੋਈ ਨਾ ਕੋਈ ਹਿਸਟਰੀ, ਕੋਈ ਤੱਥ ਕੰਮ ਕਰਿਆ ਕਰਦੇ ਨੇ। ਸਿਆਣਿਆਂ ਨੇ ਤੱਤ ਕੱਢਿਆ। ਵੈਸੇ ਸਿਆਣਿਆਂ ਦੀ ਇੱਕ ਕਹਾਵਤ ਹੈ ਵੀ ਜਿਹੜੀ ਅਕਲ ਹੈ ਨਾ, ਇਹ ਗਿਰੀਆਂ ਬਦਾਮ ਖਾਣ ਨਾਲ ਨਹੀਂ ਜਿਉਂਦੀ, ਇਹ ਆਉਂਦੀ ਹੈ ਜ਼ਿੰਦਗੀ ਵਿੱਚ ਵਿਚਰਿਆਂ ਤਜਰਬੇ ਦੇ ਨਾਲ, ਧੱਕੇ ਖਾਦਿਆਂ। ਉਮਰ ਹੰਢਾ ਲਵੇ ਬੰਦਾ ਤੇ ਸ਼ਾਇਦ ਉਸ ਨੂੰ ਅਕਲ ਆ ਜਾਵੇ, ਪਰ ਕਈ ਵਾਰ ਇਹ ਵੀ ਹੁੰਦਾ ਵੀ ਬੰਦੇ ਦੀ ਉਮਰ ਵੀ ਲੰਘ ਗਈ, ਦਾੜਾ ਵੀ ਚਿੱਟਾ ਹੋ ਗਿਆ, ਕੇਸ ਵੀ ਚਿੱਟੇ ਹੋ ਗਏ ਤੇ ਅਕਲ ਉਸ ਨੂੰ ਫਿਰ ਵੀ ਨਹੀਂ ਆਈ। ਪਰ ਸਿਆਣਿਆਂ ਨੇ ਤੱਤ ਕੱਢਿਆ ਵੀ 7 ਕੱਪੜੇ, ਆ 2 ਅੱਖਾਂ ਦੇ ਛੇਕ, 2 ਨੱਕ ਦੇ ਛੇਕ, 2 ਕੰਨਾਂ ਦੇ ਛੇਕ ਅਤੇ 1 ਮੂੰਹ ਦਾ ਛੇਕ, ਇਹਨੂੰ 7 ਕੱਪੜੇ ਕਹਿੰਦੇ ਨੇ। ਹੁਣ ਤੁਹਾਡੇ ਮਨ 'ਚ ਸਵਾਲ ਪੈਦਾ ਹੋਣਾ ਵੀ ਇਹਨੂੰ ਅੱਗ ਲੱਗਦੀ ਕਿਵੇਂ ਹੈ। ਇਸ ਤੋਂ ਬਾਅਦ ਐਕਸਪੈਰੀਮੈਂਟ ਨਾ ਕਰਨਾ, ਜੇ ਪਹਿਲਾਂ ਕਿਤੇ ਆ ਤੇ ਝਾਤੀ ਮਾਰ ਕੇ ਵੇਖ ਲਿਓ। ਜਦੋਂ ਕਿਸੇ ਬੰਦੇ ਦੀ ਕਿਸੇ ਨਾਲ ਲੜਾਈ ਹੋ ਜਾਵੇ, ਝਗੜਾ ਹੋ ਜਾਵੇ, ਕਲੇਸ਼ ਹੋ ਜਾਵੇ, ਤੇ ਜਾਂ ਕੋਈ ਝੂਠੇ ਬੰਦੇ ਨੂੰ ਸੱਚ ਦਾ ਸ਼ੀਸ਼ਾ ਸਾਹਮਣੇ ਵਿਖਾ ਦੇਵੇ, ਉਹਦੀਆਂ ਅੱਖਾਂ ਗੁੱਸੇ ਵਿੱਚ ਲਾਲ ਹੋ ਜਾਂਦੀਆਂ ਨੇ, ਨਾਸਾਂ ਬੀਕਾਨੇਰੀ ਸਾਣ ਵਾਂਗ ਫਲਾਫਲਾ ਅੱਗੇ ਨੂੰ ਵੱਧਦਾ ਹੈ, ਕੰਨਾਂ 'ਚੋਂ ਸੇਕ ਨਿਕਲਦਾ ਹੈ, ਤੇ 7ਵਾਂ ਕੱਪੜਾ ਜ਼ੁਬਾਨ। ਫਿਰ ਇਸ ਤੇ ਐਸੀ ਅੱਗ ਲੱਗਦੀ ਹੈ ਜਿਤਨੇ ਮਰਜ਼ੀ ਸਮੁੰਦਰਾਂ ਦਾ ਪਾਣੀ ਪਾ ਲਓ, ਇਹ ਫਿਰ ਜ਼ੁਬਾਨ ਤੇ 7ਵੇਂ ਕੱਪੜੇ ਤੇ ਐਸੀ ਅੱਗ ਲੱਗਦੀ, ਨਾ ਕਿਸੇ ਦੀ ਮਾਂ ਦੀ ਇੱਜ਼ਤ ਵੇਖਦੀ ਹੈ, ਨਾ ਕਿਸੇ ਦੀ ਭੈਣ ਦੀ ਇੱਜ਼ਤ ਅਤੇ ਨਾ ਕਿਸੇ ਦੀ ਧੀ ਦੀ ਇੱਜ਼ਤ। ਲੋਕ ਕਹਿੰਦੇ ਤੈਨੂੰ 7 ਕੱਪੜੀ ਅੱਗ ਲੱਗ ਉੱਠੀ। ਬਾਦਸ਼ਾਹ ਔਰੰਗਜ਼ੇਬ ਕੱਪੜਿਆਂ ਤੋਂ ਲਾਂਭੇ ਹੋ ਕੇ ਬੈਠ ਗਿਆ। ਉਹਨੇ ਆਖਿਆ ਕਹਿਣਾ ਕੀ ਚਾਹੁੰਦੇ ਹੋ? ਇੱਕ ਪਾਸੇ ਕਹਿੰਦੇ ਹੋ ਤੇਰਾ ਇਕਬਾਲ ਬੁਲੰਦ ਹੋਵੇ, ਦੂਜੇ ਪਾਸੇ ਕਹਿੰਦੇ ਹੋ ਬਹੁਤਾ ਚਿਰ ਰਹਿਣਾ ਨਹੀਂ। ਉਹਨਾਂ ਮੁੱਕਦੀ ਗੱਲ, ਇੰਨੀ ਗੱਲ ਕਹਿ ਕੇ ਛੁਟਕਾਰਾ ਕੀਤਾ। ਬਾਦਸ਼ਾਹ ਸਲਾਮਤ, ਗੁਰੂ ਗੋਬਿੰਦ ਸਿੰਘ ਨੇ ਇੱਕ ਐਲਾਨ ਕਰ ਦਿੱਤਾ ਹੈ। ਉਹ ਕਹਿੰਦਾ ਮੇਰਾ ਖਾਲਸਾ ਪੰਥ ਕਿਸੇ ਦੇ ਅਧੀਨ ਨਹੀਂ। ਜੇ ਗੁਰੂ ਗੋਬਿੰਦ ਸਿੰਘ ਤੇ ਕਾਬੂ ਨਾ ਪਾਇਆ ਗਿਆ ਵਕਤ ਸਿਰ, ਯਾਦ ਰੱਖ ਅੱਜ ਸਾਡੀਆਂ ਰਿਆਸਤਾਂ ਖਤਰੇ ਵਿੱਚ ਨੇ। ਉਹ ਦਿਨ ਦੂਰ ਨਹੀਂ ਜਦੋਂ ਤੇਰੇ ਦਿੱਲੀ ਦਾ ਤਖਤ ਗੁਰੂ ਗੋਬਿੰਦ ਸਿੰਘ ਹਿਲਾ ਕੇ ਰੱਖ ਦੇਵੇਗਾ। ਬਾਦਸ਼ਾਹ ਔਰੰਗਜ਼ੇਬ ਨੇ ਨਵਾਬ ਅਦੀਨਾ ਬੇਗ ਨੂੰ ਭੇਜ ਦਿੱਤਾ,
ਨਾਲ ਅਕਿਰਤ ਕਣ 22 ਧਾਰ ਦੀਆਂ ਰਿਆਸਤਾਂ ਦੇ ਰਾਜੇ ਅਦੀਨਾ ਬੇਗ ਦੇ ਰਲ ਕੇ ਇਹਨਾਂ ਆਨੰਦਗੜ੍ਹ ਦੇ ਕਿਲਿਆਂ ਤਾਈਂ ਘੇਰਾ ਪਾ ਲਿਆ। 2 ਮਹੀਨੇ ਘੇਰਾ ਚੱਲਿਆ, ਪਰ ਨਤੀਜਾ ਨਵਾਬ ਅਦੀਨਾ ਬੇਗ ਅਤੇ ਰਾਜਿਆਂ ਦੇ ਉਲਟ ਜਾ ਨਿਕਲਿਆ। ਜਦੋਂ ਨਵਾਬ ਅਦੀਨਾ ਬੇਗ ਵਾਪਸ ਚੱਲਿਆ ਤੇ ਰਾਜਿਆਂ ਨੇ ਆਖਿਆ, ਨਵਾਬ ਸਾਹਿਬ ਤੁਸੀਂ ਇਸ ਗੱਲੋਂ ਚੱਲੇ ਹੋ ਕਿ ਸਾਡੀ ਫੌਜ ਦੀ ਮੈਦਾਨੇ ਜੰਗ ਹਾਰ ਹੋ ਗਈ, ਅਸੀਂ ਤੁਹਾਨੂੰ ਇੱਕ ਬੇਨਤੀ ਕਰਨੀ, ਜੇ ਪ੍ਰਵਾਨ ਕਰ ਲਓ। ਨਵਾਬ ਨੇ ਆਖਿਆ, ਬੋਲੋ ਕੀ ਕਹਿਣਾ ਚਾਹੁੰਦੇ ਹੋ। ਰਾਜਾ ਕੇਸਰੀ ਚੰਦ ਕੋਲ ਆਇਆ, ਉਹਨੇ ਆਖਿਆ ਮੇਰੀ ਵਿਚਾਰ ਨਾਲ ਜੇ ਸਹਿਮਤ ਹੋ ਜਾਓ ਤੇ ਮੁੱਕਦੀ ਗੱਲ ਤੇ ਇੰਨੀ ਹੈ ਕਿ ਗੁਰੂ ਗੋਬਿੰਦ ਸਿੰਘ ਨੂੰ ਗ੍ਰਿਫਤਾਰ ਕਰਨਾ ਵਿਉਂਤ ਤੁਹਾਨੂੰ ਮੈਂ ਦੱਸ ਦੇਣਾ, ਸਾਥ ਸਾਡਾ ਤੁਸੀਂ ਦੇ ਦਿਓ। ਗੁਰੂ ਗੋਬਿੰਦ ਸਿੰਘ ਘੜੀ 'ਚ ਵੀ ਫੜਿਆ ਤੇ ਪਲ 'ਚ ਵੀ ਫੜਿਆ। ਉਹਨਾਂ ਇੱਕ ਵਿਚਾਰ ਕਰ ਲਈ। ਇਧਰੋਂ CID ਵਿਭਾਗ ਦੇ ਰਿਪੋਰਟਰ ਨੇ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਾਰੀਆਂ ਖਬਰਾਂ ਦਸੀਆਂ। ਉਹਨੇ ਆਖਿਆ, ਪਾਤਸ਼ਾਹ ਰਾਜੇ ਰਲ ਗਏ ਨੇ ਨਵਾਬ ਅਦੀਨਾ ਬੇਗ ਦੇ ਨਾਲ, ਉਹਨਾਂ ਇੱਕ ਵਿਚਾਰ ਕਰ ਲਈ ਹੈ। ਵਿਚਾਰ ਕੀ ਦੱਸਣ ਲੱਗਾ, ਸਿੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਖਲੋਤਾ ਹੈ। ਇਹ ਢਾਡੀ ਕਲਾ ਦੀ ਸੁੰਦਰ ਵਣਗੀ ਰਸਾਲੂ। ਮੈਂ ਬੇਨਤੀ ਕਰਾਂ, ਮੇਰੇ ਪੂਜਾ ਪਿਤਾ ਉਸਤਾਦ ਗਿਆਨੀ ਮਿਲਖਾ ਸਿੰਘ ਮੌਜੀ ਸਾਹਿਬ, ਦਾਦਾ ਉਸਤਾਦ ਗਿਆਨੀ ਕੁਲਵੰਤ ਸਿੰਘ BA ਸਾਹਿਬ ਅਤੇ ਪੜਦਾਦਾ ਉਸਤਾਦ, ਤੁਹਾਡੇ ਵਿੱਚੋਂ ਬਹੁਤਿਆਂ ਨੇ ਦਰਸ਼ਨ ਕੀਤੇ ਹੋਣਗੇ। ਸ਼੍ਰੋਮਣੀ ਢਾਡੀ, ਢਾਡੀਆਂ ਦੇ ਪਿਤਾਮਾ, ਢਾਡੀਆਂ ਦੇ ਪੈਗੰਬਰ ਸੁਲਤਾਨਨ ਢਾਡੀ, ਸੱਚਖੰਡ ਵਾਸੀ, ਗੁਰਪੁਰ ਵਾਸੀ, ਸਤਿਕਾਰਯੋਗ ਪੜਦਾਦਾ ਉਸਤਾਦ ਗਿਆਨੀ ਸੋਹਣ ਸਿੰਘ ਸੀਤਲ ਸਾਹਿਬ ਜੀ। ਬਾਪੂ ਜੀ ਕਿਆ ਕਰਦੇ ਸੀ, ਆਉਣ ਵਾਲੇ ਸਮੇਂ ਵਿੱਚ ਇਹ ਢੱਡਾਂ ਵੀ ਸਟੇਜ ਤੇ ਵੱਜਣਗੀਆਂ, ਸਰੰਗੀਆਂ ਵੀ ਵੱਜਣਗੀਆਂ, ਪਰ ਇਹਦੇ ਵਿੱਚੋਂ ਕਹਿੰਦੇ ਜਿਹੜੇ ਹਾਲਾਤ ਕ੍ਰੀਏਟ ਹੁੰਦੇ ਜਾ ਰਹੇ ਨੇ, ਜਿਹੜੇ ਹਾਲਾਤ ਉਤਪੰਨ ਹੁੰਦੇ ਜਾ ਰਹੇ ਨੇ, ਕਹਿੰਦੇ ਅਸੀਂ ਵੇਖ ਰਹੇ ਸ਼ਾਇਦ ਢਾਡੀ ਕਲਾ ਮਰ ਜਾਵੇ, ਉਹਨੂੰ ਜਿਉਂਦਿਆਂ ਰੱਖਣ ਦਾ ਨਿਮਾਣਾ ਜਿਹਾ ਯਤਨ ਕੀਤਾ ਜਾ ਰਿਹਾ ਹੈ। ਇਹ ਢਾਡੀ ਕਲਾ ਦੀ ਸੁੰਦਰ ਵਣਗੀ ਰਸਾਲੂ ਹੋਂਦ ਵਿੱਚ ਕਿਵੇਂ ਆਇਆ। ਰਾਜਾ ਸਾਲ ਹੋਇਆ ਤੇ ਸਾਲ ਦਾ ਪੁੱਤਰ ਹੋਇਆ ਸਲਵਾਨ, ਜਿਸ ਨੇ ਸਿਆਲਕੋਟ ਦਾ ਕਿਲਾ ਤਿਆਰ ਕਰਵਾਇਆ। ਰਾਜੇ ਸਲਵਾਨ ਦੇ ਅੱਗੇ 16 ਪੁੱਤਰ ਹੋਏ, ਉਹ ਚੋਂ 16 ਵਿੱਚੋਂ 2 ਦਾ ਨਾਮ ਸੀ, ਇੱਕ ਦਾ ਪੂਰਨ ਤੇ ਇੱਕ ਦਾ ਰਸਾਲੂ। ਆ ਪੂਰਨ ਵੀ ਢਾਡੀ ਕਲਾ ਦੇ ਗਾਇਆ ਜਾਂਦਾ, ਰਸਾਲੂ ਸਿੰਘ ਗਾਉਣ ਲੱਗੇ ਨੇ। ਅੱਗੇ ਇਹਨਾਂ ਦਾ ਪੁੱਤਰ ਹੈ ਸੁਹਾਦਾ, ਸੁਹਾਦੇ ਦਾ ਸੰਸਰਪਟ, ਸੰਸਰਪਟ ਦਾ ਰਾਉ ਕਿਰਤੂ, ਰਾਉ ਕਿਰਤੂ ਦਾ ਭਾਗਮਲ, ਭਾਗਮਲ ਦਾ ਬਿਗਾ ਮਲ, ਬਿਗਾ ਮਲ ਦਾ ਬੁੱਢਾ ਮਲ ਜਿਹਨੇ ਅੰਮ੍ਰਿਤ ਛਕਿਆ ਤੇ ਬੁੱਢਾ ਸਿੰਘ ਸਾਹਿਬ ਬਣਿਆ। ਅੱਗੇ ਸਰਦਾਰ ਬੁੱਢਾ ਸਿੰਘ ਦਾ ਪੁੱਤਰ ਹੋਇਆ ਚੰਦਾ ਸਿੰਘ ਅਤੇ ਨੌਧ ਸਿੰਘ। ਚੰਦਾ ਸਿੰਘ ਦੀ ਔਲਾਦ ਹੈ ਸੰਧਾ ਵਾਲਗੇ ਤੇ ਨੌਧ ਸਿੰਘ ਦੀ ਔਲਾਦ ਹੈ ਸ਼ੁਕਰ ਚੱਕੀਏ। ਸਰਦਾਰ ਨੌਧ ਸਿੰਘ ਦਾ ਸੁਪੁੱਤਰ ਹੈ ਸਰਦਾਰ ਚੜਤ ਸਿੰਘ ਸ਼ੁਕਰ ਚੱਕੀਆ, ਸਰਦਾਰ ਚੜ੍ਹ ਸਿੰਘ ਦਾ ਸੁਪੁੱਤਰ ਹੈ ਸਰਦਾਰ ਮਹਾ ਸਿੰਘ ਸ਼ੁਕਰ ਚੱਕੀਆ ਅਤੇ ਸਰਦਾਰ ਮਹਾ ਸਿੰਘ ਦਾ ਸੁਪੁੱਤਰ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਅੱਗੇ ਦੇ 7 ਪੁੱਤਰ ਹੋਏ, ਖੜਕ ਸਿੰਘ, ਸ਼ੇਰ ਸਿੰਘ, ਤਾਰਾ ਸਿੰਘ, ਮੁਲਤਾਨਾ ਸਿੰਘ, ਦਲੀਪ ਸਿੰਘ, ਕਸ਼ਮੀਰਾ ਸਿੰਘ, ਪਿਛੌਰਾ ਸਿੰਘ। ਇਹਦੇ ਵੱਡ ਵਡੇਰਿਆਂ ਵਿੱਚੋਂ ਗਾਈ ਜਾਣ ਵਾਲੀ ਢਾਡੀ ਕਲਾ ਦੀ ਕਲਾਸੀਕਲ ਨਜ਼ਮ ਸਿੰਘ ਸਾਂਝੀ ਕਰ ਲੱਗੇ ਨੇ। ਸਰਵਣ ਕਰਨ ਦਾ ਯਤਨ ਕਰਿਓ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ 'ਚ ਖਲੋਤਾ ਹੋਇਆ ਸੂਈਆ ਪਾਤਸ਼ਾਹ ਦੇ ਚਰਨਾਂ ਦਾ ਧਰ ਕੇ ਧਿਆਨ, ਰਾਜਿਆਂ ਨੇ ਜੋ ਨਵਾਬ ਨਾਲ ਵਿਚਾਰ ਕੀਤੀ ਹੈ ਉਸ ਬਾਰੇ ਜਿਵੇਂ ਦੱਸ ਰਿਹਾ ਹੈ, ਉਸ ਵੇਲੇ ਦਾ ਸੀਨ ਮਨਵੀਰ ਸਿੰਘ BA ਪਹੁਵਿੰਡ ਦਾ ਢਾਡੀ ਥਾਣਾ ਸ਼ਬਦਾਂ ਵਿੱਚ ਇਉਂ ਬਿਆਨ ਕਰਦਾ।
सुनो सच्ची सरकार उधर आज इकट्ठे हो गए। तोड़न लई दर किले दा शराब दे रतिया आउना विच शराब दे रतिया ते तवियां बन बन्ने नाल सुंड दे उस दे ते एक तेज तिखी तलवार रोकण लई उस फील नूं कोई करिए हुणे विचार अगे पौवड़िया की होवना
ਪਉ ਵਿੰਡਿਆ ਕੀ ਹੋਵਣਾ ਖਬਰਾਂ ਦਿੱਤੀਆਂ। ਸੂਈਏ ਨੇ ਆ ਕੇ ਆਖਿਆ ਪਾਸ਼ਾ 22 ਧਾਰ ਦੇ ਅਕਿਰਤ ਕਣ ਰਾਜੇ ਔਰੰਗਜ਼ੇਬ ਕੋਲ ਪਹੁੰਚੇ ਤੇ ਉਥੋਂ ਨਵਾਬ ਅਦੀਨਾ ਬੇਗ ਨੂੰ ਆਪਣੇ ਨਾਲ ਲੈ ਕੇ ਆਏ ਨੇ। ਮਹਾਰਾਜ ਔਰੰਗਜ਼ੇਬ ਕੋਲ ਜਾ ਕੇ ਅਕਿਰਤ ਕਣਾਂ ਨੇ ਆਖਿਆ ਸੀ ਬਾਦਸ਼ਾਹ ਸਲਾਮਤ, ਜੇ ਤੇ ਪਿਤਾ ਨੂੰ ਤੂੰ ਕਤਲ ਕੀਤਾ, ਅੱਜ ਉਹਦਾ ਸੁਪੁੱਤਰ ਹੱਥਾਂ ਵਿੱਚ ਤੇਗਾਂ ਲੈ ਕੇ ਇੱਕ ਐਲਾਨ ਕਰ ਰਿਹਾ ਕਿ ਜੇ ਮੇਰੇ ਪਿਤਾ ਨੂੰ ਮਾਰਿਆ ਮੈਂ ਉਹਨੂੰ ਖਤਮ ਕਰਕੇ ਰੱਖ ਦਵਾਂਗਾ। ਵੇਖੋ ਕਿਰਤ ਘਣਤਾ ਦੀ ਵੀ ਕੋਈ ਸਿੱਖਰ ਹੁੰਦੀ ਆ। ਗੁਰੂ ਘਰ ਦੇ ਵਜ਼ੀਰ ਸਿੰਘ ਸਾਰੇ ਸੂਝਵਾਨ ਤੁਸੀਂ ਬੈਠੇ ਹੋ। ਧਰਤੀ ਨੇ ਰੱਬ ਦੇ ਅੱਗੇ ਪੁਕਾਰਾਂ ਕੀਤੀਆਂ ਸੀ ਕਿ ਮਹਾਰਾਜ ਮੈਨੂੰ ਭਾਰ ਬੜਾ ਲੱਗਦਾ, ਮੇਰੇ ਕੋਲੋਂ ਭਾਰ ਚੁੱਕਿਆ ਨਹੀਂ ਜਾਂਦਾ। ਰੱਬ ਨੇ ਪੁੱਛਿਆ ਸੀ ਨਦੀਆਂ ਨਾਲਿਆਂ ਦਾ, ਪਹਾੜਾਂ ਦਾ, ਦਰਖਤਾਂ ਦਾ, ਘਰਾਂ ਬਾਹਰਾਂ ਦਾ, ਜੀਵ ਜੰਤਾਂ ਦਾ ਕਿਸ ਚੀਜ਼ ਦਾ ਭਾਰ ਲੱਗਦਾ? ਦੱਸ, ਮੈਂ ਸਭ ਕੁਝ ਖਤਮ ਕਰਕੇ ਰੱਖ ਦਵਾਂ। ਤੇ ਧਰਤੀ ਨੇ ਆਖਿਆ ਸੀ ਨਾ ਪਾਤਸ਼ਾਹ, ਇਹਨਾਂ ਦਾ ਤੇ ਭਾਰ ਹੀ ਕੋਈ ਨਹੀਂ। ਫਿਰ ਰੱਬ ਨੇ ਆਖਿਆ ਕਿਹੜੀ ਚੀਜ਼ ਦਾ ਭਾਰ ਹੈ, ਕਿਉਂ ਰੋਣੀ ਹੈ? ਤੇ ਪ੍ਰਿਥਵੀ ਨੇ ਆਖਿਆ ਭਾਰੇ ਭੂਈ ਅਕਿਰਤ ਕਣ ਮੰਦੀ ਹੂੰ ਮੰਦੇ। ਮਾਰੇ ਮੈਨੂੰ ਅਕਿਰਤ ਕਣਾਂ ਦਾ ਭਾਰ ਲੱਗਦਾ। ਸਭ ਤੋਂ ਜੇ ਕੋਈ ਭਾਰਾ ਹੈ ਤੇ ਉਹ ਅਕਿਰਤ ਕਣ ਹੈ। ਅਕਿਰਤ ਘਣਤਾ ਦੀ ਸਿਖਰ ਕੀ ਹੈ? ਔਰੰਗਜ਼ੇਬ ਦੇ ਕੋਲ ਜਾ ਕੇ ਜਿਨ੍ਹਾਂ ਦੀ ਖਾਤਰ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋਏ, ਉਹ ਹੀ ਕਹਿ ਰਿਹਾ ਸੀ ਬਾਦਸ਼ਾਹ ਸਲਾਮਤ, ਜਿਸ ਨੂੰ ਤੂੰ ਕਤਲ ਕੀਤਾ ਉਹਦਾ ਸਪੁੱਤਰ ਆਖਦਾ ਹੁਣ ਮੈਂ ਆਪਣੇ ਬਾਪ ਦੇ ਕਤਲ ਦਾ ਬਦਲਾ ਲਵਾਂਗਾ। ਗੁਰੂ ਤੇਗ ਬਹਾਦਰ ਸਾਹਿਬ ਨੂੰ ਖੜਿਆ ਗਿਆ ਔਰੰਗਜ਼ੇਬ ਦੇ ਸਾਹਮਣੇ। ਮਹਾਰਾਜ ਗਏ ਤੇ ਪਾਤਸ਼ਾਹ ਜਦੋਂ ਪਹੁੰਚੇ ਤੇ ਔਰੰਗਜ਼ੇਬ ਨੇ ਆਖਿਆ ਸੀ ਐ ਤੇਗ ਬਹਾਦਰ, ਤੇਰਾ ਨਾਮ ਤੇਗ ਬਹਾਦਰ ਆ, ਠੀਕ ਹੈ, ਪਰ ਤੈਨੂੰ ਮੇਰੀ ਤੇਗ ਕੋਲੋਂ ਡਰ ਨਹੀਂ ਲੱਗਦਾ? ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਜਵਾਬ ਦਿੱਤਾ ਸੀ। ਪਾਤਸ਼ਾਹ ਨੇ ਆਖਿਆ ਤੇਗ ਦੇ ਧਣੀ ਨੂੰ ਤੂੰ ਤੇਗ ਕੀ ਵਿਖਾਉਂਦਾ ਹੈ? ਤੇਗ ਦੇ ਧਣੀ ਦੇ ਅੱਗੇ ਤੇਗ ਕੀ ਹੈ ਚੱਲਣੀ? ਤੇਗਾਂ ਨਾਲ ਖੇਡਿਆ ਮੈਂ ਵਾਂਗਰਾਂ ਖਿਡੌਣਿਆਂ ਦੇ, ਚੱਲ ਪਈਏ ਤੇਗ ਮੇਰੀ ਤੇਗ ਨਹੀਂ ਉਹ ਠੱਲਣੀ। ਤੇਗ ਬਹਾਦਰ ਦਾ ਮਿਲਿਆ ਖਿਤਾਬ ਮੈਨੂੰ, ਪਰ ਅੱਜ ਬਸਤੀ ਸ਼ਹੀਦਾਂ ਦੀ ਮੈਂ ਮੱਲਣੀ। ਸੱਚ ਦੱਸਾਂ ਸੁਣ, ਚੱਲ ਚਮਕ ਪਈ ਜੇ ਅੱਜ ਦਿੱਲੀ ਵਿੱਚ ਤੇਗ ਮੇਰੀ, ਜੁਗਾਂ ਤੱਕ ਲੋ ਉਸ ਤੇਗ ਦੀ ਨਾ ਢਲਣੀ। ਮਹਾਰਾਜ ਕਹਿੰਦੇ ਚੱਲੀ ਕਰਤਾਰਪੁਰ ਜੰਗ ਵਿੱਚ ਤੇਗ ਮੇਰੀ ਚੱਲਦੀ ਨੂੰ ਵੇਖ ਵੈਰੀ ਕੰਬਦੇ, ਝੱਲਦੇ ਨਾ ਵਾਰ ਮੇਰੀ ਤੇਗ ਦਾ ਮੈਦਾਨੇ ਜੰਗ। ਧਰਤੀ ਦੇ ਉੱਤੇ ਕਈ ਯੋਧੇ ਪਏ ਹੰਬਦੇ, ਸੱਚ ਦੱਸਾਂ ਸੁਣ ਮੇਰੀ ਤੇਗ ਦਾ ਖੜਾ ਕਾਸਾ, ਮੇਰੀ ਤੇਗ ਵਿੱਚੋਂ ਸਭ ਨੂੰ ਭੁਲੇਖੇ ਪੈਂਦੇ ਬੰਬ ਦੇ। ਬਾਦਸ਼ਾਹ ਕਹਿੰਦੇ ਆਖਦੇ ਸੀ ਦੁਨੀਆ ਤਿਆਗ ਮੱਲ ਮੈਨੂੰ ਕਦੇ, ਪਰ ਪਿਤਾ ਕੋਲੋਂ ਧਣੀ ਤੇਗ ਦਾ ਸਦਾਇਆ ਮੈਂ। ਛੋਟੀ ਜਿਹੀ ਉਮਰੇ ਹੀ ਹੱਥ ਵਿੱਚ ਤੇਗ ਲੈ ਕੇ ਤੇਗ ਦਾ ਅਰਥ ਨਾਲ ਤੇਗ ਸਮਝਾਇਆ ਮੈਂ। ਚੱਲੀ ਮਜ਼ਲੂਮਾਂ ਉੱਤੇ ਕਦੇ ਨਹੀਂ ਉਹ ਤੇਗ ਮੇਰੀ, ਤੇਗ ਨਾਲ ਸਿਰ ਸਦਾ ਵੈਰੀਆਂ ਦਾ ਲਾਇਆ ਮੈਂ। ਪਉ ਵਿੰਡੀਆਂ ਨਾ ਪੈ ਖਾਦਾ ਕਦੇ ਤੇਗਾਂ ਵਾਲਾ, ਨਾ ਹੀ ਪੈ ਤੇਗਾਂ ਵਾਲਾ ਕਿਸੇ ਉੱਤੇ ਪਾਇਆ ਮੈਂ। ਗੁਰੂ ਤੇਗ ਬਹਾਦਰ ਸਾਹਿਬ ਨੇ ਜਵਾਬ ਦਿੱਤਾ ਔਰੰਗਜ਼ੇਬ ਨੂੰ, ਔਰੰਗਜ਼ੇਬ ਮੈਂ ਹਾਂ ਤੇਗ ਤੇ ਪਕੜ ਲੈ ਤੇਗ ਤੂੰ ਵੀ, ਇੱਕ ਦੋ ਨਹੀਂ ਕੱਢ ਲੈ 100 ਤੇਗਾਂ। ਮੈਂ ਤਾਂ ਜੰਮਦਿਆਂ ਤੇਗਾਂ ਦੀ ਛਾਂ ਮਾਣੀ, ਵੇਖ ਪਿਤਾ ਦੀਆਂ ਪੈਣੀਆਂ 2 ਤੇਗਾਂ। ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਹਾ ਪਰਖਦਾ ਤੇਰਾ ਪਿਓ ਤੇਗਾਂ। ਹੁਣ ਵੀ ਵੇਖ ਲਈ ਆਉਂਦੇ ਭਵਿੱਖ ਅੰਦਰ, ਮੇਰੇ ਪੁੱਤ ਨੇ ਵਾਹੁਣੀਆਂ ਉਹ ਤੇਗਾਂ। ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲਵੇਗੀ ਤੇਰੀਆਂ ਲੱਖਾਂ ਖੋ ਤੇਗਾਂ। ਗੁਰੂ ਤੇਗ ਬਹਾਦਰ ਸਾਹਿਬ ਇਹਨਾਂ ਹਿੰਦੂਆਂ ਦੀ ਖਾਤਰ ਸ਼ਹੀਦ ਹੋ ਗਏ, ਪਰ ਇਹ ਅਕਿਰਤ ਕਣ 22 ਧਾਰ ਦੇ ਰਾਜੇ ਕਹਿੰਦੇ ਬਾਦਸ਼ਾਹ ਅੱਜ ਸਾਡੀ ਮਦਦ ਕਰ, ਗੁਰੂ ਗੋਬਿੰਦ ਸਿੰਘ ਨੂੰ ਕਾਬੂ ਕਰ ਲਿਆ ਜਾਵੇ। ਸੂਈਏ ਨੇ ਆ ਕੇ ਆਖਿਆ ਮਹਾਰਾਜ ਉਹਨਾਂ ਅਕਿਰਤ ਘਣਤਾ ਦੀ ਸਿੱਕਰ ਟੱਪ ਲਈ ਹੈ। ਉਹ ਰਾਜੇ ਕੇਸਰੀ ਚੰਦ ਨੇ ਨਵਾਬ ਅਦੀਨਾ ਬੇਗ ਨਾਲ ਵਿਚਾਰ ਕੀਤੀ, ਨਵਾਬ ਸਾਹਿਬ ਮੇਰੇ ਕੋਲ ਇੱਕ ਹਾਥੀ ਹੈ, ਹਾਥੀ ਬੜਾ ਟ੍ਰੇਨਡ ਕੀਤਾ ਹੋਇਆ, ਅਸੀਂ ਉਸ ਹਾਥੀ ਦੇ ਮੱਥੇ ਵਿੱਚ ਤਵੀਆਂ ਬੀੜਾਂਗੇ, ਉਹਦੀ ਸੁੰਡ ਨਾਲ ਬੰਨਾਂਗੇ ਤੇਜ਼ ਤਿੱਖੀ ਤਲਵਾਰ, ਤੇ ਮਹਾਵਤ ਨੂੰ ਵੱਧ ਲਾਲਚ ਦੇ ਕੇ ਉੱਤੇ ਬਿਠਾਇਆ ਜਾਵੇਗਾ। ਮਹਾਵਤ ਕੁੰਡੀ ਲਾਵੇਗਾ ਹਾਥੀ ਨੂੰ, ਹਾਥੀ ਲੋਹਗੜ੍ਹ ਦੇ ਦਰਵਾਜ਼ੇ ਨੂੰ ਟੱਕਰ ਮਾਰੇਗਾ ਤੇ ਦਰਵਾਜ਼ਾ ਪਾਸ਼-ਪਾਸ਼ ਕਰਕੇ ਰੱਖ ਦੇਵੇਗਾ, ਦਰਵਾਜ਼ਾ ਤੋੜ ਦਿੱਤਾ ਜਾਵੇਗਾ। ਫਿਰ ਨਵਾਬ ਸਾਹਿਬ ਹਾਥੀ ਦੇ ਮਗਰ ਸਾਡੀ ਫੌਜ ਤੇ ਸਾਡੀ ਫੌਜ ਦੇ ਮਗਰ ਸਾਡੀ ਪਿੱਠ ਤੇ ਥਾਪੜਾ ਦੇਣ ਲਈ ਤੁਸੀਂ ਆ ਜਾਣਾ। ਲੋਹਗੜ੍ਹ ਦਾ ਦਰਵਾਜ਼ਾ ਤੋੜਨਾ ਐਡਾ ਕਿਉਂ ਜ਼ਰੂਰੀ ਸੀ? ਬਾਕੀ ਵੀ ਕਿਲੇ ਸਨ, ਆਨੰਦਗੜ੍ਹ, ਤਾਰਾਗੜ੍ਹ, ਫਤਿਹਗੜ੍ਹ ਇਤਆਦਿ ਕਿਲੇ,
ਪਰ ਲੋਹਗੜ੍ਹ ਦਾ ਦਰਵਾਜ਼ਾ ਕਿਉਂ ਤੋੜਿਆ ਜਾ ਰਿਹਾ ਸੀ? ਲੋਹਗੜ੍ਹ ਦੇ ਕਿਲੇ ਵਿੱਚ ਸ਼ਸਤਰ ਬਣਾਉਣ ਦੀ ਬੜੀ ਵੱਡੀ ਫੈਕਟਰੀ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਫੌਜਾਂ ਦੇ ਸ਼ਸਤਰ ਉਸ ਲੋਹਗੜ੍ਹ ਦੇ ਕਿਲੇ ਵਿੱਚ ਬਣਿਆ ਕਰਦੇ ਸਨ। ਅਕਿਰਤ ਕਣਾ ਦੀ ਵਿਚਾਰ ਸੀ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲੋਹਗੜ੍ਹ ਦੇ ਕਿਲੇ ਉੱਤੇ ਹਮਲਾ ਕਰਕੇ ਅੰਦਰੋਂ ਅਸੀਂ ਫੈਕਟਰੀ ਤੇ ਵੀ ਕਬਜ਼ਾ ਕਰ ਲਵਾਂਗੇ ਤੇ ਜਿੰਨੇ ਸ਼ਸਤਰ ਤਿਆਰ ਹੋਣਗੇ ਉਹ ਵੀ ਅਸੀਂ ਹੜੱਪ ਜਾਵਾਂਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਸਿੱਖ ਨੇ ਜਾ ਕੇ ਖਬਰਾਂ ਦਿੱਤੀਆਂ। ਕਹਿਣ ਲੱਗਾ ਪਾਤਸ਼ਾਹ ਇੱਕ ਜ਼ਰੂਰੀ ਬੇਨਤੀ ਹੋਰ ਕਰਨੀ ਹੈ। ਮਹਾਰਾਜ ਕਹਿੰਦੇ ਬੋਲ। ਕਹਿੰਦਾ ਸਤਿਗੁਰੂ ਹਾਥੀਆਂ ਰਾਜਿਆਂ ਨੇ ਹਾਥੀ ਦੇ ਤਿਆਰ ਕੀਤਾ ਹੈ ਪਰ ਉਹਨਾਂ ਇਹ ਵੀ ਵਿਚਾਰ ਕੀਤੀ ਕਿ ਹਾਥੀ ਨੂੰ ਸ਼ਰਾਬ ਵੀ ਪਿਆਈ ਜਾਵੇਗੀ। ਇੱਕ ਹਾਥੀ ਹੈ ਉਤੋਂ ਸ਼ਸਤਰ ਵੱਜੇ ਹੋਏ ਨੇ, ਤੀਸਰੀ ਉਹਨੂੰ ਸ਼ਰਾਬ ਪਿਉਣੀ ਹੈ। ਸ਼ਰਾਬ ਤੇ ਬੰਦੇ ਨੂੰ ਪਿਆ ਦਈਏ, ਬੰਦੇ ਦੀ ਮੱਤ ਵੱਜ ਜਾਂਦੀ, ਪਤਾ ਨਹੀਂ ਲੱਗਦਾ ਨਾਲੀ 'ਚ ਪਿਆ ਤੇ ਕਿੱਥੇ ਪਿਆ। ਆ ਵੋਟਾਂ ਆ ਗਈਆਂ ਨਾ, ਹੁਣ ਪਿੰਡ ਭੱਠੀਆਂ ਲੱਗਣਗੀਆਂ। ਨਹੀਂ ਯਕੀਨ ਤੇ ਝਾਤੀਆਂ ਮਾਰ ਕੇ ਵੇਖ ਲਿਓ ਬੰਦੇ ਦੀ ਕੀਮਤ ਕਿੰਨੀ ਕੁ ਰਹਿ ਗਈ। ਆ ਭੈਣਾਂ ਮੇਰੀਆਂ ਨੂੰ ਮੈਂ ਬੇਨਤੀ ਕਰਕੇ ਜਾਵਾਂਗਾ, ਭੈਣੋ ਜਿੱਥੇ ਤੁਸੀਂ ਆਪਣੇ ਧੀਆਂ ਪੁੱਤਰਾਂ ਦੀ ਸੁੱਖ ਸੰਦ ਮੰਗਦੀਆਂ ਜੇ ਨਾ, ਉੱਥੇ ਇਸ ਬਾਬੇ ਕੋਲੋਂ ਹੋਰ ਵੀ ਮੰਗ ਲਿਆ ਕਰੋ। ਉਹ ਸਮਰੱਥ ਗੁਰੂ ਹੈ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦੇਂਦੇ ਟੋਟ ਨਾ ਆਵਈ ਗਣਤ ਭਰੇ ਭੰਡਾਰ। ਇੱਕ ਅਰਦਾਸ ਕਰਿਆ ਕਰੋ ਪਾਤਸ਼ਾਹ ਸਾਡੇ ਪਿੰਡ ਵਿੱਚੋਂ ਧੜੇਬਾਜ਼ੀ ਖਤਮ ਹੋ ਜਾਵੇ, ਸਾਡੇ ਘਰਾਂ ਵਿੱਚ ਵੱਜੀਆਂ ਕੰਨਾਂ ਖਤਮ ਹੋ ਜਾਣ, ਭਾਈ ਦੀ ਪੱਗ ਲਾਉਣੋਂ ਹਟ ਜਾਵੇ। ਸਿਆਤ ਕੈਸੀ ਆ ਵੀ ਭਾਈ ਦੀ ਪੱਗ ਲਵਾ ਦਿੰਦੀ ਹੈ। ਸਿਆਤ ਕਿਸੇ ਦੀ ਸਕੀ ਨਹੀਂ, ਸਕਾ ਪਿਓ ਪੁੱਤ ਦਾ ਨਹੀਂ ਬਣਦਾ ਤੇ ਸਕਾ ਪੁੱਤ ਪਿਓ ਦਾ ਨਹੀਂ ਬਣਦਾ। ਸਿਆਤ ਦੇ ਵਿੱਚ ਕੀ ਹੁੰਦਾ? ਆ ਵੇਖੋ, ਇੱਕ ਤੁਸੀਂ ਇੱਕ ਨਸਲ ਦਾ ਚੰਗੀ ਨਸਲ ਦਾ ਕੋਈ ਕੁੱਤਾ ਲੈਣ ਜਾਓ ਨਾ, ਚੰਗੀ ਨਸਲ ਦਾ ਕੁੱਤਾ ਘੱਟ ਤੋਂ ਘੱਟ ਉਸ ਜੰਮਦੇ ਬੱਚੇ ਦੀ ਕੀਮਤ 4000 ਤੋਂ ਸਟਾਰਟ ਹੁੰਦੀ ਹੈ ਚੰਗੀ ਨਸਲ ਦਾ। ਕੋਈ ਛੋਟਾ ਬੱਚਾ ਲੈਣ ਜਾਣਾ ਹੋਵੇ ਤੇ ਪਰ ਬੰਦੇ ਦੀ ਕੀਮਤ ਵੋਟਾਂ 'ਚ ਵੇਖ ਲਓ, ਇੱਕ ਅਧਿਆ ਤੇ ਇੱਕ ਪਊਆ। ਕੁੱਤੇ ਨਾਲੋਂ ਵੀ ਕੀਮਤ ਬੰਦੇ ਦੀ ਘਟ ਗਈ। ਗੁਸਤਾਖੀ ਮਾਫ। ਮੈਂ ਗੁਰੂ ਘਰ ਦਾ ਢਾਡੀ ਹਾਂ ਤੇ ਮੇਰਾ ਫਰਜ਼ ਹੈ ਸੱਚ ਬੋਲਣਾ। ਕਈ ਲੋਕ ਸਾਡੇ ਤੇ ਸਵਾਲ ਕਰ ਦਿੰਦੇ ਨੇ ਵੀ ਭਾਈ ਜੀ ਤੁਸੀਂ ਗੁਰੂ ਘਰ ਦੇ ਢਾਡੀ, ਤੁਸੀਂ ਆਪਦਾ ਪ੍ਰਚਾਰ ਕਰੋ, ਤੁਸੀਂ ਸਿਆਸਤ 'ਚੋਂ ਕੀ ਲੈਣਾ? ਤੇ ਮੈਂ ਬੇਨਤੀ ਕਰਦਾ ਨਾ, ਜਿਹੜਾ ਸਵਾਲ ਕਰੇ ਨਾ ਪਹਿਲਾਂ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਿਆ ਕਰੇ, ਉੱਥੇ ਵੇਖਿਆ ਕਰੇ ਵੀ ਜਿੱਥੇ ਸੰਤਾਂ ਦੀ ਯਾਦਗਾਰ ਬਣੀ ਹੈ ਉਹਦੇ ਲਾਗੇ ਇੱਕ ਮੀਰੀ ਵੀ ਝੂਲ ਰਹੀ ਹੈ ਤੇ ਇੱਕ ਪੀਰੀ ਵੀ ਝੂਲ ਰਹੀ ਹੈ। ਉੱਥੇ ਧਰਮ ਵੀ ਅੱਜ ਮੌਜੂਦ ਹੈ ਤੇ ਸਿਆਸਤ ਵੀ ਮੌਜੂਦ ਹੈ। ਵੱਧ ਕਿਸਮਤੀ ਕਿ ਅੱਜ ਉੱਥੇ ਸਿਆਸਤ ਜ਼ਿਆਦਾ ਪ੍ਰਭਾਵ ਪਾ ਗਈ, ਉੱਥੇ ਸਿਆਸਤ ਹੈਵੀ ਹੋ ਗਈ। ਛੇਵੇਂ ਪਾਤਸ਼ਾਹ ਨੇ ਆਖਿਆ ਸੀ ਸਿੱਖੋ ਸਿਆਸਤ ਰੱਜ ਕੇ ਵਰਤਣੀ ਹੈ, ਪਰ ਸਿਆਸਤ ਨੂੰ ਘੋੜਾ ਬਣਾਉਣਾ ਤੇ ਧਰਮ ਨੂੰ ਅਸਵਾਰ। ਅੱਜ ਉਲਟ ਹੋ ਗਿਆ। ਅੱਜ ਧਰਮ ਥੱਲੇ ਚਲਾ ਗਿਆ, ਸਿਆਸਤ ਇਹਦੇ ਉੱਪਰ ਆ ਕੇ ਬੈਠ ਗਈ। ਛੇਵੇਂ ਪਾਤਸ਼ਾਹ ਨੇ ਆਖਿਆ ਸੀ ਸਿਆਸਤ ਰੱਜ ਕੇ ਵਰਤਿਓ, ਪਰ ਵੇਖਿਓ ਕਿਤੇ ਧਰਮ ਦੇ ਉੱਤੇ ਹੈਵੀ ਨਾ ਹੋ ਜਾਵੇ। ਜਿਹੜੀ ਅੱਜ ਹੋ ਗਈ, ਗੁਰੂ ਘਰਾਂ ਦੀਆਂ ਗੋਲਕਾਂ ਵਿੱਚੋਂ ਇਲੈਕਸ਼ਨ ਲੜੇ ਜਾਂਦੇ। ਤੁਸੀਂ ਕਿਹੜਾ ਨਹੀਂ ਜਾਣਦੇ? ਚੰਗੀ ਤਰ੍ਹਾਂ ਜਾਣਦੇ। ਵੱਖਰੀ ਗੱਲ ਹੈ ਕੋਈ ਬੋਲਦਾ ਕੋਈ ਨਹੀਂ ਬੋਲਦਾ। ਅਸੀਂ ਢਾਡੀਆਂ ਸੱਚ ਸੁਣਾਏ ਸੀ, ਸੱਚ ਕੀ ਬੇਲਾ ਸਾਡਾ ਫਰਜ਼ ਹੈ। ਮੈਂ ਬੇਨਤੀ ਕਰ ਰਿਹਾ ਸਾਂ ਵੀ ਅਰਦਾਸਾਂ ਕਰਿਆ ਕਰੋ, ਛੇਵੇਂ ਪਾਤਸ਼ਾਹ ਕਿਤੇ ਕਿਰਪਾ ਕਰ ਦੇਣਾ, ਕਿਤੇ ਸਾਡੀ ਬਾਹ ਫੜ ਲੈਣਾ, ਇਹ ਨਸ਼ੇ ਦਾ ਕੋੜ ਸਾਡੇ ਪਿੰਡਾਂ ਵਿੱਚੋਂ ਖਤਮ ਹੋ ਜਾਵੇ। ਹਾਥੀ ਨੂੰ ਸ਼ਰਾਬ ਪਿਆਈ ਤੇ ਹਾਥੀ ਕਿੰਨਾ ਕੁ ਬੋਰਾ ਹੋਵੇਗਾ? ਹਾਥੀ ਵੈਸੇ ਕਾਬੂ ਕਰਨਾ ਬੜਾ ਔਖਾ, ਤੇ ਜੇ ਹਾਥੀ ਨੂੰ ਸ਼ਰਾਬ ਪਿਆ ਦਿੱਤੀ ਜਾਵੇ ਉਹਨੂੰ ਕਾਬੂ ਕੌਣ ਕਰੇਗਾ? ਸੂਈਏ ਨੇ ਖਬਰਾਂ ਸੁਣਾ ਦਿੱਤੀਆਂ ਤੇ ਮਾਰ ਕਹਿੰਦੇ ਭਾਈ ਤੇਰਾ ਧੰਨਵਾਦ, ਤੇਰਾ ਅਗਾਊਂ ਧੰਨਵਾਦ, ਤੂੰ ਖਬਰਾਂ ਦਿੱਤੀਆਂ ਨੇ, ਪਰ ਫਿਕਰ ਨਾ ਕਰੋ ਸੰਗਤ ਜੀ, ਸਾਡੇ ਕੋਲ ਵੀ ਹਾਥੀ ਹੈ। ਸੰਗਤਾਂ ਨੇ ਆਖਿਆ ਮਹਾਰਾਜ ਵੀ ਤੁਹਾਡੇ ਕੋਲ ਤੇ ਨੇਕਾਂ ਹਾਥੀ ਅਸਤਬਲ ਦੇ ਵਿੱਚ, ਕਿਰਪਾ ਕਰਕੇ ਦੱਸੋ ਵੀ ਤੁਸੀਂ ਕਿਸ ਹਾਥੀ ਦਾ ਜ਼ਿਕਰ ਕਰ ਰਹੇ ਹੋ? ਤੇ ਮਹਾਰਾਜ ਕਹਿਣ ਲੱਗੇ ਸੰਗਤ ਜੀ ਉਹ ਹਾਥੀ ਕਿਸੇ ਅਸਤਬਲ ਵਿੱਚ ਨਹੀਂ ਵੱਜਾ, ਉਹ ਗੁਰੂ ਕੀ ਸੰਗਤ ਵਿੱਚ ਬੈਠਾ ਹੈ। ਸੰਗਤ ਬੜੀ ਹੈਰਾਨ ਹੋਈ ਵੀ ਪਾਤਸ਼ਾਹ ਹਾਥੀ ਦਾ ਸੰਗਤ ਵਿੱਚ ਕੀ ਕੰਮ? ਮਹਾਰਾਜ ਹਾਥੀ ਸੰਗਤ ਵਿੱਚ ਬਹਿ ਸਕਦਾ ਹੈ? ਜੇ ਬੈਠਾ ਤੇ ਸਾਡੀ ਤੇ ਨਜ਼ਰ ਹੀ ਨਹੀਂ ਪੈਂਦਾ। ਕਿਰਪਾ ਕਰਕੇ ਦੱਸੋ ਖਾਂ ਕਿਹੜਾ ਹਾਥੀ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ? ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਪਵਿੱਤਰ ਰਸਨਾ ਤੋਂ ਜਿਸ ਹਾਥੀ ਦਾ ਨਾਮ ਲਿਆ, ਸੀਤਲ ਸਾਹਿਬ ਦੀ ਮੁਬਾਰਕ ਕਲਮ ਤੋਂ ਸਾਕਾ ਲਿਖਿਆ ਗਿਆ, ਸਰਵਣ ਕਰਨ ਦਾ ਯਤਨ ਕਰਿਓ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਦੋਂ ਰਾਜਿਆਂ ਵੱਲੋਂ ਆਉਣ ਵਾਲੇ ਹਾਥੀ ਦੀ ਕਹਾਣੀ ਸੁਣ ਲਈ, ਫਿਰ ਸੰਗਤ ਵਿੱਚ ਬੈਠੇ ਹੋਏ ਹਾਥੀ ਬਾਰੇ ਜੋ ਕੁਝ ਦਸਮ ਪਾਤਸ਼ਾਹ ਨੇ ਆਖਿਆ, ਉਸ ਵੇਲੇ ਦਾ ਸੀਨ ਮਨਵੀਰ ਸਿੰਘ ਬੀਏ ਪਹੁਵਿੰਡ ਦਾ ਢਾਡੀ ਅਥਾ ਹੈ ਇਉਂ
ਸੁਣੀ ਕਹਾਣੀ ਹਾਥੀ ਵਾਲੀ ਸਤਿਗੁਰਾਂ ਜਾਂ ਸੁਣੀ ਕਹਾਣੀ ਓ ਹਾਥੀ ਵਾਲੀ ਸਤਿਗੁਰਾਂ ਜਦ ਸੁਣੀ ਕਹਾਣੀ ਹਾਥੀ ਵਾਲੀ ਸਤਿਗੁਰਾਂ ਜਦ ਸੁਣੀ ਕਹਾਣੀ ਹਾਥੀ ਵਾਲੀ ਸਤਿਗੁਰਾਂ ਜਦ ਸੁਣੀ ਕਹਾਣੀ ਹਾਂ ਬੋਲੇ ਵਿੱਚ ਦੀਵਾਨ ਦੇ ਇਹ ਉਤਮ ਬਾਣੀ ਬੋਲੇ ਵਿੱਚ ਦੀਵਾਨ ਦੇ ਉਤਮ ਬਾਣੀ ਓ ਬੋਲੇ ਵਿੱਚ ਦੀਵਾਨ ਦੇ ਉਤਮ ਬਾਣੀ ਬੋਲੇ ਵਿੱਚ ਦੀਵਾਨ ਦੇ ਉਤਮ ਬਾਣੀ ਓ ਸਾਡਾ ਹਾਥੀ ਦੁਨੀ ਚੰਦ ਯੋਧਾ ਅਭਿਮਾਨੀ ਸਾਡਾ ਹਾਥੀ ਦੁਨੀ ਚੰਦ ਯੋਧਾ ਲਾਸਾਨੀ ਸਾਡਾ ਹਾਥੀ ਦੁਨੀ ਚੰਦ ਯੋਧਾ ਲਾਸਾਨੀ ਹੋ ਸਾਡਾ ਹਾਥੀ ਦੁਨੀ ਚੰਦ ਜੋਦਾ ਲਾਸਾਨੀ ਸਾਡਾ ਹਾਥੀ ਦੁਨੀ ਚੰਦ ਜੋਦਾ ਲਾਸਾਨੀ ਓਏ ਉਸ ਹਾਥੀ ਨਾਲ ਲੜੇਗਾ ਉਸ ਹਾਥੀ ਨਾਲ ਲੜੇਗਾ ਹੱਥ ਪਕੜ ਪਵਾਨੀ ਉਸ ਹਾਥੀ ਨਾਲ ਲੜੇਗਾ ਹੱਥ ਪਕੜ ਪਵਾਨੀ ਹੋਏ ਉਸ ਹਾਥੀ ਨਾਲ ਲੜੇਗਾ ਹੱਥ ਪਕੜ ਪਵਾਨੀ ਉਸ ਹਾਥੀ ਨਾਲ ਲੜੇਗਾ ਹੱਥ ਪਕੜ ਪਵਾਨੀ ਆ ਮਾਰੂ ਰਣ ਵਿੱਚ ਘੇਰ ਕੇ ਘੇਰ ਕੇ ਘੇਰ ਕੇ ਮਾਰੂ ਰਣ ਵਿੱਚ ਘੇਰ ਕੇ ਰਾਜੇ ਅਭਿਮਾਨੀ ਮਾਰੂ ਰਣ ਵਿੱਚ ਘੇਰ ਕੇ ਰਾਜੇ ਅਭਿਮਾਨੀ ਓ ਮਾਰੂ ਰਣ ਵਿੱਚ ਘੇਰ ਕੇ ਰਾਜੇ ਅਭਿਮਾਨੀ ਓ ਤਾਂ ਮਾਰੂ ਰਣ ਵਿੱਚ ਘੇਰ ਕੇ ਰਾਜੇ ਅਭਿਮਾਨੀ ਮਾਰੂ ਰਣ ਵਿੱਚ ਘੇਰ ਕੇ ਰਾਜੇ ਅਭਿਮਾਨੀ ਓ ਲਾਦੂ ਲੇਖੇ ਪੰਥ ਦੇ ਲਾਦੂ ਲੇਖੇ ਪੰਥ ਦੇ ਯੋਧਾ ਜ਼ਿੰਦਗਾਨੀ ਯੋਧਾ ਜ਼ਿੰਦਗਾਨੀ ਓ ਲਾਦੂ ਲੇਖੇ ਪੰਥ ਦੇ ਯੋਧਾ ਜ਼ਿੰਦਗਾਨੀ ਲਾਦੂ ਲੇਖੇ ਪੰਥ ਦੇ ਯੋਧਾ ਜ਼ਿੰਦਗਾਨੀ ਓ ਲਾਦੂ ਲੇਖੇ ਪੰਥ ਦੇ ਲਾਦੂ ਲੇਖੇ ਪੰਥ ਦੇ ਜੋਦਾ ਜ਼ਿੰਦਗਾਨੀ ਲਾਦੂ ਲੇਖੇ ਪੰਥ ਦੇ ਜੋਦਾ ਜ਼ਿੰਦਗਾਨੀ ਯੋਧਾ ਜ਼ਿੰਦਗਾਨੀ ਯੋਧਾ ਜ਼ਿੰਦਗਾਨੀ ਹੋ ਸੰਗਤ ਨੇ ਆਖਿਆ ਮਹਾਰਾਜ ਤੁਹਾਡੇ ਕੋਲ ਅਨੇਕਾਂ ਹਾਥੀ ਨੇ ਤੁਸੀਂ ਕਿਸ ਹਾਥੀ ਦਾ ਜ਼ਿਕਰ ਕਰ ਰਹੇ ਹੋ ਤੇ ਕਲਗੀਧਰ ਪਾਤਸ਼ਾਹ ਪਵਿੱਤਰ ਰਸਨਾ ਤੋਂ ਬੋਲੇ ਸੰਗਤ ਜੀ ਉਹ ਹਾਥੀ ਕਿਸੇ ਅਸਤਬਲ ਦੇ ਵਿੱਚ ਨਹੀਂ ਬੱਝਾ ਹੋਇਆ ਗੁਰੂ ਕੀ ਸੰਗਤ ਵਿੱਚ ਹੀ ਬੈਠਾ ਹੈ ਸੰਗਤ ਵੇਖ ਰਹੀ ਆਸੇ ਪਾਸੇ ਵੀ ਕਿਹੜਾ ਹਾਥੀ ਜਿਹੜਾ ਸੰਗਤ ਵਿੱਚ ਬੈਠ ਗਿਆ
ਇਹ ਤੋਂ ਪਹਿਲਾਂ ਸੰਗਤ ਫੇਰ ਸਵਾਲ ਕਰਦੀ। ਮਹਾਰਾਜ ਨੇ ਆਖਿਆ ਸੰਗਤ ਜੀ ਉਸ ਹਾਥੀ ਦਾ ਨਾਮ ਹੈ ਦੁਨੀ ਚੰਦ। ਸੰਗਤ ਬੜੀ ਹੱਸੀ, ਕਹਿਣ ਲੱਗੇ ਮਹਾਰਾਜ ਨੇ ਚੋਣ ਬੜੀ ਵਧੀਆ ਕੀਤੀ ਦੁਨੀ ਚੰਦ ਦੀ। ਵਾਕਿਆ ਭਾਈ ਹਾਥੀ ਬਣਦਾ ਵੀ ਆ 7 ਮਣ ਪੱਕਾ ਭਾਰਾ ਸਰੀਰ ਦਾ, ਰਾਸ਼ਨ ਬੜਾ ਖਾਂਦਾ ਸੀ ਗੁਰੂ ਘਰ ਦਾ, ਬਹੁਤ ਖਾਂਦਾ ਸੀ। ਮਹਾਰਾਜ ਨੇ ਨਾਮ ਲਿਆ ਦੁਨੀ ਚੰਦ ਦਾ, ਤੇ ਦੁਨੀ ਚੰਦ ਦੇ ਮੱਥੇ ਦੇ ਪਸੀਨਾ ਆ ਗਿਆ, ਤਰੇਲੀਆਂ ਆ ਗਈਆਂ ਮੱਥੇ ਦੇ। ਕਹਿੰਦਾ ਦੁਨੀ ਚੰਦਾ ਮਹਾਰਾਜ ਕੀ ਕਹਿ ਗਏ, ਤੇਰਾ ਮੁਕਾਬਲਾ ਹਾਥੀ ਨਾਲ? ਉਹ ਇਹ ਕਿਵੇਂ ਹੋ ਸਕਦਾ, ਤੂੰ ਹਾਥੀ ਨਾਲ ਲੜ ਸਕਦਾ ਹੈ? ਦੁਨੀ ਚੰਦ ਨੇ ਸਿਰ ਸੁੱਟ ਲਿਆ। ਪਰ ਸੰਗਤਾਂ ਨੇ ਆਖਿਆ ਦੁਨੀ ਚੰਦਾ ਤੈਨੂੰ ਵਧਾਈਆਂ, ਤੇਰੀ ਚੋਣ ਖੁਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਕੀਤੀ ਹੈ। ਕਿੱਡਾ ਭਾਗਾਂ ਵਾਲਾ ਹੈ ਤੂੰ ਭਾਈ, ਸਤਿਗੁਰਾਂ ਦੀ ਪਵਿੱਤਰ ਅਸਰਾਂ ਤੇ ਦੁਨੀ ਚੰਦਾ ਤੇਰਾ ਨਾਮ ਆ ਗਿਆ। ਦੁਨੀ ਚੰਦ ਨੇ ਵਿਚਾਰਿਆ ਵੀ ਜੇ ਕਿਤੇ ਹੁਣ ਨਾ ਕੀਤੀ ਤੇ ਸੰਗਤ ਵਿੱਚ ਬੇਇੱਜ਼ਤੀ ਬੜੀ ਹੋਵੇਗੀ, ਤੇ ਜੇ ਹਾਂ ਕਰ ਦਿੱਤੀ ਤੇ ਤਾਂ ਵੀ ਮਰੇ। ਹੁਣ ਜਾਈਏ ਕਿਹੜੇ ਪਾਸੇ? ਵੀ ਹਾਥੀ ਥੱਲੇ ਆ ਕੇ ਬੰਦਾ ਅਜ ਤੱਕ ਬਚਿਆ ਕੋਈ ਨਹੀਂ, ਭਾਵੇਂ ਕਿੰਨਾ ਵੀ ਭਾਰਾ ਕਿਉਂ ਨਾ ਸਰੀਰ ਦਾ ਹੋਵੇ। ਦੁਨੀ ਚੰਦ ਚੁੱਪ ਕਰਕੇ ਬੈਠਾ ਰਿਹਾ, ਤੇ ਮਹਾਰਾਜ ਕਹਿੰਦੇ ਜਾਓ ਦੁਨੀ ਚੰਦ ਜੀ ਤੁਸੀਂ ਤਿਆਰੀ ਕਰੋ। ਦੁਨੀ ਚੰਦ ਤੁਰਿਆ ਜਾ ਰਿਹਾ ਤੇ ਪਹਿਰੇਦਾਰ ਦੇ ਕੋਲ ਖਲੋਤਾ। ਜਦੋਂ ਬੰਦੇ ਦੇ ਅੰਦਰ ਪੀੜਾ ਹੋਵੇ ਨਾ, ਕਈਆਂ ਨਾਲ ਵਿਚਾਰਾਂ ਕਰਦਾ ਹੈ, ਕਈਆਂ ਨਾਲ ਸਲਾਹਾਂ ਕਰਦਾ ਵੀ ਸ਼ਾਇਦ ਇਸ ਮੁਸ਼ਕਲ ਵਿੱਚੋਂ ਕਿਸੇ ਤਰੀਕੇ ਨਾਲ ਨਿਕਲ ਜਾਵਾਂ। ਪਹਿਰੇਦਾਰ ਨੂੰ ਕਹਿਣ ਲੱਗਾ ਪਹਿਰੇਦਾਰ ਜੀ ਤੁਸੀਂ ਕੋਈ ਸੁਣਿਆ? ਪਹਿਰੇਦਾਰ ਕਹਿੰਦਾ ਕੀ ਹੋਇਆ ਦੁਨੀ ਚੰਦ ਜੀ? ਦੁਨੀ ਚੰਦ ਕਹਿੰਦਾ ਮਹਾਰਾਜ ਕਹਿੰਦੇ ਰਾਜਿਆਂ ਦਾ ਹਾਥੀ ਆਉਣਾ, ਤੇ ਦੁਨੀ ਚੰਦਾ ਤੇਰਾ ਯੁੱਧ ਉਸ ਹਾਥੀ ਨਾਲ ਹੋਵੇਗਾ। ਪਹਿਰੇਦਾਰ ਨੇ ਆਖਿਆ ਦੁਨੀ ਚੰਦਾ ਵਧਾਈਆਂ, ਗੁਰੂ ਨੇ ਕਿਰਪਾ ਕੀਤੀ, ਤੇਰੀ ਚੋਣ ਬੜੀ ਵਧੀਆ ਕੀਤੀ ਹੈ। ਦੁਨੀ ਚੰਦ ਕਹਿੰਦਾ ਉਹ ਖਾਲਾ ਜੀ ਦਾ ਵਾੜਾ ਮਖੌਲ ਹੈ, ਹਾਥੀ ਨਾਲ ਲੜ ਕੇ ਮੈਂ ਬਚ ਜਾਵਾਂਗਾ? ਹਾਥੀ ਦੇ ਮੈਨੂੰ ਟਮਾਟਰ ਵਾਂਗ ਫੇਕ ਕੇ ਰੱਖ ਦੇਵੇਗਾ। ਮੇਰਾ ਮੁਕਾਬਲਾ ਹਾਥੀ ਨਾਲ, ਜਾਂ ਹਾਥੀ ਦਾ ਮੁਕਾਬਲਾ ਮੇਰੇ ਨਾਲ ਕੀ ਬਣਦਾ ਹੈ? ਪਹਿਰੇਦਾਰ ਨੇ ਆਖਿਆ ਤਕੜਾ ਹੋ, ਗੁਰੂ ਨਾਨਕ ਦੀ ਕਿਰਪਾ ਹੋ ਜਾਣੀ ਹੈ। ਫਿਰ ਉਹਨੇ ਸੋਚਿਆ ਵੀ ਹੁਣ ਇੱਕੋ ਹੀ ਹੱਲ ਰਹਿ ਗਿਆ, ਮੈਂ ਮਾਤਾ ਗੁਜਰ ਕੌਰ ਕੋਲ ਪਹੁੰਚਾਂ। ਮਾਤਾ ਗੁਜਰੀ ਕੋਲ ਗਿਆ, ਜਾ ਕੇ ਫਤਿਹ ਬੁਲਾ ਕੇ ਕਹਿਣ ਲੱਗਾ ਮਾਤਾ ਜੀ ਆਪਣੇ ਲਾਲ ਨੂੰ ਸਮਝਾਓ, ਪਤਾ ਨਹੀਂ ਕਈ ਵਾਰ ਪਿੰਡ ਪੁੱਛੇ ਫੈਸਲੇ ਕਰ ਜਾਂਦੇ, ਮੈਨੂੰ ਪੁੱਛਿਆ ਵੀ ਨਹੀਂ ਤੇ ਕਹਿੰਦੇ ਵੀ ਤੇਰਾ ਮੁਕਾਬਲਾ ਹਾਥੀ ਨਾਲ ਹੋਣਾ, ਤੇ ਮਾਤਾ ਜੀ ਹਾਥੀ ਨਾਲ ਲੜ ਕੇ ਮੈਂ ਬਚ ਜਾਵਾਂਗਾ। ਮਾਤਾ ਜੀ ਕੁਝ ਉਹਨਾਂ ਨੂੰ ਬੇਨਤੀ ਕਰੋ ਵੀ ਕੁਝ ਵਿਚਾਰ ਲਿਆ ਕਰਨ, ਕਿਉਂਕਿ ਉਹਨਾਂ ਨੇ ਮਸੰਦ ਛੜਵਾਏ ਸੀ ਖੂਹ ਵਿੱਚ ਪਾ ਕੇ, ਤੇ ਕਿਸਮਤ ਚੰਗੀ ਸੀ ਮੈਂ ਬਚ ਗਿਆ। ਪਰ ਮੈਨੂੰ ਲੱਗਦਾ ਵੀ ਹੁਣ ਮਹਾਰਾਜ ਮੈਨੂੰ ਮਰਵਾਉਣਾ ਚਾਹੁੰਦੇ ਨੇ, ਮੈਂ ਉਦੋਂ ਕਿਵੇਂ ਬਚ ਗਿਆ? ਇਹ ਮਸੰਦ ਉਹਨੇ ਜਿਹੜੇ ਗੁਰੂ ਘਰ ਦਾ ਖਾਂਦੇ ਨੇ, ਪਰ ਗੁਰੂ ਘਰ ਨੂੰ ਯਾਦ ਨਹੀਂ ਕਰਦੇ, ਉਹਦੇ ਦਿੱਤੇ ਦਾ ਸ਼ੁਕਰਾਨਾ ਨਹੀਂ ਕਰਦੇ। ਮਸੰਦ ਇਸੋਂ ਤੱਕ ਗਰਕ ਗਏ ਸਨ ਵੀ ਆਪਣੇ ਨਾਲ ਵੇਸਵਾਵਾਂ ਰੱਖਣ ਲੱਗ ਪਏ ਸੀ, ਦੇ ਨਾਲ ਸ਼ਰਾਬਾਂ ਪੀਣ ਲੱਗ ਪਏ ਸੀ। 21 ਫਰਵਰੀ ਨੂੰ ਸਾਕਾ ਨਨਕਾਣਾ ਸਾਹਿਬ ਆਉਣਾ ਹੈ। ਉਹ ਮਹੰਤ ਨਰੈਣੂ ਦੇ ਕਬਜ਼ੇ ਵਿੱਚੋਂ ਕਿਵੇਂ ਖਾਲਸੇ ਨੇ ਉਸ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਾਇਆ, ਕਿੰਨੀਆਂ ਕੁਰਬਾਨੀਆਂ ਦੇ ਕੇ, ਕਿਉਂਕਿ ਉੱਥੇ ਮੰਤ ਕਾਬਜ਼ ਹੋ ਚੁੱਕੇ ਸੀ। ਅੱਜ ਵੀ ਕਈ ਗੁਰਧਾਮਾਂ ਤੇ ਐਸੇ ਬੈਠੇ ਨੇ। ਖੈਰ ਦੁਨੀ ਚੰਦ ਨੇ ਆਖਿਆ ਮਾਤਾ ਜੀ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੋਈ ਸਮਝਾਓ। ਤੇ ਮਾਤਾ ਜੀ ਕਹਿਣ ਲੱਗੇ ਦੁਨੀ ਚੰਦਾ ਤੇਰਾ ਤੇ ਐਵੇਂ ਨਾ ਹੀ ਲੱਗਣਾ, ਕਿਰਪਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਰ ਦੇਣੀ ਹੈ। ਦੁਨੀ ਚੰਦ ਕਹਿੰਦਾ ਮਾਤਾ ਜੀ ਮੈਨੂੰ ਤੇ ਲੱਗਦਾ ਵੀ ਤੁਸੀਂ ਸਾਰੇ ਪਰਿਵਾਰ ਨੇ ਸਲਾਹ ਕੀਤੀ ਦੁਨੀ ਚੰਦ ਮਰਵਾਉਣਾ ਹੀ ਮਰਵਾਉਣਾ, ਹੁਣ ਮੈਂ ਕਿਹਦੇ ਕੋਲ ਜਾਵਾਂ, ਮੇਰੇ ਕੋਲ ਤੇ ਕੋਈ ਰਾਹ ਹੀ ਨਹੀਂ ਬਚਿਆ। ਤੇ ਮਾਤਾ ਜੀ ਕਹਿੰਦੇ ਦੁਨੀ ਚੰਦਾ ਤੈਨੂੰ ਸਮਝਾਇਆ ਸੀ ਨਾ ਵੀ ਅੰਮ੍ਰਿਤ ਛਕ ਲਾ, ਤੂੰ ਅੰਮ੍ਰਿਤ ਨਹੀਂ ਛਕਿਆ, ਤੂੰ ਬੇਅਮਰਤੀਆਂ ਹੈ, ਤਾਂ ਕਰਕੇ ਤੈਨੂੰ ਮੌਤ ਕੋਲੋਂ ਡਰ ਲੱਗਦਾ। ਜੇ ਤੂੰ ਅੰਮ੍ਰਿਤ ਛਕਿਆ ਹੁੰਦਾ ਨਾ ਤੇ ਸਿਰ ਤੇ ਖੱਪਣ ਬਨ ਕੇ ਆਪ ਹਾਥੀ ਨਾਲ ਮੁਕਾਬਲਾ ਕਰ ਦੂੰ। ਬੇਅਮਰਤੀਏ ਦੀ ਕੋਈ ਜ਼ਿੰਦਗੀ, ਥੋੜਾ ਮੋਟਾ ਬੜਾ ਸੀ, ਬੜਾ ਸਰੀਰ ਦਾ ਭਾਰਾ ਸੀ। ਕਈ ਤੇ ਤੋਂ ਦਾ ਕਹਿੰਦੇ ਵੀ ਜਦੋਂ ਇਹ ਲੰਗਰ ਨੂੰ ਚਾਲਾ ਮਾਰਦਾ ਸੀ, ਇਹਨੂੰ ਵੇਖ ਕੇ ਲੰਗਰ ਹੀ ਚਾਲੇ ਮਾਰ ਜਾਂਦਾ ਸੀ ਵੀ ਆ ਗਿਆ ਦੁਨੀ ਚੰਦ। ਹੁਣ ਨਹੀਂ, ਖੈਰ ਇਹ ਦੁਨੀ ਚੰਦ ਵੇਖੋ, ਮੈਂ ਬੇਨਤੀ ਕਰਾਂ ਗੁਰੂ ਘਰ ਦਾ ਇੱਕ ਨਿਯਮ ਹੈ। ਨਿਯਮ ਇਹ ਹੈ ਵੀ ਜੇ ਗੁਰੂ ਘਰ ਦੇ ਵਿੱਚ ਖੰਡ ਦਾ ਤੋੜਾ ਆਇਆ, ਘਿਓ ਦਾ ਪੀਪਾ ਆਇਆ, ਚਾਹ ਪੱਤੀਆਂ ਚੜੀਆਂ, ਰਸਤਾਂ ਚੜੀਆਂ, ਇਹ ਤੇ ਕੋਈ ਕਣਕ ਚੜਾ ਗਿਆ, ਕੋਈ ਝੋਨਾ ਚੜਾ ਗਿਆ, ਬਾਸਪਤੀ ਚੜਾ ਗਿਆ, ਤੇ ਜੇ ਹੁਣ ਮੇਰੇ ਵਰਗਾ ਆਖੇ ਵੀ ਮੈਂ ਕੱਲਾ ਹੀ ਖਾ ਜਾਵਾਂ ਤੇ ਉਹ ਜ਼ਹਿਰ ਹੈ। ਜੇ ਮੈਂ ਕੱਲਾ ਹੀ ਆਖਣਾ ਵੀ ਮੈਂ ਕੱਲਾ ਹੀ ਡੱਪ ਜਾਵਾਂ, ਉਹ ਜ਼ਹਿਰ ਹੈ। ਤੇ ਜੇ ਉਸੇ ਨੂੰ ਭੋਗ ਲਵਾ ਕੇ ਆ ਗੁਰੂ ਕੀ ਸੰਗਤ ਵਿੱਚ ਵਰਤਾ ਦਿੱਤਾ ਜਾਵੇ ਤੇ ਉਹ ਅੰਮ੍ਰਿਤ ਹੈ। ਦੋਵਾਂ ਵਿੱਚ ਅੰਤਰ। ਜੇ ਤੇ ਕੱਲਾ ਹੀ ਮੈਂ ਖਾ ਗਿਆ ਤੇ ਮੇਰੇ ਲਈ ਜ਼ਹਿਰ, ਤੇ ਜੇ ਉਹ ਭੋਗ ਲਾ ਕੇ ਵਰਤ ਗਿਆ ਤੇ ਉਹ ਅੰਮ੍ਰਿਤ ਹੋ ਗਿਆ। ਸਿਆਣੇ ਕਹਿੰਦੇ ਵੀ ਗੁਰੂ ਘਰ ਦੀਆਂ ਰੋਟੀਆਂ 3 ਕੰਮ ਕਰੇਣ। ਕਿਹੜੇ ਕਿਹੜੇ ਕਰਦੀਆਂ ਨੇ, ਨੋਟ ਕਰਿਓ। ਕਰਦੀਆਂ ਉਸ ਲਈ ਨੇ ਜਿਹੜਾ ਕਦੇ ਗੁਰੂ ਦਾ ਸ਼ੁਕਰਾਨਾ ਨਹੀਂ ਕਰਦਾ ਤੇ ਕੱਲਾ ਹੀ ਡੱਪ ਜਾਂਦਾ। ਗੁਰੂ ਘਰ ਦੀਆਂ ਰੋਟੀਆਂ 3 ਕੰਮ ਕਰੇਣ, ਹੱਡ ਗਾਲਣ, ਮੱਤ ਮਾਰਨ ਅਤੇ ਕੰਮ ਕਰਨਾ ਦੇਣ। ਜਿਹੜਾ ਬੰਦਾ ਕੱਲਾ ਹੀ ਖਾਂਦਾ, ਗੁਰੂ ਘਰ ਦੇ ਵਿੱਚ ਕਿਸੇ ਨੂੰ ਪੁੱਛਦਾ ਕਹਿੰਦਾ ਨਹੀਂ,
ਫਿਰ ਉਹਦੀ ਮਤ ਹੀਣ ਹੋ ਜਾਂਦੀ ਹੈ, ਉਹ ਮੌਤ ਕੋਲੋਂ ਵੀ ਡਰਿਆ ਕਰਦਾ ਹੈ। ਦੁਨੀ ਚੰਦ ਮਸੰਦ ਆਪਣੇ ਕੈਂਪ ਵਿੱਚ ਪਹੁੰਚ ਗਿਆ ਤੇ ਆਪਣੇ ਮਸੰਦਾਂ ਨੂੰ ਕੋਲ ਸੱਦ ਲਿਆ। ਹੁਣ ਗੱਲ ਕੀ ਸੀ ਤੇ ਬਣਾ ਕੇ ਕੀ ਦੱਸਣ ਲੱਗਾ, ਗੌਰ ਕਰਿਓ। ਮੈਨੂੰ ਮਹਿਸੂਸ ਹੋ ਰਿਹਾ ਵੀ ਤੁਹਾਡੀ ਸੁਰਤੀ ਬੜੀ ਟਿੱਕੀ ਹੈ ਤੇ ਮੈਂ ਇਹਨੂੰ ਭੰਗ ਨਹੀਂ ਕਰਨਾ ਚਾਹੁੰਦਾ। ਮੈਂ ਕੇਵਲ 2 ਵਾਰਾਂ ਹੀ ਕਹਿਣੀਆਂ ਨੇ ਤੇ ਤੁਹਾਡੇ ਟਿਕੇ ਹੋਏ ਨਿਯਮ ਦੇ ਵਿੱਚੋਂ ਰਹਿ ਕੇ ਮੈਂ ਸਮਾਪਤੀ ਕਰ ਦੇਣੀ ਹੈ। ਦੁਨੀ ਚੰਦ ਮਸੰਦ ਨੇ ਕਰ ਲੈ ਲਾਗੇ ਮਸੰਦ ਇਕੱਠੇ ਜਿਹੜੇ ਸਾਥੀ ਸਨ, ਗੱਲ ਕੁਝ ਹੋਰ ਸੀ, ਬਣਾ ਕੇ ਕੁਝ ਹੋਰ ਦੱਸ ਦਿੱਤੀ। ਆਵਾਜ਼ ਮਾਰ ਕੇ ਕਹਿਣ ਲੱਗਾ, ਮਸੰਦੋ ਤੁਸੀਂ ਸੁਣਿਆ ਕੁਝ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀ ਆਖਿਆ? ਉਹ ਕਹਿਣ ਲੱਗੇ, ਨਹੀਂ ਦੁਨੀ ਚੰਦ ਜੀ ਅਸੀਂ ਤਾਂ ਕੋਈ ਸੁਣਿਆ ਨਹੀਂ। ਤੇ ਦੁਨੀ ਚੰਦ ਕਹਿੰਦਾ, ਗੁਰੂ ਗੋਬਿੰਦ ਸਿੰਘ ਕਹਿੰਦੇ ਰਾਜਿਆਂ ਦਾ ਆਉਣਾ ਹਾਥੀ, ਉਹਦੇ ਮੱਥੇ 'ਚ ਬੀੜੀਆਂ ਤਵੀਆਂ, ਸੋਂਡਰਾਂ ਬੰਨੀ, ਤੇਜ਼ ਤਿੱਖੀ ਤਲਵਾਰ, ਤੇ ਉਸ ਨੂੰ ਪਿਉਣੀ ਹੈ ਰਾਜਿਆਂ ਨੇ ਸ਼ਰਾਬ, ਉਹਨੇ ਆ ਕੇ ਮੱਥਾ ਮਾਰਨਾ ਹੈ ਲੋਹਗੜ੍ਹ ਦੇ ਦਰਵਾਜ਼ੇ ਨਾਲ। ਤੇ ਗੁਰੂ ਗੋਬਿੰਦ ਸਿੰਘ ਕਹਿੰਦੇ, ਦੁਨੀ ਚੰਦਾ ਉਸ ਹਾਥੀ ਦਾ ਮੁਕਾਬਲਾ, ਆ ਸ਼ਬਦ ਸੁਣਿਓ। ਦੁਨੀ ਚੰਦ ਨੇ ਆਖਿਆ, ਉਹ ਮਸੰਦੋ ਗੁਰੂ ਗੋਬਿੰਦ ਸਿੰਘ ਕਹਿੰਦੇ ਵੀ ਉਸ ਹਾਥੀ ਦਾ ਮੁਕਾਬਲਾ ਦੁਨੀ ਚੰਦ ਅਤੇ ਦੇ ਸਾਰੇ ਮਸੰਦ ਸਾਥੀ ਕਰਨਗੇ। ਸਾਰੇ ਵਲੇਟ ਲੈ ਵੀ ਹੁਣ ਕੋਈ ਬਚ ਨਾ ਜਾਵੇ, ਸਾਰੇ ਇਕੱਠੇ ਕਰਕੇ ਵਲੇਟ ਲੈ। ਤੇ ਮਸੰਦਾਂ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ, ਉਤਲਾ ਸਾਹ ਤਾਂ ਰਹਿ ਗਿਆ ਤੇ ਹੇਠਲਾ ਠਾਂ ਰਹਿ ਗਿਆ। ਐਂ ਹੋ ਗਿਆ ਜਿਵੇਂ ਹਾਥੀ ਨਾਲ ਲੜਨ ਤੋਂ ਪਹਿਲਾਂ ਹੀ ਮਰ ਗਏ ਹੋਣ, ਸੁਸਰੀ ਵਾਂਗ ਸੌਂ ਗਏ। ਤੇ ਦੁਨੀ ਚੰਦ ਨੇ ਆਖਿਆ, ਓਏ ਫਿਕਰ ਨਾ ਕਰੋ, ਹੁਣ ਤੁਸੀਂ ਦੱਸੋ ਵੀ ਹਾਥੀ ਨਾਲ ਲੜ ਕੇ ਮਰਨਾ ਕਿ ਕਿਲੇ ਵਿੱਚੋਂ ਭੱਜਣਾ? ਉਹ ਕਹਿੰਦੇ ਵੀ ਆਪਾਂ ਕਿਲੇ ਵਿੱਚੋਂ ਭੱਜੀਏ। ਕਿਵੇਂ ਭੱਜਿਆ ਜਾਵੇ? ਮਸੰਦ ਖਲੋਤੇ ਨੇ, ਉਹਨਾਂ ਦਾ ਆਗੂ ਦੁਨੀ ਚੰਦ ਖਲੋਤਾ ਹੈ। ਹੁਣ ਕਿਵੇਂ ਵਿਚਾਰ ਕਰਦੇ ਨੇ, ਕੀ ਕੁਝ ਕਰਦੇ ਨੇ, ਇਹ ਮੈਂ ਨਹੀਂ ਕਹਿਣਾ, ਇਹ ਤੁਹਾਡੀ ਨਾਲ ਸੁਰਤੀ ਟਿਕੀ ਹੋਈ ਹੈ। ਤੁਸੀਂ ਖੁਦ ਸੁਣਨ ਦਾ ਯਤਨ ਕਰਿਓ ਵੀ ਰਾਤ ਨੂੰ ਗੀਦੀਆਂ ਨੇ ਮਤਾ ਪਕਾ ਲਿਆ ਹੈ। ਹੁਣ ਮਤਾ ਪਕਾ ਕੇ ਕੀ ਕਰ ਲੱਗੇ ਨੇ, ਸੁਣੋ ਸਵੇਲੇ ਦਾ ਸੀਨ ਆ। ਢਾਲ ਵੀ ਵਾਰ ਰਾਹੀਂ ਬਹੁ ਵਿੜਦਾ ਢਾਡੀ ਹੱਥਾ, ਇਉਂ ਬਿਆਨ ਕਰ। ਸਾਊਂਡ ਵਾਲੇ ਭਾਜੀ ਮੋਬਾਈਲ ਚੋਂ ਨਿਕਲੋ, ਇੱਧਰ ਧਿਆਨ ਦਿਓ ਥੋੜਾ ਜਿਹਾ। ਨਾਲ ਬੰਦੇ ਦਾ ਮੇਲ ਕੀ।
ਪਿੱਛੇ ਆਉਣਾ ਰਾਜਿਆਂ। ਉਹਦੇ ਪਿੱਛੇ ਆਉਣਾ ਰਾਜਿਆਂ, ਜਿਹੜੇ ਜੁੜੇ ਨੇ ਕਈ ਹਜ਼ਾਰ, ਜਿਹੜੇ ਜੁੜੇ ਨੇ ਕਈ ਹਜ਼ਾਰ। ਓਏ ਆਪਾਂ ਦੱਸ ਕਿਲੇ ਚੋਂ ਚੱਲੀਏ, ਰਾਤੋਂ ਰਾਤੀ ਟੱਪ ਦੀਵਾਰ, ਰਾਤੋਂ ਰਾਤੀ ਟੱਪ ਦੀਵਾਰ। ਇਹਦਾ ਮਤਾ ਪਕਾਇਆ ਗੀਤੀਆਂ ਜੋ ਹੈ ਸੀ ਬੜੇ ਗਦਾਰ, ਰੱਸੇ ਨਾਲ ਲੱਕਾਂ ਦੇ ਬੰਨ ਕੇ। ਰੱਸੇ ਨਾਲ ਲੱਕਾਂ ਦੇ ਬੰਨ ਕੇ ਦਿੱਤੀ ਛਾਲ ਕਿਲੇ ਤੋਂ ਮਾਰ, ਵਾਰੀ ਆ ਗਈ ਦੁਨੀ ਮਸੰਦ ਦੀ। ਮਸੰਦ ਦੀਓ ਜਿਹਦਾ 7 ਮਣ ਪੱਕਾ ਭਾਰ, ਰੱਸਾ ਅੱਧ ਵਿਚਾਲੋਂ ਟੁੱਟਿਆ, ਪਾਪੀ ਡਿੱਗਾ ਪੱਪਾ ਭਾਰ। ਸੱਜੀ ਲੱਤ ਗੋਡਿਓਂ ਟੁੱਟ ਗਈ, ਉਹ ਸੱਜੀ ਲੱਤ ਗੋਡਿਓਂ ਟੁੱਟ ਗਈ, ਤੇ ਤੁਰਿਆ ਜਾਏ ਨਾ ਬਹੁਤ ਲਾਚਾਰ। ਸੱਜੀ ਲੱਤ ਗੋਡਿਓਂ ਟੁੱਟ ਗਈ,
ਮੂਸਾ ਭਜਾ ਮੌਤ ਦੁਨੀ ਚੰਦ ਨੇ ਆਪਣੇ ਸਾਥੀਆਂ ਨਾਲ ਸਲਾਹ ਕੀਤੀ ਤੇ ਰਾਤੋਂ ਰਾਤ ਕਿਲੇ ਤੋਂ ਰੱਸੇ ਲਮਕਾ ਕੇ ਮਸੰਨਾ ਨੇ ਛਾਲਾਂ ਮਾਰੀਆਂ। ਜਦੋਂ ਦੁਨੀ ਚੰਦ ਦੀ ਵਾਰੀ ਆਈ, ਭਾਰਾ ਬੜਾ ਸੀ, ਮੈਂ ਬੇਨਤੀ ਕਰ ਚੁੱਕਾ, ਅੱਧ ਵਿਚਾਲੇ ਪਹੁੰਚਾ ਤੇ ਰੱਸਾ ਅੱਧ ਵਿਚਕਾਰੋਂ ਟੁੱਟ ਗਿਆ। ਆਪਣਾ ਭਾਰ ਹੀ ਆਪਣੀਆਂ ਲੱਤਾਂ ਉੱਤੇ ਪੈ ਗਿਆ ਤੇ ਸੱਜੇ ਪੱਟ ਤੋਂ ਲੱਤ ਟੁੱਟ ਗਈ। ਹੁਣ ਤੁਰਿਆ ਨਹੀਂ ਜਾਂਦਾ ਤੇ ਸਾਥੀਆਂ ਨੇ ਮਸਾਂ ਹੀ ਚੁੱਕਿਆ, ਭਾਰਾ ਬਹੁਤ ਸੀ ਨਾ, ਮਸਾਂ ਚੁੱਕ ਕੇ ਤੇ ਉਹਨਾਂ ਅੰਮ੍ਰਿਤਸਰ ਸਾਹਿਬ ਪਹੁੰਚਾਇਆ। ਇੱਥੇ ਆਇਆ ਤੇ ਜਦੋਂ ਕੁਝ ਦਿਨਾਂ ਬਾਅਦ ਆਪਣਾ ਖੱਬਾ ਪੈਰ ਮੰਜੇ ਤੋਂ ਥੱਲੇ ਕੀਤਾ, ਥੱਲੇ ਇੱਕ ਸੱਪ ਬੈਠਾ ਸੀ, ਉਹਨੇ ਡੰਗ ਮਾਰਿਆ ਤੇ ਦੀ ਮੌਤ ਹੋ ਗਈ। ਮੂਸਾ ਭੱਜਾ ਮੌਤ ਤੋਂ, ਮੌਤ ਅੱਗੇ ਖੜੀ, ਕਾਲ ਤੋਂ ਡਰਦਾ ਭੱਜਾ ਸੀ। ਇਹਦੇ ਮੱਥੇ ਤੇ ਬਦਨਾਮੀ ਦਾ ਕਲੰਕ ਲੱਗ ਗਿਆ, ਪਰ ਇਹਦੇ ਸਤਿਕਾਰਯੋਗ ਪੋਤਰੇ ਭਾਈ ਅਨੂਪ ਸਿੰਘ ਤੇ ਭਾਈ ਸਰੂਪ ਸਿੰਘ ਮਜੀਠੇ ਦੇ ਰਹਿਣ ਵਾਲੇ, ਉਹ ਦਸਮ ਪਾਤਸ਼ਾਹ ਦੀ ਸ਼ਰਨ ਵਿੱਚ ਗਏ, ਜਾ ਕੇ ਮੁਆਫੀ ਮੰਗੀ ਤੇ ਨਰਮੋਹਗੜ੍ਹ ਦੀ ਜੰਗ ਵਿੱਚੋਂ ਮਰਦ ਸ਼ਹੀਦ ਵੀ ਹੋਏ। ਬਹੁਤ ਵੱਡਾ ਇਤਿਹਾਸ ਉਹਨਾਂ ਦਾ ਵੀ ਹੈ। ਖੈਰ, ਸੰਗਤ ਅਗਲੇ ਦਿਨ ਦੇ ਦੀਵਾਨ ਵਿੱਚ ਬੈਠੀ ਹੈ ਤੇ ਮਹਾਰਾਜ ਦੀਵਾਨ ਵਿੱਚ ਸੱਜੇ ਹੋਏ ਨੇ ਤੇ ਸੰਗਤਾਂ ਨੇ ਆਖਿਆ, ਪਾਤਸ਼ਾਹ ਤੁਹਾਡਾ ਤੇ ਹਾਥੀ ਭੱਜ ਗਿਆ, ਤੁਸੀਂ ਕਹਿੰਦੇ ਸੀ ਸਾਡਾ ਹਾਥੀ ਮੁਕਾਬਲਾ ਕਰੇਗਾ, ਸਤਿਗੁਰੂ ਹਾਥੀ ਭੱਜ ਗਿਆ ਜੇ, ਹੁਣ ਹਾਥੀ ਦਾ ਮੁਕਾਬਲਾ ਕੌਣ ਕਰੇਗਾ? ਤੇ ਕਲਗੀਧਰ ਪਾਤਸ਼ਾਹ ਕਹਿੰਦੇ, ਕੋਈ ਗੱਲ ਨਹੀਂ ਸੰਗਤ ਜੀ, ਹਾਥੀ ਭੱਜਾ ਹੈ ਨਾ, ਸਾਡਾ ਬੱਬਰ ਸ਼ੇਰ ਰਾਜਾਂ ਦੇ ਹਾਥੀ ਦਾ ਮੁਕਾਬਲਾ ਕਰੇਗਾ, ਬੱਬਰ ਸ਼ੇਰ। ਸੰਗਤਾਂ ਨੇ ਆਖਿਆ, ਮਹਾਰਾਜ ਫੇਰ ਪਹੇਲੀ, ਕਦੀ ਤੁਹਾਡਾ ਹਾਥੀ ਤਿਆਰ ਹੁੰਦਾ, ਕਦੀ ਬੱਬਰ ਸ਼ੇਰ, ਅਸੀਂ ਨਹੀਂ ਸਮਝ ਸਕਦੇ ਤੁਹਾਡੀਆਂ ਰਮਜ਼ਾਂ ਨੂੰ। ਮਹਾਰਾਜ ਤੁਸੀਂ ਦੀਨ ਦੁਨੀਆ ਦੇ ਵਾਲੀ ਹੋ, ਕਿਰਪਾ ਕਰੋ ਵੀ ਦੱਸੋ ਹੁਣ ਬੱਬਰ ਸ਼ੇਰ ਕੌਣ ਹੈ? ਤੇ ਸਤਿਗੁਰਾਂ ਨੇ ਆਖਿਆ, ਸਾਹਮਣੇ ਬੈਠਾ ਸੰਗਤ ਵਿੱਚ ਸਿੰਘ ਸਾਹਿਬ ਭਾਈ ਮਣੀ ਸਿੰਘ ਦਾ ਸੁਪੁੱਤਰ ਭਾਈ ਬਚਿੱਤਰ ਸਿੰਘ। ਮਹਾਰਾਜ ਕਹਿੰਦੇ ਹੁਣ ਬਚਿੱਤਰ ਸਿੰਘ ਹਾਥੀ ਦੇ ਨਾਲ ਮੁਕਾਬਲਾ ਕਰੇਗਾ। ਇਹ ਭਾਈ ਬਚਿੱਤਰ ਸਿੰਘ ਕੌਣ ਹੈ ਤੇ ਭਾਈ ਮਣੀ ਸਿੰਘ ਦਾ ਪਰਿਵਾਰ ਕੀ ਹੈ? ਭਾਈ ਰਾਓ ਜੀ ਹੋਏ ਤੇ ਭਾਈ ਰਾਓ ਜੀ ਦਾ ਪੁੱਤਰ ਹੋਇਆ ਭਾਈ ਬੂਲਾ ਜੀ, ਭਾਈ ਮੂਲਾ ਜੀ ਦਾ ਪੁੱਤਰ ਹੋਇਆ ਭਾਈ ਬੱਲੂ ਜੀ, ਜਿਹੜਾ 6ਵੇਂ ਪਾਤਸ਼ਾਹ ਦੇ ਵੇਲੇ ਜੰਗ ਵਿੱਚ ਲੜਿਆ, ਪਹਿਲੀ ਜੰਗ ਵਿੱਚ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਲੜੇ ਹੋ। ਭਾਈ ਬੱਲੂ ਜੀ ਦੇ ਸਪੁੱਤਰ ਹੋਏ ਭਾਈ ਮਾਈਦਾਸ ਜੀ, ਭਾਈ ਮਾਈਦਾਸ ਜੀ ਦੇ ਸਪੁੱਤਰ ਸਨ ਸਿੰਘ ਸਾਹਿਬ ਭਾਈ ਮਣੀ ਸਿੰਘ ਜੀ। ਭਾਈ ਮਣੀ ਸਿੰਘ ਦੇ 10 ਪੁੱਤਰ ਹੋਏ, ਉਦੇ ਸਿੰਘ, ਅਣਕ ਸਿੰਘ, ਅਜਬ ਸਿੰਘ, ਅਜਾਇਬ ਸਿੰਘ, ਗੁਰਬਖਸ਼ ਸਿੰਘ, ਚਿੱਤਰ ਸਿੰਘ, ਦੇਸਾ ਸਿੰਘ, ਬਲਰਾਮ ਸਿੰਘ, ਬਚਿੱਤਰ ਸਿੰਘ, ਭਗਵਾਨ ਸਿੰਘ। ਭਾਈ ਮਣੀ ਸਿੰਘ ਸਾਹਿਬ ਦੇ ਬੰਦ ਕੱਟੇ ਗਏ। ਇਸ ਇਤਿਹਾਸ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਜਦੋਂ ਜਲਾਦ ਨੇ ਟੋਕਾ ਰੱਖਿਆ ਸੀ ਨਾ ਭਾਈ ਮਣੀ ਸਿੰਘ ਦੇ ਗੁੱਟ ਦੇ ਉੱਤੇ, ਤੇ ਜਲਾਦ ਨੂੰ ਭਾਈ ਮਣੀ ਸਿੰਘ ਨੇ ਆਖਿਆ ਵੀ ਰੁਕ ਜਾ, ਤੇ ਜਲਾਦ ਨੇ ਆਖਿਆ, ਮਣੀ ਸਿੰਘਾ ਬੜੀ ਬਹਾਦਰੀ ਦੀਆਂ ਗੱਲਾਂ ਕਰਦਾ ਸਾਂ, ਤੇ ਮੈਂ ਟੋਕਾ ਰੱਖਿਆ, ਮਾਰਿਆ ਵੀ ਨਹੀਂ, ਤੇ ਪਹਿਲਾਂ ਹੀ ਮੈਨੂੰ ਰੋਕ ਦਿੱਤਾ, ਡਰ ਗਿਆ। ਤੇ ਭਾਈ ਮਣੀ ਸਿੰਘ ਕਹਿੰਦੇ, ਨਾ ਜਲਾਦਾ ਮੈਂ ਡਰਿਆ ਨਹੀਂ, ਤੂੰ ਆਪਣੇ ਹਾਕਮਾਂ ਦਾ ਹੁਕਮ ਨਹੀਂ ਵਜਾਰਿਆ, ਤੇਰੇ ਹਾਕਮਾਂ ਨੇ ਹੁਕਮ ਕੀਤਾ ਕਿ ਮਣੀ ਸਿੰਘ ਦਾ ਬੰਦ ਕੱਟਿਆ ਜਾਵੇ। ਤੇ ਸਜਣਾ, ਬੰਦ ਗੁੱਟ ਤੋਂ ਨਹੀਂ, ਬੰਦ ਪੋਟੇ ਤੋਂ ਸ਼ੁਰੂ ਹੁੰਦਾ ਹੈ, ਪੋਟੇ ਤੋਂ। ਇਹ ਉਸ ਮਰਦ ਦੀ ਕੁਰਬਾਨੀ। ਬੰਦ ਕਟਾਇਆ ਭਾਈ ਮਣੀ ਸਿੰਘ ਸਾਹਿਬ ਨੇ, ਤੇ ਲਗਭਗ 65 ਮੈਂਬਰ ਭਾਈ ਮਣੀ ਸਿੰਘ ਸਾਹਿਬ ਦੇ ਸ਼ਹੀਦ ਹੋਏ, ਜਿਨ੍ਹਾਂ ਵਿੱਚੋਂ 54 ਦੀ ਲਿਸਟ ਮੇਰੇ ਕੋਲ ਹੈ। ਭਾਈ ਉਦੇ ਸਿੰਘ, ਭਾਈ ਅਣਕ ਸਿੰਘ, ਭਾਈ ਅਜਾਇਬ ਸਿੰਘ, ਭਾਈ ਅਲਬੇਲ ਸਿੰਘ, ਭਾਈ ਅਲਬੇਲ ਸਿੰਘ ਦੂਜਾ, ਭਾਈ ਆਲਮ ਸਿੰਘ, ਭਾਈ ਸੁਹੇਲ ਚੰਦ, ਭਾਈ ਸੁੱਖਾ ਸਿੰਘ, ਭਾਈ ਸੁੱਖਾ ਸਿੰਘ ਦੂਜਾ, ਭਾਈ ਸੀਤਲ ਸਿੰਘ, ਭਾਈ ਸੰਗਰਾਮ ਸਿੰਘ, ਭਾਈ ਸੈਨਾ ਸਿੰਘ, ਭਾਈ ਸ਼ੇਰ ਸਿੰਘ, ਭਾਈ ਸ਼ਾਮ ਸਿੰਘ, ਭਾਈ ਹਠੀ ਚੰਦ, ਭਾਈ ਕਲਿਆਣ ਸਿੰਘ, ਭਾਈ ਕੇਸੋ ਸਿੰਘ, ਭਾਈ ਕੋਇਰ ਸਿੰਘ, ਭਾਈ ਗੁਰਬਖਸ਼ ਸਿੰਘ, ਭਾਈ ਗੁਲਜ਼ਾਰ ਸਿੰਘ, ਭਾਈ ਗੋਕਲ ਸਿੰਘ, ਭਾਈ ਚਿੱਤਰ ਸਿੰਘ, ਭਾਈ ਜੇਠਾ ਸਿੰਘ, ਭਾਈ ਜਗਤ ਸਿੰਘ, ਭਾਈ ਦਿਆਲਦਾਸ ਜੀ, ਭਾਈ ਦਾਸਾ ਜੀ, ਭਾਈ ਦਾਨ ਸਿੰਘ, ਭਾਈ ਨਾਨੂ ਸਿੰਘ, ਭਾਈ ਨਠੀਆ ਸਿੰਘ, ਭਾਈ ਨਾਰ ਸਿੰਘ, ਭਾਈ ਨੰਦ ਸਿੰਘ, ਭਾਈ ਬੱਲੂ ਜੀ, ਭਾਈ ਬਾਗ ਸਿੰਘ, ਭਾਈ ਬਾਜ ਸਿੰਘ ਦੂਜਾ, ਭਾਈ ਬਾਜ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਭਗਵਾਨ ਸਿੰਘ, ਭਾਈ ਭੂਪਤ ਸਿੰਘ, ਭਾਈ ਭਗਵੰਤ ਸਿੰਘ, ਭਾਈ ਮਾਧੋ ਜੀ, ਭਾਈ ਮਥਰਾ ਜੀ, ਭਾਈ ਮਾਨ ਸਿੰਘ, ਭਾਈ ਮਹਾ ਸਿੰਘ, ਭਾਈ ਮਹਿਬੂਬ ਸਿੰਘ, ਭਾਈ ਮੋਹਰ ਸਿੰਘ, ਸਿੰਘ ਸਾਹਿਬ ਭਾਈ ਮਣੀ ਸਿੰਘ, ਭਾਈ ਰਾਏ ਸਿੰਘ, ਭਾਈ ਰੂਪ ਸਿੰਘ, ਭਾਈ ਰਾਮ ਸਿੰਘ, ਭਾਈ ਲਾਲ ਸਿੰਘ ਦੇ ਭਾਈ ਲਹਿਣੂ ਜੀ। ਇਹ 54 ਜੀਆਂ ਦੀ ਲਿਸਟ ਮੇਰੇ ਕੋਲ ਹੈ, ਜਿਹੜੇ ਇਸ ਪਰਿਵਾਰ ਦੇ ਮੈਂਬਰ ਸ਼ਹੀਦ ਹੋਏ। ਉਹਨਾਂ ਵਿੱਚੋਂ ਨਾਂ ਲਿਆ ਅੱਜ ਕਲਗੀਧਰ ਪਾਤਸ਼ਾਹ ਨੇ ਆਖਿਆ, ਭਾਈ ਬਚਿੱਤਰ ਸਿੰਘ ਹੁਣ ਹਾਥੀ ਦਾ ਮੁਕਾਬਲਾ ਕਰੇਗਾ। ਭਾਈ ਬਚਿੱਤਰ ਸਿੰਘ ਨੇ ਸੀਸ ਝੁਕਾ ਦਿੱਤਾ। ਮਹਾਰਾਜ ਕਹਿੰਦੇ ਤਿਆਰੀ ਕਰੋ। ਤਿਆਰੀ ਹੋ ਗਈ ਭਾਈ ਬਚਿੱਤਰ ਸਿੰਘ ਦੀ, ਤੇ ਮਹਾਰਾਜ ਦੇ ਕੋਲ ਆਇਆ। ਸਤਿਗੁਰਾਂ ਨੇ ਨਾਗਣੀ ਵਰਸ਼ਾ ਦੇ ਕੇ ਆਖਿਆ, ਜਾਓ ਬਚਿੱਤਰ ਸਿੰਘ, ਗੁਰੂ ਨਾਨਕ ਸਹਾਈ ਹੋਣਗੇ। ਤੇ ਭਾਈ ਬਚਿੱਤਰ ਸਿੰਘ ਨੇ ਆਖਿਆ, ਮਹਾਰਾਜ ਕਿਰਪਾ ਤੇ ਸਾਰੀ ਤੁਹਾਡੀ ਵਰਤਨੀ, ਬਚਿੱਤਰ ਸਿੰਘ ਦਾ ਤੇ ਐਵੇਂ ਨਾ ਹੀ ਲੱਗ ਜਾਣਾ। ਵੇਖੋ ਕਈ ਵਾਰ ਨਾ ਮੇਰੇ ਵਰਗਾ ਬੰਦਾ ਐਵੇਂ ਛੱਜ ਬੰਨੀ ਫਿਰਦਾ,
ਵੀ ਜੇ ਮੈਂ ਨਾ ਹੁੰਦਾ ਤੇ ਆ ਕੰਮ ਹੋਣਾ ਹੀ ਨਹੀਂ ਸੀ। ਆਮ ਫਿਤਰਤ ਹੈ ਬੰਦੇ ਦੀ, ਜੇ ਮੈਂ ਨਾ ਹੁੰਦਾ ਤੇ ਮੈਨੂੰ ਕਰਕੇ ਵਿਖਾਉਂਦੇ ਭਲਾ ਇਹ ਕੰਮ ਹੋ ਜਾਂਦਾ। ਤੇ ਜਦੋਂ ਕੋਈ ਮਾੜਾ ਹੋ ਜਾਵੇ ਨਾ, ਇਹ ਤਾਂ ਰੱਬ ਦੀ ਕੀਤੀ, ਰੱਬ ਨੇ ਮਾਰਿਆ, ਵਰਨਾ ਸਾਡੇ ਤੇ ਬਹੁਤ ਤਿਆਰੀ ਸੀ, ਅਸੀਂ ਤੇ ਬੜੇ ਤਿਆਰ ਸਾਂ, ਰੱਬ ਹੀ ਸਾਨੂੰ ਮਾਰ ਗਿਆ, ਸਾਡੀ ਕਿਸਮਤ ਹੀ। ਇੱਕ ਚਾਲ ਹੁੰਦੀ ਹੈ, ਕਬੀਤ ਲਿਖਿਆ ਭਾਈ ਗੁਰਦਾਸ ਜੀ ਨੇ, ਉਹ ਕਹਿੰਦੇ ਚਰਨ ਸ਼ਰਨ ਗੁਰ ਇੱਕ ਪਿੰਡ ਜਾਏ ਚੱਲ ਸਤਗੁਰ ਕੋਟ ਪਿੰਡ ਆਗੇ ਹੋਏ ਲੇਤ ਹੈ, ਇਹਨੂੰ ਕਬੀਤ ਕਹਿੰਦੇ ਨੇ। ਤੇ ਕਬੀਤ ਲਿਖੇ ਦਸਮ ਪਾਤਸ਼ਾਹ ਨੇ, ਉਹ ਕਹਿੰਦੇ ਜੋਗੀ ਜਤੀ ब्रह्मचारी बड़े बड़े छत्रधारी छतरी की छाया कई कोसलो चलत है, बड़े बड़े राजन के दावत फिरत देश बड़े बड़े राजन के द्रप को दलत है, मान से महीप और दलीप कैसे छत्रधारी बड़ो अभिमान पो जो दंड को करत है, दारा से दली सरदार योधन से मान तारी भोग भोग भूम अंत भूम में मिलता है। दसम पातशाह के चल के फिर कहते, ਉਹ ਕਹਿੰਦੇ ਕਿਤੇ ਕੱਛ ਮੱਚ ਕਿਤੇ ਉनको करत पछ किते अछ वच हो इस पछ उड़ जाएंगे, किते नब बीच अछ पछ को करेंगे पछ कितक प्रतच होए पचाए खाए जाएंगे, जल कहाँ थल कहाँ गगन के गौण कहाँ काल के बनाए सबे काल ही चबाहेंगे, तेज जो अतेज में अतेज जैसे तेजलीन ताही ते उपज सब ताही में समाएंगे। इनू कबीत कहंदे ने। हुण कबीत लिखे सीतल साहब ने, ਉਹ ਕੀ ਲਿਖਦੇ ਨੇ, ਉਹ ਕਹਿੰਦੇ ਬੋਲੀਆਂ ਨਾ ਮਾਰੋ ਲੋਕੋ, ਪਿਆਰੇ ਜੀ ਦਾ ਨਾਮ ਲੈ ਕੇ ਪਿਆਰ ਜਿਹਾ ਦੱਸੋ ਹੋਰ ਹੈਗਾ ਹੈ ਜਹਾਨ ਵਿੱਚ। ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਮ ਲੈ ਕੇ ਬੋਲੀਆਂ ਮਾਰਦੇ ਹੋ ਤੇ ਦਸਮ ਪਾਤਸ਼ਾਹ ਵਰਗਾ ਕੋਈ ਦੁਨੀਆ ਤੇ ਹੈ? ਸੀਤਲ ਸਾਹਿਬ ਜੀ ਲਿਖਦੇ, ਉਹ ਕਹਿੰਦੇ ਬੋਲੀਆਂ ਨਾ ਮਾਰੋ ਲੋਕੋ, ਪਿਆਰੇ ਜੀ ਦਾ ਨਾਮ ਲੈ ਕੇ ਪਿਆਰ ਜਿਹਾ ਦੱਸੋ ਹੋਰ ਹੈਗਾ ਹੈ ਜਹਾਨ ਵਿੱਚ। ਆਣ ਵਿੱਚ ਸ਼ਾਨ ਵਿੱਚ ਮਾਣ ਵਿੱਚ ਤਾਣ ਵਿੱਚ ਗਿਆਨ ਵਿੱਚ ਧਿਆਨ ਵਿੱਚ ਦੀਨ ਵਿੱਚ ਦਾਨ ਵਿੱਚ ਸੁਖਣ ਨਿਭਾਣ ਵਿੱਚ ਧਰਮ ਕਮਾਣ ਵਿੱਚ ਜ਼ੁਲਮ ਮਿਟਾਣ ਵਿੱਚ ਦੁੱਖੜੇ ਉਠਾਣ ਵਿੱਚ ਵੱਡੇ ਵੱਡੇ ਮਾਨੀਆਂ ਦੇ ਮਾਣ ਵਾਲੇ ਮਾਣ ਤੋੜੇ ਤੁਸੀਂ ਵੀ ਨਾ ਭੋਲਿਓ ਰਹੋ ਕਿਸੇ ਮਾਣ ਵਿੱਚ। ਉਹ ਕਹਿੰਦੇ ਉਸ ਦਾ ਨਿਸ਼ਾਨਾ ਅਸੀਂ ਉੱਕਿਆ ਨਾ ਡਿੱਠਾ ਕਦੇ ਹੈਗਾ ਇਲਾਹੀ ਅਸਰ ਉਸ ਦੀ ਕਮਾਨ ਵਿੱਚ, ਜੂੰਦਿਆਂ ਨੂੰ ਮਾਰਦਾ ਹੈ ਮਾਰ ਕੇ ਜਿਵਾਲਦਾ, ਇਹ ਹੈ ਸਫਾਈ ਉਹਦੇ ਤੀਰ ਦੇ ਚਲਾਣ ਵਿੱਚ। ਆਵੇ ਜਾਂ ਮੈਦਾਨ ਵਿੱਚ ਕਾਣ ਲਾਹੇ ਆਣ ਵਿੱਚ ਛੱਡਦਾ ਨਾ ਜਾਣ, ਜਾਣ ਦੁਸ਼ਮਣਾਂ ਦੀ ਜਾਨ ਵਿੱਚ, ਹੱਥੋਂ ਪਲੱਥੇ ਵਾਲੇ ਹੱਥੋਂ ਹੱਥ ਦੱਸ ਦਿੰਦਾ, ਰੋਕ ਕੇ ਉਹਦਾ ਹੱਥ ਹੁੰਦਾ ਕੋਈ ਹੀ ਜਹਾਨ ਵਿੱਚ। ਉਹ ਕਹਿੰਦੇ ਉਹਨਾਂ ਦੀ ਤੇਗ ਬਾਰੇ ਸੁਣੋ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੇਗ ਬਾਰੇ ਸੀਤਲ ਸਾਹਿਬ ਲਿਖਦੇ, ਉਹ ਕਹਿੰਦੇ ਦਮਕਦੀ ਏ ਚਮਕਦੀ ਏ ਕੜਕਦੀ ਏ ਦੜਕਦੀ ਏ ਬਿਜਲੀ ਦਾ ਤੇਜ਼ ਹੈ ਉਹਦੀ ਕਿਰਪਾਨ ਵਿੱਚ, ਇੱਥੇ ਉੱਥੇ ਜਿੱਥੇ ਕਿਤੇ ਆਰ ਪਾਰ ਵਾਰ ਉੱਤੇ ਵਾਰ ਹੁੰਦੇ ਕਈ ਕੇ ਆਣ ਵਿੱਚ, ਅੜਕਦਾ ਸੋ ਝਟਕਦਾ ਤੇ ਭੜਕਦਾ ਜ਼ਮੀਨ ਉੱਤੇ ਫੜਕਦਾ ਨਾ ਧੜਕਦਾ ਨਾ ਕੜਕਦਾ ਮੈਦਾਨ ਵਿੱਚ, ਛੁੱਟਦੇ ਨੇ ਤੀਰ ਤਾਰੇ ਟੁੱਟਦੇ ਨੇ ਅੰਬਰਾਂ ਤੋਂ, ਤਿੜਕ ਤਿੜਕ ਚਿਗਿਆੜੇ ਉੜਦੇ ਜੋ ਦੁਕਾਨ ਵਿੱਚ। ਉਹ ਕਹਿੰਦੇ ਹੁਣ ਦਸਮ ਪਾਤਸ਼ਾਹ ਦੇ ਤੀਰ ਬਾਰੇ ਸੁਣੋ, ਕਹਿੰਦੇ ਫੌਜਾਂ ਦੇ ਨਿਸ਼ਾਨੇ ਉਹਦੇ ਬਣ ਦੇ ਨਿਸ਼ਾਨੇ ਉਹਦੇ, ਹੋਂਦੀ ਨਾ ਖਤਾ ਉਹਦੇ ਬਾਨਾਂ ਦੇ ਨਿਸ਼ਾਨ ਵਿੱਚ, ਜਿੱਥੇ ਉਹਦੇ ਤੀਰ ਜਾਣ ਸੀਨਿਆਂ ਨੂੰ ਚੀਰ ਜਾਣ, ਕਰ ਲੀਲੋ ਰੀ ਜਾਣ ਛੱਡਣ ਨਾ ਪ੍ਰਾਣ ਵਿੱਚ, ਆਣ ਵਾਲੇ ਆਣ ਛੱਡ ਆਣ ਉਹਦੀ ਮੰਨ ਲੈਂਦੇ, ਆਣ ਆਣ ਝੁਕਦੇ ਨੇ ਰਹਿੰਦੇ ਨਾ ਗੁਮਾਨ ਵਿੱਚ, ਵਲੀਆਂ ਚ ਵਲੀ ਪੂਰਾ ਯੋਧਿਆਂ ਚ ਯੋਧਾ ਮਾਹੀ, ਕਮੀਆਂ ਚੋਂ ਕਵੀ ਤੇ ਗਿਆਨੀ ਹੈ ਗਿਆਨ ਵਿੱਚ। ਉਹ ਕਹਿੰਦੇ ਹੋਰ ਸੁਣੋ, ਕਹਿੰਦੇ ਮਾਰਦਾ ਹੈ ਤਾਰਦਾ ਹੈ ਸਾੜਦਾ ਹੈ ਠਾਰਦਾ ਹੈ, ਸਭ ਗੁਣ ਹੈ ਜੇ ਮੇਰੀ ਇੱਕੋ ਕਲੀ ਜਾਣ ਵਿੱਚ, ਵੱਡੇ ਵੱਡੇ ਸਾਬਰਾਂ ਦੇ ਸਬਰ ਉਹਨੇ ਤੋੜ ਛੱਡੇ, ਵੱਧ ਗਿਆ ਸਾਰਿਆਂ ਤੋਂ ਬਚੜੇ ਕੁਹਾਣ ਵਿੱਚ, ਕਈ ਵਾਰੀ ਵਾਰ ਇੱਕੇ ਵਾਰੇ ਚਾਰ ਵਾਰੇ, ਕੀਤੀ ਨਹੀਂ ਉਹ ਢਿੱਲ ਜਾਣ ਆਪਣੀ ਵੀ ਲਾਣ ਵਿੱਚ, ਸੁੱਖ ਛੱਡੇ ਪੁੱਤ ਛੱਡੇ ਤਖਤ ਛੱਡੇ ਬਖਤ ਛੱਡੇ, ਸਭ ਕੁਝ ਰੋੜ ਦਿੱਤਾ ਸਿੱਖੀ ਦੇ ਬਚਾਣ ਵਿੱਚ। ਉਹ ਕਹਿੰਦੇ ਪਾਪੀਆਂ ਨੂੰ ਮਾਰਦਾ ਲਤਾੜਦਾ ਪਛਾੜਦਾ ਉਜਾੜਦਾ ਤੇ ਸਾੜਦਾ ਵੰਗਾਰਦਾ ਮੈਦਾਨ ਵਿੱਚ, ਸੇਵਕਾਂ ਨੂੰ ਉਤਾਰਦਾ ਉਬਾਰਦਾ ਸਵਾਰਦਾ ਪਿਆਰਦਾ ਚਿਤਕਾਰਦਾ ਪੁਚਕਾਰਦਾ ਹਰ ਆਣ ਵਿੱਚ, ਤਾਰੇ ਸਾਰੇ ਤਾਰੇ ਉਹਦੇ ਸਿੱਖ ਤਾਰੇ ਚਮਕਦੇ ਨੇ, ਆਪ ਚੰਦ ਚਮਕਦਾ ਸਿੱਕੀ ਅਸਮਾਨ ਵਿੱਚ। ਉਹ ਸੀਤਲ ਨਹੀਂ ਅਸੀਂ ਉਹਦੇ ਨਾਮ ਉਤੋਂ ਵਿਕੇ ਐਵੇਂ, ਦੱਸੋ ਦਸਮੇਜ ਜਿਹਾ ਕੌਣ ਹੈ ਜਹਾਨ ਵਿੱਚ? ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਹੈ? ਇਹ ਦੇਸ਼ ਨਾ ਹੁੰਦਾ ਜੇ ਪਿਤਾ ਦਸਮੇਸ਼ ਨਾ ਹੁੰਦਾ। ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ, ਸਿੰਘ ਸਾਹਿਬ ਭਾਈ ਬਚਿੱਤਰ ਸਿੰਘ ਘੋੜੇ ਦੇ ਉੱਤੇ ਇਸ਼ਾਰਾ, ਘੋੜੇ ਦੇ ਉੱਤੇ ਹੱਥ ਵਿੱਚ ਨਾਗਣੀ ਬਰਛਾ ਲੈ ਕੇ ਆਪਣੀ ਤਿਆਰੀ ਕਰਕੇ ਦਰਵਾਜ਼ੇ ਦੇ ਕੋਲ ਜਾਵੇਗਾ। ਮਹਾਰਾਜ ਨੇ ਆਖਿਆ ਕਵਰ ਕਰੇਗਾ ਸਾਹਿਬਜ਼ਾਦਾ ਅਜੀਤ ਸਿੰਘ ਭਾਈ ਬਚਿੱਤਰ ਸਿੰਘ ਨੂੰ, ਇੱਕ ਸਿੰਘ ਫਸੀਲ ਉੱਤੇ ਖੜਾ ਹੋਵੇਗਾ ਜਿਹੜਾ ਦਰਬਾਰ ਨੂੰ ਇਸ਼ਾਰਾ ਕਰੇਗਾ ਕਿ ਹਾਥੀ ਨੇੜੇ ਆ ਗਿਆ। ਬਸ ਤਿਆਰੀ ਸੀ ਸੂਰਮੇ ਦੀ। ਭਾਈ ਬਚਿੱਤਰ ਸਿੰਘ ਘੋੜਾ ਲੈ ਕੇ ਦਰਵਾਜ਼ੇ ਦੇ ਕੋਲ ਜਾ ਪਹੁੰਚਿਆ। ਉਧਰੋਂ ਸਾਹਿਬਜ਼ਾਦਾ ਅਜੀਤ ਸਿੰਘ ਦੇ ਭਾਈ ਮੋਹਕਮ ਸਿੰਘ ਭਾਈ ਬਚਿੱਤਰ ਸਿੰਘ ਨੂੰ ਕਵਰ ਕਰਨ ਵਾਸਤੇ ਪਿਛਾਗੇ ਨਾਲ ਤੁਰੇ ਨੇ। ਇਸ਼ਾਰਾ ਕੀਤਾ ਸਿੱਖ ਨੇ ਦਰਬਾਰ ਨੂੰ ਕਿ ਰਾਜਿਆਂ ਦਾ ਹਾਥੀ ਰੱਜਾ ਹੋਇਆ ਸ਼ਰਾਬ ਵਿੱਚ, ਦਰਵਾਜ਼ਾ ਤੋੜਨ ਵਾਲੀ ਅੱਗੇ ਵਧ ਆ ਰਿਹਾ ਹੈ। ਤੇ ਭਾਈ ਬਚਿੱਤਰ ਸਿੰਘ ਫਿਰ ਘੋੜੇ ਤੇ ਹੋ ਕੇ ਸਵਾਰ, ਹੱਥ ਵਿੱਚ ਲੈ ਕੇ ਨਾਗਣੀ ਬਰਛਾ ਦਰਵਾਜ਼ੇ ਵੱਲ ਨੂੰ ਵਧਿਆ।
ਬਾਹਰ ਯੋਧੇ ਨਾਲ ਜੁਟ ਰਹੇ ਨੇ। ਵਿਦਵਾਨ ਸੱਜਣ ਕਹਿੰਦਾ ਉਹ ਕਹਿੰਦਾ ਓਕੇ ਆਮੋ ਸਾਹਮਣੇ ਦਲ ਦੋਵੇਂ ਜੁੱਟੇ, ਉੱਥੇ ਘਾਈਆਂ ਛਾਨਣੀ ਕਈ ਮੱਥੇ ਫੁੱਟੇ, ਉੱਥੇ ਤੀਰ ਧਿਆਏ ਰੱਤ ਦੇ ਚਿੱਲਿਆਂ ਤੋਂ ਛੁੱਟੇ, ਉੱਥੇ ਸੀਸ ਧੜਾ ਤੋਂ ਲੈ ਕੇ ਧੜ ਰਹਿ ਕੇ ਬੁੱਟੇ। ਸਰਦਾਰ ਬਚਿੱਤਰ ਸਿੰਘ ਨੇ ਲਾਈ ਘੋੜੇ ਨੂੰ ਅੱਡੀ, ਹੱਥ ਵਿੱਚ ਲੈ ਕੇ ਨਾਗਣੀ ਬਰਛਾ, ਹਾਥੀ ਦੇ ਮੱਥੇ ਵਿੱਚ ਮਾਰਦਾ ਬੜਾ ਬਾਈ ਕੈਸੇ ਕਰ।
ਮਗਰ ਘੋੜਾ ਛੇੜ ਕੇ ਹੋ ਲਿਆ ਕੇਸਰੀ ਦੇ ਸਿਰ ਨੂੰ ਉਤਾਰ। ਗਿੰਦਰ ਸਿੰਘ ਨੇ ਜਕਾਰਾ ਝੱਟ ਬੋਲਤਾ, ਗਿੰਦਰ ਸਿੰਘ ਨੇ ਜਕਾਰਾ ਝੱਟ ਬੋਲਤਾ। ਉਹ ਖੁਸ਼ ਹੋ ਗਈ ਵੇਖ ਸੱਚੀ ਸਰਕਾਰ, ਯਾਦ ਰਹਿੰਦੀਆਂ ਰਿੰਗਾਂ ਜੋਧਿਆ ਤੇਰੀਆਂ, ਹਾਂ ਜੀ ਹਾਂ ਵਰਤਿਆਂ ਜਾ। ਸਰਦਾਰ ਬਚਿੱਤਰ ਸਿੰਘ ਨੇ ਮਾਰੀ ਨਾਗਣੀ ਹਾਥੀ ਦੇ ਮੱਥੇ ਵਿੱਚ, ਤਵੀਆਂ ਨੂੰ ਚੀਰਦੀ ਹੋਈ ਤੇ ਮੱਥੇ ਵਿੱਚ ਨਾਗਣੀ ਧਸ ਗਈ। ਹਾਥੀ ਚਾਂਗਰਾ ਮਾਰਦਾ ਪਿੱਛੇ ਨੂੰ ਦੌੜਿਆ, ਜ਼ਖਮੀ ਹੋਇਆ। ਇੱਕ ਹਾਥੀ ਸੀ ਉੱਤੋਂ ਸ਼ਰਾਬੀ ਸੀ, ਤੀਸਰਾ ਜ਼ਖਮੀ ਹੋ ਗਿਆ। ਕਾਬੂ ਕਿਹਦੇ ਕੋਲ ਆਉਣਾ ਸੀ? ਮਹਾਵਤ ਧਰਤੀ ਦੇ ਜਾ ਪਿਆ, ਪੈਰਾਂ ਥੱਲੇ ਕੁਚਲਿਆ ਗਿਆ। ਰਾਜੇ ਲੈ ਕੇ ਆਏ ਸੀ ਵੀ ਹਾਥੀ ਨੇ ਦਰਵਾਜ਼ਾ ਤੋੜਨਾ ਤੇ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਗ੍ਰਿਫਤਾਰ ਕਰਨਾ ਤੇ ਉਹਦੀ ਫੌਜ ਨੂੰ ਖਤਮ ਕਰਨਾ, ਪਰ ਗੰਗਾ ਉਹਨਾਂ ਦੇ ਉਲਟ ਵਹਿ ਗਈ। ਜਿਹੜਾ ਹਾਥੀ ਰਾਜੇ ਲੈ ਕੇ ਆਏ ਸੀ, ਉਸ ਹਾਥੀ ਨੇ ਰਾਜਿਆਂ ਦੀ ਫੌਜ ਨੂੰ ਪੈਰਾਂ ਥੱਲੇ ਲਤਾੜ ਸੁੱਟਿਆ। ਜ਼ਖਮੀ ਹੋਇਆ, ਪਿੱਛੇ ਨੂੰ ਗਿਆ। ਫਿਰ ਸੁੰਡ ਦੇ ਨਾਲ ਤੇਜ਼ ਤਿੱਖੀ ਤਲਵਾਰ ਬੰਨੀ ਹੋਈ ਸੀ ਹਾਥੀ ਦੇ। ਜਦੋਂ ਭੱਜਾ ਜਾਂਦਾ ਸੀ ਤੇ ਆਪਣੀ ਸੁੰਡ ਘਮਾਉਂਦਾ ਜਾਂਦਾ ਸੀ, ਉਹ ਤਲਵਾਰ ਦੇ ਨਾਲ ਅਨੇਕਾਂ ਜਿਹੜੇ ਮੁਗਲ ਸਿਪਾਹੀ ਤੇ ਰਾਜਿਆਂ ਦੇ ਜਿਹੜੇ ਫੌਜਦਾਰ ਸਨ ਔਰ ਫੌਜੀ ਸਿਪਾਹੀ ਸਨ, ਉਹ ਖਤਮ ਹੋ ਗਏ। ਸਰਦਾਰ ਉਦੇ ਸਿੰਘ, ਇਹ ਵੀ ਭਾਈ ਮਣੀ ਸਿੰਘ ਦਾ ਸਪੁੱਤਰ ਹੈ ਤੇ ਸਕਾ ਭਾਈ ਹੈ ਸਰਦਾਰ ਬਚਿੱਤਰ ਸਿੰਘ ਦਾ। ਇਹ ਸਰਸਾ ਦੇ ਕੰਢੇ ਸ਼ਹੀਦ ਹੋਇਆ ਮਰਦ। ਔਰ ਸਰਦਾਰ ਉਦੇ ਸਿੰਘ ਨੇ ਰਾਜੇ ਕੇਸਰੀ ਚੰਦ ਦਾ ਸਿਰ ਵੱਢ ਲਿਆ। ਜਿਸ ਰਾਜੇ ਦਾ ਹਾਥੀ ਆਇਆ ਸੀ ਨਾ ਦਰਵਾਜ਼ਾ ਤੋੜਨ ਲਈ, ਉਹਦਾ ਸਿਰ ਸਰਦਾਰ ਉਦੇ ਸਿੰਘ ਨੇ ਵੱਢਿਆ ਤੇ ਹਾਥੀ ਉੱਤੇ ਰਹਿੰਦੇ ਹੋਏ ਵਾਰ ਪੰਜਾਂ ਪਿਆਰਿਆਂ ਵਿੱਚੋਂ ਭਾਈ ਮੋਹਕਮ ਸਿੰਘ ਨੇ ਕੀਤੇ। ਫੌਜ ਫਿਰ ਅੱਗੇ ਲੱਗ ਕੇ ਭੱਜੀ। ਨਵਾਬ ਦੀਨਾ ਬੇਗ ਨੂੰ ਭਜਦਿਆਂ ਨੂੰ ਰਾਹ ਨਾ ਲੱਭੇ, ਸਿਰ ਤੇ ਪੈਰ ਰੱਖ ਕੇ ਦੌੜ ਗਏ। ਭਾਈ ਬਚਿੱਤਰ ਸਿੰਘ, ਭਾਈ ਉਦੇ ਸਿੰਘ, ਭਾਈ ਮੋਹਕਮ ਸਿੰਘ, ਸਾਹਿਬਜ਼ਾਦਾ ਅਜੀਤ ਸਿੰਘ, ਹੋਰ ਵੀ ਸੂਰਮੇ ਮਹਾਰਾਜ ਦੇ ਕੋਲ ਆਏ ਤੇ ਸਤਿਗੁਰਾਂ ਨੂੰ ਵਧਾਈਆਂ ਦਿੱਤੀਆਂ। ਪਾਤਸ਼ਾਹ ਤੁਹਾਡੀ ਫਤਿਹ ਹੋਈ। ਮਹਾਰਾਜ ਨੇ ਫਿਰ ਉਹੀ ਸ਼ਬਦ ਆਖੇ ਵੀ ਫਤਿਹ ਤਾਂ ਪਰਮਾਤਮਾ ਦੀ ਹੋਈ ਹੈ। ਸਤਿਗੁਰੂ ਦਾ ਧੰਨਵਾਦ ਹੈ ਜਿਸ ਨੇ ਪਾਰ ਬਖਸ਼ਿਸ਼ ਕਰਕੇ ਆਪਣੇ ਦਰ ਘਰ ਦੀ ਲਾਜ ਰੱਖੀ ਹੈ। ਮਹਾਰਾਜ ਨੇ ਆਖਿਆ, ਸੰਗਤ ਜੀ ਬਸ ਇੰਨਾ ਕੀ ਫਰਕ ਜੇ ਅੰਮ੍ਰਿਤ ਧਾਰੀ ਦਾ ਤੇ ਬੇਅਮਰਤੀਏ ਦਾ, ਇੰਨਾ ਕੀ ਫਰਕ ਜੇ। ਸਰੀਰ ਭਾਵੇਂ ਕਿੱਡਾ ਵੱਡਾ ਹੋਵੇ ਨਾ, ਇੱਕ ਅੰਗਰੇਜ਼ ਰਾਈਟਰ ਕਹਿੰਦਾ, ਇਟ ਇਜ਼ ਅ ਮੈਨ ਬਿਹਾਈਂਡ ਦਾ ਗਨ ਦੈਟ ਕਾਊਂਟਸ। ਗੱਲ ਇਹ ਨਹੀਂ ਵੀ ਉਹਦੇ ਕੋਲ ਕਿੱਡਾ ਕੁ ਵੱਡਾ ਹਥਿਆਰ ਹੈ, ਗੱਲ ਇਹ ਹੈ ਕਿ ਉਹਦੇ ਮਗਰ ਜਿਗਰਾ ਕਿੱਡਾ ਵੱਡਾ ਲੱਗਾ। ਇੱਕ ਅੰਗਰੇਜ਼ ਰਾਈਟਰ ਹੋਰ ਵੀ ਕਹਿੰਦਾ ਹੈ, ਉਹ ਕਹਿੰਦਾ, ਡੋਂਟ ਜੱਜ ਅ ਬੁੱਕ ਬਾਈ ਇਟਸ ਕਵਰ। ਕਿਸੇ ਵੀ ਕਿਤਾਬ ਨੂੰ ਉਹਦੇ ਕਵਰ ਤੋਂ ਜੱਜ ਨਹੀਂ ਕਰਨਾ ਚਾਹੀਦਾ। ਕਿਤਾਬ ਵਿੱਚ ਬਹੁਤ ਕੁਝ ਹੋ ਸਕਦਾ ਹੈ, ਕਈ ਵਾਰ ਅਸੀਂ ਕਵਰ ਵੇਖ ਕੇ ਛੱਡ ਦਿੰਨੇ ਆ। ਮੇਰੇ ਕਹਿਣ ਦਾ ਭਾਵ, ਕਈ ਲੋਕ ਆਖਦੇ ਹੋਣਗੇ ਭਾਈ ਬਚਿੱਤਰ ਸਿੰਘ ਬਾਹਰੋਂ ਕੱਦ ਦਾ ਤੇ ਛੋਟਾ ਜਿਹਾ ਲੱਗਦਾ ਸੀ, ਤੇ ਪਰ ਭਾਈ ਬਚਿੱਤਰ ਸਿੰਘ ਦੇ ਜਿਹੜੀ ਅੰਦਰ ਆਤਮਾ ਕੰਮ ਕਰਦੀ ਸੀ ਨਾ, ਜਿਹੜੀ ਸ਼ਕਤੀ ਕੰਮ ਕਰਦੀ ਸੀ, ਉਹ ਗੁਰੂ ਗੋਬਿੰਦ ਸਿੰਘ ਦੇ ਖੰਡੇ ਬਾਟੇ ਦੀ ਸ਼ਕਤੀ ਸੀ। ਉਹ ਜਿਹੜੇ ਉਹਨੇ ਚੋਲੇ ਲਏ ਹੋਏ ਸੀ ਨਾ ਅੰਮ੍ਰਿਤਧਾਰੀ ਸੂਰਮੇ ਨੇ, ਫਿਰ ਉਹਨੇ ਮੈਦਾਨੇ ਜੰਗ ਉਹਦੇ ਜੌਹਰ ਵਿਖਾਏ। ਮਹਾਰਾਜ ਨੇ ਕਿਹਾ, ਸੰਗਤ ਜੀ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਤਾਂ ਕਿ ਤੁਹਾਡੇ ਅੰਦਰੋਂ ਮੌਤ ਦਾ ਭੈ ਖਤਮ ਹੋ ਜਾਵੇ। ਤੁਸੀਂ ਮੌਤ ਨੂੰ ਮਖੌਲਾਂ ਕਰੋ। ਜਿਹੜਾ ਅੰਮ੍ਰਿਤ ਛਕ ਲੈਂਦਾ, ਉਹਦੀ ਪ੍ਰਥਾਏ ਵਿਦਵਾਨ ਆਖਦਾ ਏ ਕਿ ਜਬ ਸੇ ਸੁਨਾ ਹੈ ਮਰਨੇ में है जिंदगी, सिर पे कफन बांध कर कातिल को ढूंढते हैं। ਜਿਹੜਾ ਅੰਮ੍ਰਿਤ ਛਕ ਲਵੇ, ਇੱਕ ਉਰਦੂ ਦਾ ਸ਼ਾਇਰ ਕਹਿੰਦਾ ਹੈ, ਅੰਮ੍ਰਿਤ ਕੀ ਹੈ? ਜੇ वो न्याबे अक्सीर है, गर एक खतरा किसी की आंख में समा जाए तो क्या जरूरत मौत की, उसकी आंख में आंख मिला जाए। गर एक खतरा किसी की हल्क से उतर जाए, मुर्दा भी हो तो शमशीर पलट कर रण में उतर जाए। मरिया बंदा भी पिया होवे ते मैदाने जंग लड़न की जरूरत रखा करता है। ताइयों ते अज दरबार साहब के सरोवरां ते अटैक कराए जाते ने। कदी गुरधामां उत्ते कि कौम खत्म कर दिओ, किसी ना किसी तरीका गुरधाम खत्म कर दिओ, पर गुरु की संगत जदों असी नहीं सां, ये पंथ उदों भी चढ़दी कला च सी। असी हाँ, पंथ हुण भी चढ़दी कला विच रवेगा।
ਅਸੀਂ ਨਹੀਂ ਹੋਵਾਂਗੇ ਤੇ ਮੈਂ ਵਾਅਦੇ ਨਾਲ ਆਖਦਾ ਪੰਥ ਉਦੋਂ ਵੀ ਚੜ੍ਹਦੀ ਕਲਾ ਵਿੱਚ ਹੋਵੇਗਾ। ਇਹ ਪੰਥ ਕਦੀ ਖਤਮ ਨਹੀਂ ਹੋਣ ਵਾਲਾ, ਕਿਸੇ ਕੋਲੋਂ ਖਤਮ ਨਹੀਂ ਹੋਣਾ। ਆ ਵੇਖੋ, ਬਾਕੀ ਨਾ ਸਰਕਾਰਾਂ ਕੋਲੋਂ ਇਨਸਾਫ ਦੀ ਉਮੀਦ ਨਾ ਰੱਖਿਆ ਕਰੋ। ਇੱਕ ਆ ਮੱਸੇ ਰੰਗੜ ਦਾ ਭਤੀਜਾ ਕੁਝ ਦਿਨ ਪਹਿਲਾਂ ਦਰਬਾਰ ਸਾਹਿਬ ਆਇਆ, ਪਰ ਉਹਨੂੰ ਖਤਮ ਤੇ ਕਰ ਦਿੱਤਾ ਗਿਆ, ਪਰ ਇਹ ਜਾਣਕਾਰੀ ਅੱਜ ਤੱਕ ਨਹੀਂ ਮਿਲੀ ਵੀ ਉਹ ਕਿਸ ਨੇ ਭੇਜਿਆ ਤੇ ਕਿਉਂ ਆਇਆ। ਇੱਥੇ ਮਹਾਰਾਣੀ ਪਟਿਆਲੇ ਦੇ ਪੈਸੇ ਗਵਾਚੇ, ਅਗਲਿਆਂ ਕੋਈ ਸਮਾਂ ਨਹੀਂ ਪੈਣ ਦਿੱਤਾ, ਉਹ ਬੰਦੇ ਲੱਭ ਲਏ। ਖੰਨਾ GT ਰੋਡ ਫਤਿਹਗੜ੍ਹ ਸਾਹਿਬ ਵਾਲਾ ਦਿੱਲੀ ਨੂੰ ਜਾਂਦਾ ਹੈ, ਉਸ ਖੰਨੇ ਦੇ ਉੱਤੇ ਇੱਕ ਡਿਸਪਲੇ ਲੱਗੀ ਹੋਈ ਹੈ, ਉਹਦੇ ਵਿੱਚ ਕਿਸੇ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਗਾਲਾਂ ਲਿਖ ਦਿੱਤੀਆਂ। ਔਨ ਰਿਕਾਰਡ ਹੈ, ਮੈਂ ਆਪਣੇ ਕੋਲ ਵਿਦਆਊਟ ਐਵੀਡੈਂਸ ਮੈਂ ਕਦੀ ਗੱਲ ਨਹੀਂ ਕੀਤੀ, ਮੈਂ ਪ੍ਰੂਫ ਨਾਲ ਗੱਲ ਕਰਨ ਲੱਗਾ। ਨਿਊਜ਼ਪੇਪਰਾਂ ਵਿੱਚ ਈਵਨ ਦੈਨ ਨਿਊਜ਼ ਚੈਨਲਾਂ ਉੱਤੇ ਰਿਪੋਰਟ ਪਈ ਹੈ, ਅੱਜ ਵੀ ਖਬਰ ਹੈ ਕਿ ਉਸ ਉੱਤੇ ਕਿਸੇ ਨੇ ਪੰਜਾਬ ਦੇ ਉਸ ਵਕਤ ਦੇ ਮੁੱਖ ਮੰਤਰੀ ਨੂੰ ਕੁਝ ਸ਼ਬਦ ਲਿਖੇ ਗਲਤ, ਅਗਲਿਆਂ ਕੁਝ ਸਮਾਂ ਨਹੀਂ ਪੈਣ ਦਿੱਤਾ ਤੇ ਉਹ ਬੰਦੇ ਉਸੇ ਵੇਲੇ ਕੈਚ ਕਰਕੇ ਤੇ ਉਹਨਾਂ ਨੂੰ ਸਲਾਖਾਂ ਪਿੱਛੇ ਸੁੱਟ ਦਿੱਤਾ ਗਿਆ। ਪਰ ਜਦੋਂ ਗੱਲ ਗੁਰੂ ਗ੍ਰੰਥ ਸਾਹਿਬ ਦੀ ਆਉਂਦੀ ਹੈ, ਪਤਾ ਨਹੀਂ ਇਹਨਾਂ ਦੀ ਆਤਮਾ ਕਿਉਂ ਮਰ ਜਾਂਦੀ ਹੈ, ਕਿਉਂ ਇਹ ਬੁਜ਼ਦਲ ਹੋ ਜਾਂਦੇ ਨੇ, ਕਿਉਂ ਇਹ ਚਰਿੱਤਰਹੀਣ ਹੋ ਗਏ ਨੇ, ਮਤਹੀਣ ਹੋ ਗਏ ਨੇ ਕਿ ਦੁਨੀਆ ਦੇ ਸਾਂਝੇ ਰਹਿਬਰ ਦੀ ਪ੍ਰਥਾएं ਜੋ ਕੁਝ ਇਹਨਾਂ ਨੂੰ ਕਰਨਾ ਚਾਹੀਦਾ ਸੀ ਨਾ ਕੀਤਾ ਨਹੀਂ। ਖੈਰ, ਸਮਾਂ ਬਹੁਤ ਲੰਬੇਰਾ ਹੋ ਜਾਵੇਗਾ। ਮੇਰੇ ਕੋਲ ਚੰਦ ਅਰਦਾਸੇ ਨੇ, ਮੈਂ ਧੰਨਵਾਦ ਕਰਦਾ ਭਾਈ ਮਾਈਆਂ ਦਾ ਵੀ। ਆ ਵੇਖੋ, ਨਹੀਂ ਤੇ ਮਾਈਆਂ ਇਸ ਵੇਲੇ ਨੂੰ ਘਰੇ ਚੱਲ ਜਾਂਦੀਆਂ ਵੀ ਅਸੀਂ ਕੰਮ ਕਾਜ ਵੀ ਕਰਨੇ ਨੇ। ਵੀਰਾਂ ਨਾਲੋਂ ਜ਼ਿਆਦਾ ਗਿਣਤੀ ਮਾਈਆਂ ਦੀ ਸੀ। ਜਦੋਂ ਮੈਂ ਦੀਵਾਨ ਸ਼ੁਰੂ ਕੀਤਾ ਨਾ, ਆਰੰਭਤਾ ਕੀਤੀ, ਤੇ ਆ ਮਾਈਆਂ ਵੱਧ ਬੈਠੀਆਂ ਸਨ, ਭੈਣਾਂ ਵੱਧ ਬੈਠੀਆਂ ਸਨ। ਇਹਨਾਂ ਦਾ ਤਹਿ ਦਿਲੋਂ ਧੰਨਵਾਦ, ਤੇ ਤਹਿ ਦਿਲੋਂ ਧੰਨਵਾਦ ਤੁਹਾਡਾ ਸਿੰਘਾਂ ਦਾ, ਜਿਨ੍ਹਾਂ ਨੇ ਗੁਰੂ ਘਰ ਦਾ ਇਤਿਹਾਸ ਬੜੀ ਸ਼ਰਧਾ ਦੇ ਨਾਲ, ਬੜੇ ਭੈ ਭਾਵਨੀ ਵਿੱਚ ਬਹਿ ਕੇ ਸਰਵਣ ਕੀਤਾ। ਮੇਰੇ ਸਾਥੀ ਪੂਜਾ ਪਿਤਾ ਉਸਤਾਦ ਗਿਆਨੀ ਮਿਲਕਾ ਸਿੰਘ ਮੌਜੀ ਸਾਹਿਬ ਦੇ ਸਪੁੱਤਰ ਭਾਈ ਸਾਹਿਬ ਭਾਈ ਪ੍ਰਭਜੋਤ ਸਿੰਘ ਜੀ BA ਇਸ ਵੇਲੇ MA ਵਿਦਿਆਰਥੀ, ਸਰਿਆਲੀ ਕਲਾਂ ਸਰੰਗੀ ਮਾਟਰ ਸਾਡੇ ਪ੍ਰੋਫੈਸਰ ਸਾਹਿਬ ਜਿਨ੍ਹਾਂ ਕੋਲ ਅਸੀਂ MA ਕਰ ਰਹੇ ਹਾਂ, ਸਤਿਕਾਰਯੋਗ ਸਰਦਾਰ ਸੁਖਵਿੰਦਰ ਸਿੰਘ ਜੀ ਫਤਿਹਗੜ੍ਹ ਸਭਰਾ, ਸਰਦਾਰ ਸ਼ਾਮ ਸਿੰਘ ਅਟਾਰੀ ਜੀ ਦੇ ਪਾਵਨ ਸ਼ਹੀਦੀ ਸਥਾਨ ਤੋਂ, ਢਾਡੀ ਭਾਈ ਜਸਬੀਰ ਸਿੰਘ ਜੀ BA ਗੁਰੂ ਅਮਰਦਾਸ ਜੀ ਦੀ ਪਵਿੱਤਰ ਧਰਤੀ ਸ਼੍ਰੀ ਗੋਇੰਦਵਾਲ ਸਾਹਿਬ ਤੋਂ, ਅਤੇ ਦਾਸ ਹਮ ਅਵਗੁਣ ਭਰੇ ਇੱਕ ਗੁਣ ਨਹੀਂ ਮਨਵੀਰ ਸਿੰਘ BA ਇਸ ਵੇਲੇ MA ਵਿਦਿਆਰਥੀ, ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਦੇ ਪਾਵਨ ਜਨਮ ਸਥਾਨ ਨਗਰ ਭੋਵਿੰਡ ਸਾਹਿਬ ਤੋਂ। ਇਤਨੀ ਕੁ ਮੇਰੀ ਸੇਵਾ ਪ੍ਰਵਾਨ ਕਰਿਓ। ਸਤਿਕਾਰਯੋਗ ਮਾਸਟਰ ਸਰਦਾਰ ਯੋਧਾ ਸਿੰਘ ਜੀ, ਉਹਨਾਂ ਦੀ ਚੜ੍ਹਦੀ ਕਲਾ ਵਾਸਤੇ, ਉਹਨਾਂ ਦੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ 100 ਰੁਪਏ ਭੇਜਿਆ ਗਿਆ। ਸਪੁੱਤਰ ਸਰਦਾਰ ਮਨਜਿੰਦਰ ਸਿੰਘ ਤੇ ਸੁਖਰਾਜ ਸਿੰਘ ਦੀ ਚੜ੍ਹਦੀ ਕਲਾ ਵਾਸਤੇ ਤੁਸਾਂ ਨੇ ਬੇਅੰਤ ਪਿਆਰ ਭੇਜਿਆ। ਭਾਈ ਅਮਰਜੀਤ ਸਿੰਘ ਜੀ ਫੌਜੀ ਸਾਹਿਬ ਦੀ ਤਰੱਕੀ ਲਈ, ਇਹ ਫੌਜੀ ਬਾਰਡਰਾਂ ਦੇ ਡਟੇ, ਅਸੀਂ ਤਾਂ ਹੀ ਸੁੱਖ ਦਾ ਸਾਹ ਲੈਨੇ ਆ। ਸਾਡੇ ਸਿੱਖ ਫੌਜੀ ਪੰਜਾਬੀ ਉੱਥੇ ਬੈਠੇ ਨੇ, ਤੇ ਜਦੋਂ ਕਿਤੇ ਕੋਈ ਵਿਪਤਾ ਪੈਂਦੀ ਪੰਜਾਬ ਉੱਤੇ, ਉਦੋਂ ਸੈਂਟਰ ਸਰਕਾਰਾਂ ਭੱਜ ਜਾਂਦੀਆਂ। ਪਰ ਸਭ ਤੋਂ ਵੱਧ ਜੇ ਸ਼ਹਾਦਤਾਂ ਕਿਸੇ ਨੇ ਦਿੱਤੀਆਂ ਬਾਰਡਰਾਂ ਦੇ ਉੱਤੇ, ਤੇ ਪੰਜਾਬੀਓ ਫਖਰ ਕਰਿਆ ਕਰੋ, ਤੁਹਾਡਿਆਂ ਨੇ ਦਿੱਤੀਆਂ। ਇਹ ਸਾਡੇ ਉਦੋਂ ਪੰਜਾਬੀ ਮਾਵਾਂ ਦੇ ਪੁੱਤਰ ਮੈਦਾਨੇ ਜੰਗ ਮਰਦੇ ਨੇ, ਉਦੋਂ ਬੋਦੀਆਂ ਟੋਪੀਆਂ ਵਾਲੇ ਨਹੀਂ ਲੱਭਦੇ, ਉਦੋਂ ਕੇਵਲ ਤੇ ਕੇਵਲ ਪੰਜਾਬੀਆਂ ਨੂੰ ਅੱਗੇ ਲਾਇਆ ਜਾਂਦਾ। ਫਿਰ ਇਹਨਾਂ ਨੂੰ ਇਸਤੇਮਾਲ ਕਰਨ ਵਾਸਤੇ ਆਖਿਆ ਜਾਂਦਾ ਵੀ ਤੁਸੀਂ ਨਿਸ਼ਾਨ ਸਾਹਿਬ ਹੀ ਲਾ ਲਓ। ਵੈਸੇ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਝੂਲ ਜਾਵੇ ਤੇ ਇੰਟੈਰੋਗੇਟ ਕੀਤੇ ਜਾਂਦੇ ਨੇ, ਤੇ ਜੇ ਕਿਤੇ ਬਾਰਡਰ ਤੇ ਮਰਨ ਦੀ ਗੱਲ ਆ ਜਾਵੇ, ਫਿਰ ਪੰਜਾਬੀਆਂ ਨੂੰ ਹੌਸਲਾ ਦੇਣ ਵਾਸਤੇ ਵੀ ਤੁਸੀਂ ਨਿਸ਼ਾਨ ਸਾਹਿਬ ਅੱਗੇ ਲਾ ਕੇ ਜਾਓ। ਉਹਨਾਂ ਫੌਜੀਆਂ ਦਾ ਧੰਨਵਾਦ ਜਿਹੜੇ ਬਾਰਡਰਾਂ ਤੇ ਬੈਠੇ ਨੇ। ਵੀਰ ਮਨਜੀਤ ਸਿੰਘ ਦੇ ਕਾਰੋਬਾਰ ਦੀ ਤਰੱਕੀ ਦੀ ਅਰਦਾਸ ਸੰਦੀਪ ਸਿੰਘ ਜੀ ਸਪੁੱਤਰ ਦੀ ਅਰਦਾਸ ਕਰਾਉਂਦੇ ਨੇ, ਗੁਰੂ ਕਿਰਪਾ ਕਰੇ। ਇਸ ਘਰ ਵਿੱਚ ਕਿਸੇ ਵੀ ਚੀਜ਼ ਦਾ ਘਾਟਾ ਨਹੀਂ ਹੈ, ਪਰ ਸ਼ਰਤ ਹੈ ਵੀ ਮੰਗਣ ਦੀ ਜਾਂਚ ਹੋਣੀ ਚਾਹੀਦੀ ਹੈ, ਅਰਦਾਸ ਸੰਪੂਰਨ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦਾ ਫਰਮਾਨ ਹੈ, ਬਿਰਤੀ ਕਦੇ ਨਾ ਹੋਵਈ ਜਨ ਕੀ ਅਰਦਾਸ। ਉਰਦੂ ਦਾ ਸ਼ਾਇਰ ਵੀ ਕਹਿੰਦਾ ਮਨਜ਼ੂਰ ਹੋਤੀ ਹੈ ਦੁਆ जब दिल से होती है, मंजूर होती है दुआ जब दिल से होती है, लेकिन मुश्किल तो ये है ये मुश्किल से होती है। ये हुंदी बड़ी औखी है। गुड्डी गुरबीर कौर जी भाई साहब जी उन्होंने लिखवाया, तो वीर चमकौर सिंह वो गुरु ग्रंथ साहब की ताबिया बैठे। भाई साहब जी अरदास कराउंदे, परमात्मा उन्होंने चढ़दी कला तंदुरुस्ती दे, रोगता बख्शे। असी अरदास करते हैं, परमात्मा तुहाडी हर गुरमत अनुसार शुभ भावनावां संपूर्ण करे जी। एक माता जी अरदास कराउंदे ने कि मनबीर सिंह, क्योंकि मेरा सरनामा है, मेरा नाम भी मनबीर सिंह है, ते मनबीर सिंह नूं महाराज किरपा करे, नौकरी दी दात बख्शे, ते सानू जेड़े कारज ते महाराज लाए, असी कहने साडे आखरी सवासे इसे विच ही निकलना।
ਕਿਉਂਕਿ ਸਾਡੇ ਕਾਰਜ ਵਰਗਾ ਸ਼ਾਇਦ ਦੁਨੀਆ ਤੇ ਕੋਈ ਕਾਰਜ ਨਹੀਂ। ਇਹ ਗੁਰੂ ਘਰ ਦੀ ਵਡਿਆਈ ਕਿਤੇ ਭਾਗਾਂ ਨਾਲ ਹੀ ਮਿਲਦੀ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੇ ਜਿਉ। ਪਤਾ ਨਹੀਂ ਕਿਹੜੇ ਪੂਰਬਲੇ ਕਰਮ ਸਾਡੇ ਫੁੱਟੇ ਨੇ, ਸਾਡੇ ਪੂਰਬਲੇ ਕਰਮ ਸਾਡੇ ਜਾਗੇ ਨੇ ਕਿ ਸਾਨੂੰ ਗੁਰੂ ਨੇ ਕਿਰਪਾ ਕਰਕੇ ਆਪਣੇ ਦਰ ਕਰਦਾ ਢਾਡੀ ਹੁੰਦਾ ਮਾਣ ਬਖਸ਼ਿਸ਼ ਕਰਕੇ ਤੁਹਾਡੇ ਜੋੜੇ ਝਾੜਨ ਵਾਸਤੇ ਗੁਰੂ ਕੀਆਂ ਸੰਗਤਾਂ ਵਿੱਚ ਖਿਲਾਰਿਆ ਹੋਇਆ। ਪਬਲਿਕ ਪ੍ਰਾਈਮ ਟੀਵੀ ਉਹਨਾਂ ਵੱਲੋਂ ਸਾਰੇ ਅੱਜ ਦੇ ਪ੍ਰੋਗਰਾਮ ਨੂੰ ਕਾਸਟ ਕੀਤਾ ਜਾ ਰਿਹਾ ਹੈ, ਦੇਸ਼ਾਂ ਵਿਦੇਸ਼ਾਂ ਵਿੱਚ ਪਹੁੰਚਾਇਆ ਜਾ ਰਿਹਾ ਹੈ। ਅਰਦਾਸ ਕਰਦਾ ਗੁਰਸਿੱਖ ਵੀਰ ਨੇ ਪਰਮਾਤਮਾ ਇਹਨਾਂ ਨੂੰ ਹੋਰ ਵੀ ਤਰੱਕੀ ਚੜ੍ਹਦੀ ਕਲਾ ਦੇ ਰੂਪਤਾ ਬਖਸ਼ੇ। ਸਾਊਂਡ ਵਾਲੇ ਵੀਰਾਂ ਦਾ ਵੀ ਧੰਨਵਾਦ ਹੈ। ਸਤਿਗੁਰੂ ਦੇ ਚਰਨਾਂ ਵਿੱਚ ਇੱਕ ਸਮੁੱਚਾ ਅਰਦਾਸਾ ਕਰ ਦਿਓ ਭਾਈ। ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਗੁਰੂ ਗ੍ਰੰਥ ਸਾਹਿਬ ਜੀ ਦਾ ਰੋਮ ਰੋਮ ਕਰਕੇ ਧੰਨਵਾਦ ਹੈ। ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਕਿਰਪਾਲ ਸਿੰਘ ਜੀ, ਜਿਨ੍ਹਾਂ ਨੇ ਤੁਹਾਡਾ ਹੁਕਮ ਸਤਿਕਾਰਯੋਗ ਭਾਈ ਅਵਤਾਰ ਸਿੰਘ ਜੀ ਸੋਨੂ ਅਤੇ ਭਾਈ ਪਰਮਜੀਤ ਸਿੰਘ ਜੀ ਯੂਕੇ ਵਾਲੇ ਕਵੀਸ਼ਰ ਸਿੰਘ, ਉਹਨਾਂ ਦੇ ਗ੍ਰਹਿ ਵਿਖੇ ਦਾਸ ਦਾ ਜਥਾ ਸਰਵਣ ਕੀਤਾ, ਫਿਰ ਉਚੇਚਾ ਹੁਕਮ ਲਾ ਕੇ ਅੱਜ ਤੁਹਾਡੇ ਦਰਸ਼ਨਦਾਰੇ ਕਰਵਾਏ ਨੇ। ਸਭ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਆਪਣਾ ਹੁਕਮ ਇਹਨਾਂ ਨੂੰ ਲਾਇਆ ਤੇ ਇਹਨਾਂ ਸਾਨੂੰ ਲਾਇਆ। ਗੁਰੂ ਗ੍ਰੰਥ ਸਾਹਿਬ ਜੀ ਦਾ ਰੋਮ ਰੋਮ ਕਰਕੇ ਧੰਨਵਾਦ। ਅਰਦਾਸ ਕਰੋ ਵੀ ਤੁਸੀਂ ਦਸਾਂ ਨੌਵਾਂ ਦੀ ਕਿਰਤ ਕਮਾਈ ਕੱਢੀ ਹੈ। ਹਰ ਇੱਕ ਨੇ ਬੜੀ ਮੁਸ਼ੱਕਤ ਮਿਹਨਤ ਕਰਕੇ ਦਸਾਂ ਨੌਵਾਂ ਦੀ ਕਿਰਤ ਕਮਾਈ ਕੀਤੀ ਹੈ, ਉਹਦੇ ਵਿੱਚੋਂ ਤੁਸੀਂ ਦਸਵੰਧ ਦਿੱਤਾ ਹੈ। ਇੱਕ ਅਰਦਾਸ ਸਾਡੇ ਪ੍ਰਥਾਈ ਵੀ ਕਰ ਦਿਓ, ਅਸੀਂ ਤੁਹਾਡੀਆਂ ਕਰਦੇ ਹਾਂ। ਬੇਨਤੀ ਹੈ ਵੀ ਤੁਸੀਂ ਇਹ ਅਰਦਾਸ ਕਰਿਓ ਕਿ ਪਾਤਸ਼ਾਹ ਮਾਇਆ ਕਿਸੇ ਚੰਗੇ ਥਾਂ ਤੇ ਲੱਗੇ। ਚੰਗੇ ਥਾਂ ਤੋਂ ਭਾਵ ਕੀ ਹੈ ਵੀ ਅਸੀਂ ਇਹਦੇ ਵਿੱਚੋਂ ਚੰਗੇ ਗ੍ਰੰਥ ਚੰਗੀਆਂ ਕਿਤਾਬਾਂ ਲੈ ਕੇ ਪੜ੍ਹ ਕੇ ਤੇ ਫਿਰ ਨਿਰੋਲ ਢਾਡੀ ਕਲਾ ਨਿਰੋਲ ਇਤਿਹਾਸ ਆਪ ਜੀ ਦੇ ਸਾਹਮਣੇ ਲੈ ਕੇ ਆ ਸਕੀਏ। ਇਹ ਅਰਦਾਸ ਕਰਿਓ। ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਗੁਰੂ ਘਰ ਦੇ ਵਜ਼ੀਰਾਂ ਦਾ ਧੰਨਵਾਦ ਹੈ। ਬਾਬਾ ਬੁੱਢਾ ਸਾਹਿਬ ਵਾਲੀ ਪਦਵੀ ਤੇ ਹਨ, ਕਿਉਂਕਿ ਬਾਬਾ ਬੁੱਢਾ ਸਾਹਿਬ ਪਹਿਲੇ ਹੈੱਡ ਗ੍ਰੰਥੀ ਹਨ ਸ਼੍ਰੀ ਦਰਬਾਰ ਸਾਹਿਬ ਦੇ। ਵੇਖੋ ਉਹ ਬਜ਼ੁਰਗ ਸਰੀਰ ਕਰਕੇ ਭਾਵੇਂ ਉਹ ਬਿਰਧ ਹੋਏ ਪਰ ਗੁਰਮੁਖ ਕਦੀ ਬੁੱਢੇ ਨਹੀਂ ਹੁੰਦੇ। ਅੱਜ ਕੱਲ ਤੇ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ 58 ਨਹੀਂ ਟੱਪਣ ਦਿੰਦੇ, ਅਗਲੇ ਰਿਟਾਇਰ ਕਰ ਦਿੰਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਨਾਲੋਂ ਵੀ ਆਪਣੇ ਆਪ ਨੂੰ ਸਿਆਣਾ ਮੰਨ ਲੈਂਦੇ ਨੇ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਨੇ ਬਹੁਤ ਲੰਬੇਰੀ 90 ਤੋਂ ਬਾਅਦ ਜਾ ਕੇ ਬਾਬਾ ਬੁੱਢਾ ਸਾਹਿਬ ਨੂੰ ਦਰਬਾਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਬਣਾਇਆ। ਉਸ ਪਦਵੀ ਉੱਤੇ ਸੁਭਾਏ ਮਾਨ ਨੇ ਗੁਰੂ ਘਰ ਦੇ ਵਜ਼ੀਰ ਰੱਜ ਕੇ ਸਤਿਕਾਰ ਕਰਿਆ ਕਰੋ ਗੁਰੂ ਘਰ ਦੇ ਵਜ਼ੀਰਾਂ ਦਾ। ਕਹਿੰਦੇ ਜੇ ਰਾਜੇ ਦੇ ਕੋਲੋਂ ਕੋਈ ਮਤਲਬ ਲੈਣਾ ਹੋਵੇ ਨਾ ਤੇ ਉਹਦੇ ਵਜ਼ੀਰ ਦਾ ਸਤਿਕਾਰ ਕਰਨਾ ਚਾਹੀਦਾ, ਵਜ਼ੀਰ ਨਾਲ ਪਿਆਰ ਪਾ ਲੈਣਾ ਚਾਹੀਦਾ ਹੈ। ਇਹ ਦੀਨ ਦੁਨੀਆ ਦੇ ਮਾਲਕ ਨੇ, ਸੱਚੇ ਪਾਤਸ਼ਾਹ ਤਰਲੋਕੀ ਦੇ ਮਾਲਕ। ਜੇ ਇਹਨਾਂ ਕੋਲੋਂ ਕੁਝ ਪ੍ਰਾਪਤ ਕਰਨਾ ਚਾਹੁੰਦੇ ਤੇ ਗੁਰੂ ਘਰ ਦੇ ਵਜ਼ੀਰਾਂ ਦਾ, ਜਿਹੜੇ ਸਦਾ ਹੀ ਇਸ ਮਹਾਰਾਜ ਦੀ ਤਾਬਿਆ ਵਿੱਚ ਬੈਠ ਕੇ ਨਿਤਨੇਮ ਕਰਦੇ ਨੇ, ਬਾਣੀ ਪੜ੍ਹਦੇ ਨੇ, ਤੁਹਾਡੇ ਪ੍ਰਤੀ ਕਿ ਤੁਹਾਡੇ ਪੁੱਤਰ ਵਿਦੇਸ਼ਾਂ ਵਿੱਚ ਸੈੱਟ ਹੋ ਜਾਣ, ਤੁਹਾਡੇ ਕੋਠੀਆਂ ਪੈ ਜਾਣ, ਤੁਹਾਡੀਆਂ ਜ਼ਮੀਨਾਂ ਜਾਇਦਾਦਾਂ, ਤੁਹਾਡੀਆਂ ਗੱਡੀਆਂ ਵੱਡੀਆਂ ਹੋ ਜਾਣ। ਇਸ ਗ੍ਰੰਥੀ ਸਿੰਘਾਂ ਦਾ ਵੀ ਪਰਿਵਾਰ ਹੁੰਦਾ ਭਾਈ, ਉਹਨਾਂ ਦੀਆਂ ਵੀ ਕੁਝ ਲੋੜਾਂ ਹਨ ਦੁਨਿਆਵੀ ਜੀਵਨ ਵਿੱਚ ਵਿਚਰਦਿਆਂ। ਇਹਨਾਂ ਪ੍ਰਤੀ ਵੀ ਰੱਜ ਕੇ ਅਰਦਾਸ ਤੇ ਸਤਿਕਾਰ ਕਰਿਆ ਕਰੋ, ਵਰਨਾ ਹਾਲਾਤ ਐਸੇ ਪੈਦਾ ਹੁੰਦੇ ਜਾਂਦੇ ਨੇ। ਸਿੰਘੋ ਅਸੀਂ ਗੁਰੂ ਘਰ ਦੇ ਗ੍ਰੰਥੀ ਸਿੰਘਾਂ ਦੇ ਮੋਢਿਆਂ ਦੇ ਪਵਾਏ ਨੇ ਰਮਾਲੇ, ਹੱਥਾਂ ਵਿੱਚ ਫੜਾਈਆਂ ਨੇ ਸੋਟੀਆਂ ਵੀ ਭਾਈ ਘਰ ਘਰ ਜਾ ਕੇ ਪ੍ਰਸ਼ਾਦੇ ਦੇ ਦੁੱਧ ਮੰਗ, ਨਾਲੇ ਥਾਂ ਥਾਂ ਦੇ ਕੁੱਤਿਆਂ ਕੋਲੋਂ ਲੱਤਾਂ ਪੜਵਾ। ਮੈਂ ਸੱਚ ਕਹਿਣ ਦਾ ਆਦੀ ਹਾਂ, ਮੈਨੂੰ ਇਹ ਗੱਲ ਨਹੀਂ ਹੁੰਦੀ ਵੀ ਦੁਬਾਰਾ ਕੋਈ ਸੱਦੇ ਜਾਂ ਨਾ ਸੱਦੇ। ਆਪਣਾ ਕੰਮ ਹੈ ਸੱਚ ਬੋਲਣਾ ਤੇ ਸੱਚ ਦਾ ਹੋਕਾ ਦੇਣਾ, ਉਹ ਅਸੀਂ ਦੇਣਾ ਹੈ। ਇਸ ਕਰਕੇ ਗੁਰੂ ਘਰ ਦੇ ਵਜ਼ੀਰਾਂ ਸਿੰਘਾਂ ਦਾ ਜਿੰਨਾ ਸਤਿਕਾਰ ਹੁੰਦਾ ਹੈ ਭਾਈ, ਰੱਜ ਕੇ ਵੱਧ ਤੋਂ ਵੱਧ ਕਰਿਆ ਕਰੋ। ਧੰਨਵਾਦ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ। ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।